ਹੁਣ ਸੁਣੋ ਬੀ ਸੋਸ਼ਲ ਕੰਟੈਂਟ ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਤੱਪੜ ਮਾਰਕਾ ਸਕੂਲਾਂ 'ਚੋਂ ਉੱਠ ਕੇ ਹੈ ਨਾ ਕੁਛ ਜ਼ਿੰਦਗੀ 'ਚ ਮੁਕਾਮ ਹਾਸਲ ਕਰਨਾ, ਉਹ ਆਪਣੇ ਆਪ 'ਚ ਵੀ ਆਨੰਦ ਵਾਲੀ ਗੱਲ ਆ, ਕਿਉਂਕਿ ਸਾਡੇ ਤਾਂ ਸਕੂਲ 'ਚ ਤੱਪੜ ਵੀ ਹੈ ਨਹੀਂ ਸੀ। ਤੁਸੀਂ ਬੋਰੀ ਮਾਰਕਾ ਸਕੂਲਾਂ 'ਚ ਕਹਿ ਸਕਦੇ ਆ। ਆਮ ਤੌਰ 'ਤੇ ਲੋਕਾਂ ਨੂੰ ਪੜਦਾਦੇ ਤੋਂ ਬਾਅਦ ਪਤਾ ਨਹੀਂ ਹੁੰਦਾ ਕੌਣ ਆ, ਪਰ ਮੈਨੂੰ ਮਤਲਬ ਜਾਣੀ ਬਾਬਰ ਤੱਕ ਪਤਾ ਵੀ ਸਾਡੇ ਬਜ਼ੁਰਗ ਕੌਣ ਸੀਗੇ। ਅਤੇ ਗੁੱਜਰਵਾਲ ਸਕੂਲ ਮੇਰਾ ਖਿਆਲ ਪੰਜਾਬ ਦੇ ਜਿਹੜੇ ਪਹਿਲੇ 4 ਸਕੂਲ ਬਣੇ ਉਹਨਾਂ 'ਚੋਂ ਇੱਕ ਸੀ। ਜਿਵੇਂ ਹੁਣ ਸਾਡਾ ਪਿੰਡ ਨਾਰੰਗਵਾਲ, ਚੀਫ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਪੰਜਾਬ ਇੱਥੋਂ ਸੀਗੇ, ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜਿਨ੍ਹਾਂ ਨੇ ਖੰਡ ਕੀਰਤਨੀ ਜੱਥਾ ਚਲਾਇਆ। ਤੁਸੀਂ ਕਿਵੇਂ ਰਾਹ ਲੱਭਿਆ ਕਿ ਮੈਂ PhD ਕਰਨੀ ਹੈ ਅਤੇ ਕਰਨੀ ਵੀ ਮੈਂ ਆਸਟ੍ਰੇਲੀਆ ਜਾ ਕੇ ਆ? I wrote a letter. Did I write a letter? I did not write a letter. A letter was written by me. ਉਹ ਰੱਟਾਫਿਕੇਸ਼ਨ ਤੋਂ ਉਹਨੂੰ ਐਕਚੁਅਲ 'ਚ ਪ੍ਰੈਕਟਿਸ 'ਚ ਲਿਆਉਣਾ ਅੰਗਰੇਜ਼ੀ ਨੂੰ, ਇਹ ਆਪਣੇ ਆਪ 'ਚ ਇੱਕ ਵੱਡਾ ਚੈਲੰਜ ਸੀ। ਜੇ ਮੇਰੀ ਹੁਣ ਮੈਂ ਯੂਨੀਵਰਸਿਟੀ 'ਚ ਮਰਕ ਸ਼ਾਰਪ ਐਂਡ ਡੋਮ ਸਾਡੇ ਅਵਾਰਡ ਸੀਗਾ, ਯੰਗ ਸਾਇੰਟਿਸਟ ਦਾ ਅਵਾਰਡ ਮਿਲਿਆ ਮੈਨੂੰ 2007 ਦਾ। PR ਮਿਲ ਜੇ ਤਾਂ ਸੌਖੀ ਆ, ਪਰ ਜਦ ਤੱਕ PR ਨਹੀਂ ਹੁੰਦੀ ਉਹ ਜਿਹੜਾ ਦੇਹੜੀ 'ਚ ਬਹਿਣਾ ਨਾ ਉਹ ਬੜਾ ਔਖਾ। ਅਤੇ ਆਪਣੇ ਮਨ 'ਚ ਇੱਕ ਇਹ ਵੀ ਬੋਝ ਹੁੰਦਾ ਵੀ ਯਾਰ ਆਪਾਂ ਤੱਪੜ ਮਾਰਕਾ ਸਕੂਲਾਂ ਦੇ ਪੜ੍ਹੇ ਹੋਏ ਹਾਂ, ਆਪਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਜ਼ੋਰ ਲਾਉਣਾ ਪੈਣਾ। ਸੱਚੀ ਕੈਂਸਰ ਦਾ ਮਤਲਬ ਪੱਕੀ ਮੌਤ ਹੁੰਦੀ ਹੈ? ਕੈਂਸਰ ਦੀਆਂ ਹਜ਼ਾਰਾਂ ਦਵਾਈਆਂ ਹੈਗੀਆਂ, ਪਰ ਜੇ ਉਹ ਦਵਾਈਆਂ ਨੂੰ ਉਸ ਡੋਜ਼ ਵਿੱਚ ਦੇ ਦਿੱਤਾ ਜਾਵੇ ਤਾਂ ਬੰਦਾ ਕੈਂਸਰ ਨਾਲ ਨਹੀਂ, ਉਹ ਦਵਾਈ ਨਾਲ ਮਰ ਜੂਗਾ। ਅਤੇ ਐਕਸਪੈਰੀਮੈਂਟ ਮੇਰੇ ਚੂਹਿਆਂ 'ਤੇ ਚੱਲਦੇ ਅਤੇ ਨਾਲ ਮੁਹੰਮਦ ਸਦੀਕ ਦੇ ਗਾਣੇ ਚੱਲਦੇ। ਅੱਛਾ, ਉਹ ਬੜਾ ਅਜੀਬ ਜਿਹਾ ਕੰਬੀਨੇਸ਼ਨ ਨਹੀਂ ਹੁੰਦਾ ਕਈ ਵਾਰ, ਹੈ ਨਾ? 100 ਦਾ ਨੋਟ ਸੁਣੀ ਜਾਂਦਾ ਮੈਂ ਨਾਲ ਬੈਠਾ। ਵੱਲੀ ਵੱਲ ਕਢਾ ਕੇ ਵੱਲ ਹੋ ਗਏ, ਤੂੰ ਕੀ ਵੱਲ ਅੰਦਰ ਪਾਇਆ ਵੱਲ ਯਾਰਾ, ਵੱਲ ਕੱਢਣੇ ਦਾ ਤੈਨੂੰ ਵੱਲ ਨਹੀਂ ਜਾਵੀਂ, ਉਹਦੇ ਵੱਲ ਜਿਹਨੂੰ ਹੋਵੇ ਵੱਲ ਯਾਰਾ, ਫਜ਼ਲ ਸ਼ਾਹ ਉਦੋਂ ਵੱਲ ਹੋਵੇ ਜਦੋਂ ਰੱਬ ਹੋਵੇ ਤੇਰੇ ਵੱਲ ਯਾਰਾ। ਆਸਟ੍ਰੇਲੀਆ 'ਚ ਕੋਈ ਚੀਫ ਸਾਇੰਟਿਸਟ ਹੋਵਾਂ, ਉੱਥੇ ਮੈਂ ਪਤਾ ਨਹੀਂ ਕੀ ਬਣ ਜਾ, ਅਤੇ ਮੇਰਾ ਪਿੰਡ ਨਾਲੋਂ ਕਨੈਕਸ਼ਨ ਹੀ ਟੁੱਟ ਜੇ, ਤਾਂ ਗੁਆਂਢੀ ਸਾਡੇ ਕਿਵੇਂ ਕਹਿਣਗੇ ਵੀ ਸਾਡਾ ਮੁੰਡਾ ਉੱਥੇ ਆਹ ਬਣਿਆ ਹੋਇਆ। ਇੱਕ ਤਾਂ ਸਾਨੂੰ ਹੁੰਦਾ ਕਿ ਅਸੀਂ ਬਾਹਰ ਚਲੇ ਜਾਈਏ, ਹੈ ਨਾ? ਜੇ ਉਹ ਬਾਹਰ ਨਹੀਂ ਵੀ ਜਾ ਰਹੇ ਹੈਗੇ ਤਾਂ ਪੰਜਾਬ ਦੇ ਵਿੱਚ ਉਹ ਆਪਣਾ ਫਿਊਚਰ ਕਿਵੇਂ ਦੇਖ ਸਕਦੇ ਨੇਗੇ? ਕੀ ਸੇਧ ਹੋਣੀ ਚਾਹੀਦੀ ਉਹਨਾਂ ਦੇ ਲਈ? ਤਾਂ ਮੇਰੇ ਗੋਡੇ 'ਤੇ ਕੋਈ ਹੱਥ ਲਾ ਕੇ ਨਿਆਣੇ ਨੂੰ ਕਹੂ ਪੁੱਤ ਚਾਚੇ ਵਾਂਗੂ ਤੂੰ ਵੀ ਪੜ੍ਹੀ, ਇਹ ਕਹਿਣ ਦੀ ਬਜਾਏ ਉਹ ਕਹਿਣਗੇ ਪੁੱਤ ਤੇਰਾ ਚਾਚਾ ਹੀ ਆ, ਹੁਣ ਤੈਨੂੰ ਇਹ ਬਾਹਰ ਲੈ ਕੇ ਜਾਊ। ਇਹ ਦੋ ਅਲੱਗ-ਅਲੱਗ ਚੀਜ਼ਾਂ। ਨਿਆਣੇ ਦੇ ਬੂਦੇ ਚੋਪੜ ਕੇ ਅਤੇ ਉਹਨੂੰ ਲਾ ਕੇ ਉਹਦੇ ਬੈਲਟ 'ਤੇ ਪ੍ਰਾਈਵੇਟ ਸਕੂਲ ਵਾਲੀ ਬੱਸ 'ਚ ਚੜ੍ਹਾ ਦੇਣਾ, ਇਹਦੇ ਨਾਲ ਤੁਹਾਡੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਗੁਰਨਾਮ ਸਿੰਘ ਸਮਝਾ ਕੇ ਲਿਆਇਆ ਸੀ ਵੀ ਕਿਸੇ ਹੋਰ ਨੇ ਗੱਲ ਨਹੀਂ ਕਰਨੀ, ਗੱਲ ਮੈਂ ਹੀ ਤੋਰੂੰਗਾ। ਪਰ ਉਹ ਜਿਹੜੇ ਨਾਲ ਕਬੱਡੀ 'ਚ ਜਿਵੇਂ ਕੱਪੜੇ ਚੱਕਣ ਵਾਲੇ ਨਹੀਂ ਜਾਂਦੇ ਹੁੰਦੇ, ਉਹਨਾਂ ਨੂੰ ਬਾਹਲੀ ਕਾਹਲੀ ਹੁੰਦਾ। ਉਹ ਇੱਕ ਜਣਾ ਉਹਨਾਂ 'ਚੋਂ ਬੋਲਿਆ, ਮਾਸਟਰ ਜੀ ਫਿਰ ਵੋਟਾਂ ਸਾਨੂੰ ਹੀ ਪਾਇਓ। ਬਾਪੂ ਜੀ ਕਹਿੰਦੇ, ਕਾਕਾ ਮੇਰੇ ਨੀਲਾ ਸਾਫਾ ਬੰਨਿਆ, ਵੋਟ ਮੈਂ ਤੱਕੜੀ ਨੂੰ ਹੀ ਪਾਉਣੀ ਆ, ਤੁਸੀਂ ਭਾਵੇਂ ਕੁੱਤਾ ਖਿਲਾਰ ਦਿਓ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਜਦੋਂ ਅਸੀਂ ਸਮਾਜ 'ਚ ਵਿਚਰਦੇ ਹਾਂ ਤਾਂ ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ ਨੇ, ਲੋਕ ਹੁੰਦੇ ਨੇ ਜਿਹੜੇ ਕਿ ਤੁਹਾਨੂੰ ਜ਼ਿੰਦਗੀ 'ਚ ਪ੍ਰੇਰਿਤ ਕਰਦੇ ਨੇ। ਇਹੋ ਜਿਹੀ ਇੱਕ ਸ਼ਖਸੀਅਤ ਹੈ ਡਾਕਟਰ ਪ੍ਰੀਤਿੰਦਰ ਸਿੰਘ ਗਰੇਵਾਲ। ਤੱਪੜ ਮਾਰਕਾ ਸਕੂਲਾਂ ਤੋਂ ਹੁੰਦਿਆਂ ਹੋਇਆਂ ਉਹਨਾਂ ਨੇ ਸਕਾਲਰਸ਼ਿਪ ਲੈ ਕੇ ਆਸਟ੍ਰੇਲੀਆ ਜਾ ਕੇ PhD ਕੀਤੀ ਇਨ ਕੈਂਸਰ ਮੈਡੀਸਨ ਰਿਸਰਚ, ਅਤੇ ਆਪਣੀ PhD ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਪ੍ਰਿੰਸ ਹੈਨਰੀ ਇੰਸਟੀਚਿਊਟ ਦੇ ਵਿੱਚ ਰਿਸਰਚ ਆਫਿਸਰ ਵਜੋਂ ਕੰਮ ਕੀਤਾ। ਅਤੇ ਮੈਡੀਕਲ ਫੀਲਡ ਦੇ ਵਿੱਚ ਕੰਮ ਕਰਨ ਤੋਂ ਬਾਅਦ ਅਚਾਨਕ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੂੰ ਮੀਡੀਆ ਦੇ ਖੇਤਰ ਦੇ ਨਾਲ ਜੁੜ ਜਾਣਾ ਚਾਹੀਦਾ। 2014 ਦੇ ਵਿੱਚ ਉਹ ਆ ਕੇ ਦੁਨੀਆ ਦੀਆਂ 70 ਭਾਸ਼ਾਵਾਂ 'ਚ ਕੰਮ ਕਰਨ ਵਾਲੇ SBS ਨੈਟਵਰਕ ਦੇ ਨਾਲ ਜੁੜੇ ਅਤੇ SBS ਪੰਜਾਬੀ ਰੇਡੀਓ ਦੇ ਉਹ ਪ੍ਰੋਗਰਾਮ ਪ੍ਰੋਡਿਊਸਰ ਨੇ। ਅੱਜ ਸਾਡੇ ਨਾਲ ਨੇ। ਉਹਨਾਂ ਦੀ ਕਹਾਣੀ ਮੈਨੂੰ ਬਹੁਤ ਇੰਸਪਾਇਰਿੰਗ ਲੱਗਦੀ ਹੈ ਕਿ ਕਿਵੇਂ ਉਹ ਸਧਾਰਨ ਪਰਿਵਾਰ 'ਚੋਂ ਉੱਠ ਕੇ, ਇੱਕ ਸਧਾਰਨ ਪਿੰਡ 'ਚੋਂ ਉੱਠ ਕੇ ਪੰਜਾਬੀ ਮੀਡੀਅਮ 'ਚ ਪੜ੍ਹਾਈ ਕਰਦੇ ਨੇ, ਅਤੇ ਪੰਜਾਬੀ ਮੀਡੀਅਮ 'ਚ ਪੜ੍ਹਾਈ ਕਰਨ ਤੋਂ ਬਾਅਦ ਉਹ ਕਿਵੇਂ ਸਕਾਲਰਸ਼ਿਪ ਲੈ ਕੇ ਆਸਟ੍ਰੇਲੀਆ ਸਿਡਨੀ ਦੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਆਪਣੀ PhD ਪੂਰੀ ਕਰਦੇ ਨੇ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਯੰਗੈਸਟ ਸਾਇੰਟਿਸਟ ਦਾ ਅਵਾਰਡ ਵੀ ਮਿਲਦਾ। ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ, ਉਹਨਾਂ ਦੀ ਕਹਾਣੀ ਕਿਵੇਂ ਅਤੇ ਕਿੱਥੋਂ ਸ਼ੁਰੂ ਹੋਈ, ਅਤੇ ਇਸ ਤੋਂ ਬਾਅਦ ਅਸੀਂ ਕੁਝ ਖਾਸ ਗੱਲਾਂ ਉਹਨਾਂ ਦੇ ਨਾਲ ਕੈਂਸਰ ਦੇ ਬਾਬਤ ਕਰਨੀਆਂ ਚਾਹਾਂਗੇ। ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ। ਸਪੈਸ਼ਲ ਚੱਲ ਕੇ ਪਿੰਡ ਆਏ ਹੋ, ਅਤੇ ਇੰਨੀ ਦੂਰੋਂ, ਮੌਸਮ ਵੀ ਅੱਜ ਖਰਾਬ ਸੀ ਪਰ ਉਹਦੇ ਬਾਵਜੂਦ ਮਾਣ ਦਿੱਤਾ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਅਤੇ ਇੱਕ ਗੱਲ ਜਿਹੜੀ ਤੁਸੀਂ ਕਹੀ ਵੀ ਤੱਪੜ ਮਾਰਕਾ ਸਕੂਲਾਂ 'ਚੋਂ ਉੱਠ ਕੇ ਹੈ ਨਾ
ਕੁਛ ਜ਼ਿੰਦਗੀ 'ਚ ਮੁਕਾਮ ਹਾਸਲ ਕਰਨਾ, ਉਹ ਆਪਣੇ ਆਪ 'ਚ ਵੀ ਆਨੰਦ ਵਾਲੀ ਗੱਲ ਆ। ਕਿਉਂਕਿ ਸਾਡੇ ਤਾਂ ਸਕੂਲ 'ਚ ਤੱਪੜ ਵੀ ਹੈ ਨਹੀਂ ਸੀ। ਤੁਸੀਂ ਬੋਰੀ ਮਾਰਕਾ ਸਕੂਲਾਂ 'ਚ ਕਹਿ ਸਕਦੇ ਆ। ਉਹ ਠੀਕ ਬੋਰੀ ਹੈ। ਹੋਣੀ, ਉਹਦਾ ਹੀ ਮੀਂਹ ਪੈਂਦੇ 'ਚ ਟੋਪਾ ਬਣਾ ਲੈਣਾ ਤੇ ਸਿਆਹੀ ਘੋਲ ਕੇ ਗਲ 'ਚ ਪੈ ਜਾਣੀ। ਅੱਛਾ, ਕੀ ਬਾਤ ਸੋ ਹੈ। ਹੌਲੀ-ਹੌਲੀ ਬੰਦਾ ਫਿਰ ਵੱਧਦਾ, ਹਮ, ਪਰ ਪਿੰਡ ਨਾਲ ਸ਼ੁਰੂ ਤੋਂ ਲਗਾਵ ਰਿਹਾ। ਇਸ ਕਰਕੇ ਮੈਨੂੰ ਖੁਸ਼ੀ ਹੈ ਕਿ ਤੁਸੀਂ ਪਿੰਡ ਤੋਂ ਹੀ ਗੱਲ ਸ਼ੁਰੂ ਕੀਤੀ। ਬਿਲਕੁਲ। ਮੈਨੂੰ ਚੰਗਾ ਲੱਗਿਆ। ਮੇਰੇ ਗੋਤੀ ਵੀ ਹੋ ਤੇ ਆਪਾਂ ਨੇੜੇ ਨੇੜੇ ਦੇ ਪਿੰਡਾਂ ਤੋਂ ਵੀ ਆ, ਹਨਾ। ਤੇ ਸਭ ਤੋਂ ਪਹਿਲਾਂ ਗਰੇਵਾਲਾਂ ਤੇ ਆਪਾਂ ਗੱਲ ਕਰਦੇ ਹਾਂ। ਜਦੋਂ ਮੈਂ ਪਿਛਲੀ ਵਾਰ ਤੁਹਾਨੂੰ ਮਿਲੀ ਸੀਗੀ, ਤੁਸੀਂ ਗਰੇਵਾਲਾਂ ਦੇ ਇਤਿਹਾਸ ਤੇ ਗੱਲ ਕਰ ਰਹੇ ਸੀਗੇ, ਜੀ। ਤੇ ਥੋੜਾ ਜਿਹਾ ਦੱਸੀਏ ਆਪਾਂ ਸਾਰਿਆਂ ਹਾਂਜੀ, ਨੂੰ। ਇਹ ਤਕਰੀਬਨ ਆਪਣੇ 20-22 ਪਿੰਡ ਨੇ ਜਿਹੜੇ ਗਰੇਵਾਲਾਂ ਦੇ। ਇੱਥੇ ਕਿਲ੍ਹਾ ਰਾਏਪੁਰ ਤੇ ਗੁੱਜਰਵਾਲ 2 ਵੱਡੇ ਪਿੰਡ ਆ, ਤੀਜਾ ਨਾਰੰਗਵਾਲ ਨਾਲ ਜੁੜ ਜਾਂਦਾ। ਤੇ ਸਾਡੇ ਘਰ ਕੁਰਸੀਨਾਮਾ ਵੀ ਪਿਆ ਗਰੇਵਾਲਾਂ ਦਾ। ਅੱਛਾ ਜੀ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਕਿਵੇਂ ਕਿਵੇਂ ਉਹ ਪ੍ਰੋਜਨੀ ਚੱਲੀ ਆਉਂਦੀ, ਕੁਰਸੀਨਾਮਾ ਕਿਵੇਂ ਚੱਲਿਆ ਆਉਂਦਾ। ਚੌਧਰੀ ਗੁੱਜਰ, ਉਹਦੇ ਤੋਂ ਫਿਰ ਗੁੱਜਰਵਾਲ ਬਣਿਆ। ਅੱਛਾ। ਤੇ ਉਹ ਆ ਜਿਹੜਾ ਸਾਡਾ ਖਾਨਦਾਨ ਆ, ਅਸੀਂ ਉਹਦਾ ਤਾਂ ਹੁਣ ਉਰਦੂ ਤੋਂ ਪੰਜਾਬੀ ਲੱਥਾ ਮੈਂ ਕਰਾਇਆ ਹੋਇਆ। ਆਮ ਤੌਰ 'ਤੇ ਲੋਕਾਂ ਨੂੰ ਪੜਦਾਦੇ ਤੋਂ ਬਾਅਦ ਪਤਾ ਨਹੀਂ ਹੁੰਦਾ ਕੌਣ ਆ, ਪਰ ਮੈਨੂੰ ਮਤਲਬ ਜਾਣੀ ਬਾਬਰ ਤੱਕ ਪਤਾ ਵੀ ਸਾਡੇ ਬਜ਼ੁਰਗ ਕੌਣ ਸੀਗੇ। ਕਿਉਂਕਿ ਹੈ ਨਾ, ਹਰਬੰਸ ਸਿੰਘ, ਉਦੋਂ ਅੱਗੇ ਅਤਰ ਸਿੰਘ, ਦੇਵਾ ਸਿੰਘ, ਮੀਹਾਂ ਸਿੰਘ, ਝਾਬਾ ਸਿੰਘ, ਪੰਜਾਬ ਸਿੰਘ। 100 ਸਾਲਾਂ 'ਚ 2 ਪ੍ਰੋਜਨੀਆਂ ਆਉਂਦੀਆਂ। ਤੇ ਜੇ ਤੁਸੀਂ ਅੰਦਾਜ਼ਾ ਲਾਓ ਵੀ 100 ਮਗਰ 2 ਨੇ, 8 ਤੋਂ 10 ਜਾਣੇ ਹੋਣੇ ਚਾਹੀਦੇ ਆ, ਤੇ ਉਹ ਰਿਕਾਰਡ ਮੁਤਾਬਕ ਉਨੇ ਕੁ ਹੈਗੇ ਆ। ਤਾਂ ਮੈਨੂੰ ਲੱਗਦਾ ਹੁੰਦਾ ਵੀ ਸ਼ਾਇਦ ਇਹ ਕਿਤੇ ਨਾ ਕਿਤੇ ਸਹੀ ਹੋਊਗਾ। ਪਰ ਇਹ ਉਹੋ ਜਿਹੀਆਂ ਗੱਲਾਂ ਜਿਹੜੀਆਂ ਅੱਗੇ ਦੀ ਅੱਗੇ ਇੱਕ ਜਨਰੇਸ਼ਨ ਦੂਜੀ ਜਨਰੇਸ਼ਨ ਨੂੰ ਦੱਸਦੀਆਂ, ਪਰ ਇਹਦੇ ਕੋਈ ਇਤਿਹਾਸਕ ਹਵਾਲੇ ਨਹੀਂ ਮਿਲਦੇ। ਮਨ 'ਚ ਕਈ ਵਾਰ ਸ਼ੰਕਾ ਵੀ ਆਉਂਦੀ ਹੈ ਵੀ ਸ਼ਾਇਦ ਇੱਦਾਂ ਨਾ ਹੋਇਆ ਹੋਊਗਾ, ਪਰ ਉਹ ਬਜ਼ੁਰਗਾਂ ਨੇ ਅੱਗੇ ਦੀ ਅੱਗੇ ਜੋ ਸਾਂਭਿਆ ਕਰਿਆ ਉਹ ਆਪਣੇ ਕੋਲ ਇਸ ਵੇਲੇ ਹੈਗਾ। ਬਾਕੀ ਗਰੇਵਾਲਾਂ ਦੇ ਪਿੰਡਾਂ 'ਚ ਇੱਕ ਇਹ ਜ਼ਰੂਰ ਖਾਸੀਅਤ ਆ ਵੀ ਪੜ੍ਹਾਈ ਲਿਖਾਈ ਬਹੁਤ ਰਹੀ ਆ। ਜ਼ਮੀਨਾਂ ਸਾਡੇ ਕੋਲ ਘੱਟ ਨੇ। ਜਿਵੇਂ ਹੁਣ ਸਾਡਾ ਪਿੰਡ ਨਾਰੰਗਵਾਲ, ਚੀਫ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਪੰਜਾਬ ਇੱਥੋਂ ਸੀਗੇ। ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ, ਜਿਨ੍ਹਾਂ ਨੇ ਅਖੰਡ ਕੀਰਤਨੀ ਜੱਥਾ ਚਲਾਇਆ ਤੇ ਨਾਲ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ। ਅੰਗਰੇਜ਼ਾਂ ਖਿਲਾਫ ਉਹਨਾਂ ਨੇ ਬਗਾਵਤ ਕੀਤੀ, ਬੜੀਆਂ ਜੇਲ੍ਹਾਂ ਵੀ ਕੱਟੀਆਂ, ਉਹ ਵੀ ਨਾਰੰਗਵਾਲ ਤੋਂ ਸੀਗੇ। ਬਾਕੀ ਡਿਪਟੀ DC IAS। ਹਿੰਦੁਸਤਾਨ ਆਜ਼ਾਦ ਹੋਣ ਤੋਂ ਪਹਿਲਾਂ ਭਾਰਤੀ ਮੂਲ ਦਾ ਪਹਿਲਾ DC S ਪ੍ਰਤਾਪ, ਉਹ ਸਾਡੇ ਪਿੰਡ ਦਾ ਸੀਗਾ। ਹਾਂਜੀ, ਪਰ ਚੱਕਰ ਇਹ ਆ, ਉਹਨੂੰ ਦੋਨੋਂ ਨਜ਼ਰੀਏ ਨਾਲ ਆਪਾਂ ਦੇਖ ਸਕਦੇ ਹਾਂ। ਦੂਜਾ ਨਜ਼ਰੀਆ ਇਹ ਆ ਬਈ ਇਹ ਲੋਕ ਫਿਰ ਅੰਗਰੇਜ਼ਾਂ ਦੇ ਪਿੱਠੂ ਹੋਣਗੇ। ਇਹ ਉਹਨੂੰ ਆਪਾਂ ਜੇ ਨੈਗੇਟਿਵ ਸੈਂਸ 'ਚ ਗੱਲ ਕਰਨੀ ਆ, ਪੜ੍ਹਾਈ ਲਿਖਾਈ ਉਹਨਾਂ ਸਮਿਆਂ 'ਚ ਸੀਗੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ। ਮੈਂ ਹੁਣ 9ਵੀਂ 10ਵੀਂ ਗੁੱਜਰਵਾਲ ਸਕੂਲੋਂ ਪੈਡਲ ਮਾਰ ਕੇ ਕੀਤੀ। ਤੇ ਗੁੱਜਰਵਾਲ ਸਕੂਲ ਮੇਰਾ ਖਿਆਲ ਪੰਜਾਬ ਦੇ ਜਿਹੜੇ ਪਹਿਲੇ 4 ਸਕੂਲ ਬਣੇ ਉਹਨਾਂ 'ਚੋਂ ਇੱਕ ਸੀ। ਸ਼ਾਇਦ 1904 ਦੀ ਗੱਲ ਹੋਵੇ, ਕਿਉਂਕਿ ਜਿਹੜਾ ਉੱਥੇ ਨਾ ਬੋਰਡ ਲੱਗਿਆ ਹੋਇਆ ਗੁੱਜਰਵਾਲ ਸਕੂਲ ਦੇ ਪ੍ਰਿੰਸੀਪਲਸ ਦਾ, ਤਾਂ ਪਹਿਲੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ 'ਤੇ ਨਾਂ ਅੰਗਰੇਜ਼ਾਂ ਦੇ ਲਿਖੇ ਹੋਏ ਆ। ਅੱਛਾ। ਤੇ ਬਾਪੂ ਹੁਣੀ ਦੱਸਦੇ ਸੀ ਵੀ ਇੱਧਰੋਂ ਮਲੌਦ ਰੋੜੀਆਂ ਤੋਂ ਨਵਾਬਾਂ ਦੇ ਮੁੰਡੇ ਘੋੜੀਆਂ ਤੇ ਪੜ੍ਹਨ ਆਉਂਦੇ ਹੁੰਦੇ ਸੀ ਗੁੱਜਰਵਾਲ। ਕੀ ਬਾਤ ਹੈ। ਹਾਂਜੀ, ਸੋ ਪੜ੍ਹਾਈ ਲਿਖਾਈ ਦਾ ਚੱਲਣ ਆਪਣੇ ਪਿੰਡਾਂ 'ਚ ਗਰੇਵਾਲਾਂ 'ਚ ਪਹਿਲਾਂ ਤੋਂ ਹੀ ਰਿਹਾ। ਗੱਲ ਮੈਂ ਇੱਥੇ ਨਿਬੇੜਦਾ। ਇੱਕ ਆਪਣੇ World War I ਤੇ World War II 'ਚ ਵੀ ਇਹਨਾਂ ਪਿੰਡਾਂ ਦੇ ਲੋਕ ਗਏ ਸੀ। ਹਾਂਜੀ ਹਾਂਜੀ, ਪਹਿਲੇ ਵਿਸ਼ਵ ਯੁੱਧ 'ਚ ਮੇਰਾ ਖਿਆਲ 104 ਲੋਕ ਗਏ, ਪਤਾ ਨਹੀਂ 114। ਸਾਡੇ ਆਹ ਲਾਇਬ੍ਰੇਰੀ ਦੇ ਬਾਹਰ ਵੱਡਾ ਸੰਗਮਰਮਰ ਦਾ ਬੋਰਡ ਲੱਗਿਆ ਹੋਇਆ, ਤੇ ਇੱਕ ਜਣਾ ਉਹਨਾਂ 'ਚੋਂ ਮੇਰਾ ਖਿਆਲ ਉਹਦਾ ਦੇਹਾਂਤ ਵੀ ਹੋਇਆ। ਤੇ ਦੂਜੀ ਵਰਲਡ ਵਾਰ 'ਚ ਵੀ ਆਪਣੇ ਪਿੰਡ ਦੇ ਗਏ ਆ, ਪਰ ਕੋਈ ਬਾਹਲਾ ਕਿਸੇ ਨੇ ਰਿਕਾਰਡ ਇਕੱਠਾ ਕੀਤਾ ਨਹੀਂ। ਅੱਛਾ। ਹਾਂਜੀ, ਤੇ ਪਰ ਸੀ ਇਹਨਾਂ ਪਿੰਡਾਂ 'ਚ ਨਾ ਨੌਕਰੀ ਕਰਨ ਦਾ ਰੁਝਾਨ ਸ਼ੁਰੂ ਤੋਂ ਰਿਹਾ। ਜ਼ਮੀਨਾਂ ਸ਼ਾਇਦ ਗਰੇਵਾਲਾਂ ਕੋਲ ਘੱਟ ਨੇ, ਪਰ ਪੜ੍ਹਾਈ ਲਿਖਾਈ ਡੈਫੀਨੇਟਲੀ ਯੈਸ। ਸਾਡੇ ਘਰ ਜਦੋਂ ਆਪਾਂ ਦਾਖਲ ਹੁੰਦੇ ਆ ਤਾਂ ਘਰ ਦੇ ਬਾਹਰ ਲਿਖਿਆ ਹੋਇਆ ਤਫੀਦਾਰ ਚੰਨਣ ਸਿੰਘ, ਇਹ ਤੁਹਾਡੇ ਪੜਦਾਦਾ ਜੀ ਦਾ ਨਾਮ? ਮੇਰੇ ਪੜਦਾਦਾ ਜੀ, ਹਾਂਜੀ। ਸੰਨ 1937 ਦਾ ਬੋਰਡ ਆ ਇਹ, ਜਿੰਨਾ ਸਮਿਆਂ 'ਚ ਇਹ ਘਰ ਬਣਿਆ। ਉਹ ਹਡਸਨ ਹਾਰਸ 'ਚ ਸੀਗੇ। ਮੇਰਾ ਖਿਆਲ ਉਹ ਸ਼ਾਇਦ ਘੋੜਿਆਂ ਵਾਲੀ ਬਟਾਲੀਅਨ ਹੋਣੀ ਕੋਈ ਮੇਰੇ ਕੋਲ ਕੋਈ ਬਾਹਲਾ ਉਹਨਾਂ ਦਾ ਰਿਕਾਰਡ ਤਾਂ ਨਹੀਂ ਹੈ, ਪਰ ਜਿੰਨਾ ਕੁ ਬਾਪੂ ਉਹਨਾਂ ਦਾ ਦੱਸਿਆ ਹੋਇਆ ਉਹੀ ਆ। ਪਰ ਉਹ ਵੀ ਜਾਣੀ ਪੈਨਸ਼ਨ 'ਤੇ ਆਏ ਹੋਏ ਸੀਗੇ। ਪਰ ਬਾਪੂ ਜੀ ਨੇ ਜਾਣੀ ਪੜ੍ਹਾਈ ਲਿਖਾਈ 'ਚ ਸਾਰੇ ਪਿੰਡਾਂ 'ਚ ਕਾਫੀ ਉਹਨਾਂ ਦਾ ਦਬਦਬਾ ਜਿਹਾ ਹੁੰਦਾ। ਖੂੰਡੇ ਵਾਲੇ ਮਾਸਟਰ ਜੀ, ਤੇ ਉਹ ਕਵਿਤਾ ਵੀ ਲਿਖਦੇ ਸੀ। ਪਿੰਡਾਂ 'ਚ ਤਾਂ ਉਹਨਾਂ ਨੂੰ ਮਾਸਟਰ ਮਾਹੀ ਕਹਿੰਦੇ ਆ। ਹੁਣ ਜੇ ਡੀਪੂ ਤੇ ਮੈਂ ਖੰਡ ਲੈਣ ਜਾਣੀ ਛੋਟੇ ਹੁੰਦੇ, ਮਾਹੀ ਕੇ ਹੈਗੇ ਆ ਜੀ, ਉੱਦਾਂ ਦੀ ਜਿਵੇਂ ਹੁੰਦੀ ਹੈ ਨਾ। ਤੇ ਉਹ ਬਜ਼ੁਰਗਾਂ ਦਾ ਸਤਿਕਾਰ ਸੀ। ਚੀਫ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ, ਉਹ ਮੇਰਾ ਖਿਆਲ 1899 ਦਾ ਜਨਮ ਆ ਉਹਦਾ। ਸਾਡੇ ਬਾਪੂ ਜੀ ਦਾ ਮਾਸਟਰ ਹਰਬੰਸ ਸਿੰਘ ਮਾਹੀ ਦਾ 1901 ਦਾ। ਜਾਣੀ ਉਹ ਇੱਕੋ ਸਮੇਂ ਪਲੇ ਵੱਡੇ ਹੋਏ। ਪਰ ਉਹ ਬਾਪੂ ਜੀ ਦਾ ਸਤਿਕਾਰ ਬਹੁਤ ਕਰਦਾ ਸੀ, ਤੇ ਬਾਪੂ ਜੀ ਤੋਂ ਡਰਦਾ ਵੀ ਬਹੁਤ ਸੀ, ਕਿਉਂਕਿ ਹੈਡਮਾਸਟਰ ਪਿੰਡ ਦਾ ਉਹੀ ਬਣੂ ਨਾ ਜਿਹਦਾ ਸੁਭਾਅ ਕੱਬਾ ਹੋਊ, ਜਿਹਤੋਂ ਨਿਆਣੇ ਡਰਨਗੇ। ਬਿਲਕੁਲ। ਪੁਰਾਣੇ ਟਾਈਮਾਂ 'ਚ ਤਾਂ ਪੜ੍ਹਾਈ ਲਿਖਾਈ ਸੀ ਖੂੰਡੇ ਦੇ ਜ਼ੋਰ 'ਤੇ। ਤੇ ਇੱਕ ਵਾਰ ਸਾਡੇ ਤਾਇਆ ਜੀ ਦਾ ਮੁੰਡਾ ਮੈਨੂੰ ਦੱਸਦਾ ਹੁੰਦਾ, ਗੁਰਨਾਮ ਸਿੰਘ ਨੇ ਜਦੋਂ ਕਿਲ੍ਹਾ ਰਾਏਪੁਰ ਤੋਂ ਜਿੱਤਣਾ ਸੀ, ਉਹ ਅਕਾਲੀ ਪਾਰਟੀ ਦਾ ਸੀਗਾ।
ਮੁੱਖ ਮੰਤਰੀ ਪਦ ਦਾ ਦਾਅਵੇਦਾਰ। ਕਿਲ੍ਹਾ ਰੈਪਰ ਸਾਡਾ ਹਲਕਾ ਪੈਂਦਾ, ਅਤੇ ਉਹ ਭੱਜਿਆ ਭੱਜਿਆ ਅੰਦਰ ਆਇਆ, ਅਤੇ ਨਾਲ ਉਹਦੇ ਬੰਦੇ ਸੀ ਪਿੰਡ, ਜਿਵੇਂ ਵੋਟਾਂ ਮੰਗਦੇ ਫਿਰਦੇ ਹੁੰਦੇ ਆ ਨਾ। ਅਤੇ ਬਾਪੂ ਜੀ ਨੂੰ ਕਹਿੰਦਾ ਵੀ ਮੇਰੇ ਨਾਲ ਚੰਡੀਗੜ੍ਹੋਂ ਬੰਦੇ ਆਏ ਆ, ਹੱਥ ਹੌਲਾ ਰੱਖਿਓ। ਅੱਛਾ। ਬਈ ਹੈ ਨਾ, ਕਿਉਂਕਿ ਬਾਪੂ ਜੀ ਦਾ ਪਤਾ ਨਹੀਂ ਨਾ ਕਿ ਕਿਹੜੇ ਪਾਸੇ ਨੂੰ ਤੁਰ ਪੈਣਾ ਉਹਨਾਂ ਨੇ। ਅਤੇ ਉਹ ਆਏ ਜਦੋਂ, ਅਤੇ ਗੁਰਨਾਮ ਸਿੰਘ ਅੰਦਰ ਭੱਜ ਕੇ ਆ ਕੇ ਸਮਝਾ ਕੇ ਅਤੇ ਬਾਹਰ ਮੁੜ ਗਿਆ। ਅਤੇ ਨਾਲ ਫਿਰ ਉਹਦੇ ਉਹੀ ਪਤਲੂਨਾਂ ਵਾਲੇ, ਗਲ 'ਚ ਫਾਹੇ ਵਾਲੇ ਚੰਡੀਗੜ੍ਹੋਂ ਜਿਹੜੇ ਆਏ ਸੀ ਸੱਜਣ ਪਿਆਰੇ, ਬਾਪੂ ਜੀ ਕੋਲ ਆ ਕੇ ਬੈਠ ਗਏ। ਸਤਿ ਸ਼੍ਰੀ ਅਕਾਲ ਮਾਸਟਰ ਜੀ, ਸਤਿ ਸ਼੍ਰੀ ਅਕਾਲ ਭਾਈ ਗੁਰਨਾਮ ਸਿੰਘ, ਆ ਜਾ ਬਹਿ ਜਾ। ਅਤੇ ਗੁਰਨਾਮ ਸਿੰਘ ਸਮਝਾ ਕੇ ਲਿਆਇਆ ਸੀ ਵੀ ਕਿਸੇ ਹੋਰ ਨੇ ਗੱਲ ਨਹੀਂ ਕਰਨੀ, ਗੱਲ ਮੈਂ ਹੀ ਤੋਰੂੰਗਾ। ਪਰ ਉਹ ਜਿਹੜੇ ਨਾਲ ਕਬੱਡੀ 'ਚ ਜਿਵੇਂ ਕੱਪੜੇ ਚੱਕਣ ਵਾਲੇ ਨਹੀਂ ਜਾਂਦੇ ਹੁੰਦੇ, ਉਹਨਾਂ ਨੂੰ ਬਾਹਲੀ ਕਾਹਲੀ ਹੁੰਦਾ। ਉਹ ਇੱਕ ਜਣਾ ਉਹਨਾਂ 'ਚ ਬੋਲਿਆ, ਮਾਸਟਰ ਜੀ ਫਿਰ ਵੋਟਾਂ ਸਾਨੂੰ ਹੀ ਪਾਇਓ। ਬਾਪੂ ਜੀ ਕਹਿੰਦੇ, ਕਾਕਾ ਮੇਰੇ ਨੀਲਾ ਸਾਫਾ ਬੰਨਿਆ, ਵੋਟ ਮੈਂ ਤੱਕੜੀ ਨੂੰ ਹੀ ਪਾਉਣੀ ਆ, ਤੁਸੀਂ ਭਾਵੇਂ ਕੁੱਤਾ ਖਿਲਾਰ ਦਿਓ। ਗੁਰਨਾਮ ਸਿੰਘ ਉਹਨੇ ਮੱਥੇ 'ਤੇ ਹੱਥ ਮਾਰਿਆ, ਕਹਿੰਦਾ ਮਾਸਟਰ ਜੀ ਨਾਲ ਮੈਂ ਤੁਹਾਨੂੰ ਕਹੀ ਜਾਂਦਾ, ਕਰਤਾ ਨਾ ਉਹੀ ਕੰਮ। ਸੋ ਪੁਰਾਣੇ ਬਜ਼ੁਰਗਾਂ ਦੇ ਸੁਭਾਅ ਥੋੜ੍ਹੇ ਜਿਹੇ ਖੁੱਲ੍ਹੇ ਡੁੱਲੇ ਉੱਦਾਂ ਦੀ ਹੈ ਨਾ ਹੁੰਦੇ ਆ। ਬਾਕੀ ਉਹ ਕਵਿਤਾ ਵੀ ਲਿਖਦੇ ਸੀ, ਮਾਹੀ ਉਹਨਾਂ ਦਾ ਤਖੱਲਸ ਸੀਗਾ, ਅਤੇ ਉਹਨਾਂ ਨੇ ਕਵਿਤਾ ਲਿਖ ਦੇਣੀ ਅਤੇ ਮੈਂ ਟਰਾਲੀ 'ਚ ਖੜ੍ਹ ਕੇ ਪੜ੍ਹ ਦੇਣੀ। ਪਿੰਡ 'ਚ ਜਿਵੇਂ ਨਗਰ ਕੀਰਤਨ ਹੁੰਦੇ ਆ ਨਾ, ਗੁਰੂ ਨਾਨਕ ਪੁਰਬ 'ਤੇ ਹੋਇਆ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਹੋਇਆ, ਮੈਨੂੰ ਵਧੀਆ ਲੱਗਦਾ ਸੀ। ਕੁਛ ਉਹਨਾਂ ਨੇ ਲਿਖਿਆ ਯਾਦ ਆ? ਹੋ ਸਕਦਾ ਇਸ ਵੇਲੇ ਜਿੰਨੇ ਦਰਸ਼ਕ ਆਪਾਂ ਨੂੰ ਦੇਖ ਰਹੇ ਹੋਣ, ਕਿਤੇ ਨਾ ਕਿਤੇ ਉਹਨਾਂ ਦੇ ਪਾਠਕ ਰਹੇ ਹੋਣ ਉਹ। ਬਾਪੂ ਜੀ ਦੀਆਂ ਕਵਿਤਾਵਾਂ ਬਹੁਤ ਲੰਬੀਆਂ ਸੀਗੀਆਂ, 10-10, 20-20 ਸਫ਼ਿਆਂ ਵਾਲੀਆਂ, ਜਿਹੜੀਆਂ ਮੈਂ ਪੜ੍ਹ ਕੇ ਬੋਲਦਾ ਸੀ, ਪਰ ਮੇਰੇ ਤੋਂ ਸਾਂਭ ਨਹੀਂ ਹੋਈਆਂ। ਪਰ ਉਹਨਾਂ ਦਿਨਾਂ 'ਚ ਨਾ ਗੁਰਦੁਆਰਾ ਗਜਟ ਛਪਦਾ ਹੁੰਦਾ ਸੀ, ਬਾਪੂ ਜੀ ਨੇ ਉਹ ਘਰੇ ਲਵਾਇਆ ਹੋਇਆ ਸੀ, ਕਿਉਂਕਿ ਗੁਰਦੁਆਰਿਆਂ ਦੇ ਪ੍ਰਬੰਧ ਦਾ ਸਾਰਾ ਹਿਸਾਬ ਕਿਤਾਬ ਉਹਦੇ 'ਚ ਆਉਂਦਾ ਹੁੰਦਾ ਸੀ। ਅਤੇ ਉਹਦੇ 'ਚ ਦਾਨ ਸਿੰਘ ਕੋਮਲ ਸੀ ਸ਼ਾਇਦ, ਉਹਦੀ ਕਵਿਤਾ ਇੱਕ ਵਾਰ ਮੈਂ ਪੜ੍ਹੀ ਸੀ। ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਲੰਘ ਗਿਆ ਹੈ ਨਾ, ਅਤੇ ਉਹ ਕਵਿਤਾ ਇੱਕ ਵਾਰ ਮੈਂ ਬਾਪੂ ਜੀ ਦੀ ਕਵਿਤਾ ਦੇ ਨਾਲ ਜੋੜ ਕੇ ਪੜ੍ਹੀ ਸੀ। ਉਹਦੇ ਸ਼ਬਦ ਮੈਨੂੰ ਬੜੇ ਚੰਗੇ ਲੱਗਦੇ ਸੀ। ਗੱਲ ਇਹ ਮੇਰੇ ਖਿਆਲ 88 ਕਦੀ ਹੋਣੀ ਆ, 86-88 ਦੀ। ਉਹਦੇ ਸ਼ਬਦ ਸੀਗੇ ਕੁਛ ਕਵਿਤਾ ਦੇ, ਦਾਤਾ ਦਿਆਲ ਹੈ ਤੂੰ, ਸਾਹਿਬੇ ਕਮਾਲ ਹੈ ਤੂੰ, ਨੂਰੀ ਜਲਾਲ ਹੈ ਤੂੰ, ਅਣਬੁੱਝ ਸਵਾਲ ਹੈ ਤੂੰ, ਨੇਕੀ ਦਾ ਤੂੰ ਪਟਾਰਾ, ਅਜ਼ਮਤ ਦਾ ਤੂੰ ਮਨਾਰਾ, ਦੁਸ਼ਟਾਂ ਦਾ ਕਾਲ ਹੈ ਤੂੰ, ਸੰਤਾਂ ਦੀ ਢਾਲ ਹੈ ਤੂੰ, ਤੂੰ ਰਹਿਮਤਾਂ ਦੀ ਬਾਰਿਸ਼, ਢਹਿੰਦੇ ਦਿਲਾਂ ਦੀ ਢਾਰਸ, ਨਾਨਕ ਦਾ 10ਵਾਂ ਵਾਰਸ, ਗੁਜਰੀ ਦਾ ਲਾਲ ਹੈ ਤੂੰ, ਸਰਬੰਸ ਬਾਰਿਆ ਹੈ ਪਰ ਦਿਲ ਨਾ ਹਾਰਿਆ ਹੈ, ਸਮਸਤ ਜਗਤ ਅੰਦਰ ਇੱਕੋ ਮਿਸਾਲ ਹੈ ਤੂੰ, ਦਾਤਾ ਦਿਆਲ ਹੈ ਤੂੰ, ਸਾਹਿਬੇ ਕਮਾਲ ਹੈ ਤੂੰ, ਨੂਰੀ ਜਲਾਲ ਹੈ ਤੂੰ, ਅਣਬੁੱਝ ਸਵਾਲ ਹੈ ਤੂੰ। ਕਿਆ ਬਾਤ ਹੈ। ਸੋ ਇਸ ਕਿਸਮ ਦੀਆਂ ਉਹਦੀਆਂ ਕਵਿਤਾ ਦੀਆਂ ਪੰਕਤੀਆਂ ਸੀਗੀਆਂ, ਮੈਨੂੰ ਬੜੀਆਂ ਚੰਗੀਆਂ ਲੱਗਦੀਆਂ ਸੀ। ਸ਼ਾਇਦ ਚੰਗੀਆਂ ਲੱਗਦੀਆਂ ਸੀ ਇਸੇ ਕਰਕੇ ਮੇਰੇ ਚੇਤੇ ਰਹਿ ਗਈਆਂ। ਇਹ ਵੀ ਗੱਲ ਹੁੰਦੀ ਨਾ, ਕਈ ਵਾਰ ਤੁਹਾਡਾ ਇੰਟਰਸਟ ਹੁੰਦਾ ਜਿਸ ਚੀਜ਼ ਦਾ, ਉਸ ਚੀਜ਼ 'ਚ ਤੁਹਾਨੂੰ ਫਿਰ ਚੰਗਾ ਲੱਗਣ ਲੱਗ ਜਾਂਦਾ, ਅਤੇ ਉਹ ਯਾਦ ਵੀ ਰਹਿ ਜਾਂਦੀ ਹੈ। ਜੀ ਤੁਹਾਡਾ ਸ਼ੁਰੂ ਤੋਂ ਹੀ ਕੀ ਇੰਟਰਸਟ ਰਿਹਾ ਸੀਗਾ ਤੁਹਾਨੂੰ? ਜਿਵੇਂ ਤੁਸੀਂ ਜਿਹੜੇ ਸਕੂਲਾਂ 'ਚ ਅਸੀਂ ਪੜ੍ਹੇ ਆ, ਕਿਉਂਕਿ ਹੁਣ ਅਸੀਂ ਵੀ ਪੜ੍ਹੇ ਆ, ਮੈਂ ਸ਼ੁਰੂਆਤ ਜਿਹੜੀ ਮੇਰੀ ਉਹ ਪੰਜਾਬੀ ਮੀਡੀਅਮ ਤੋਂ ਹੋਈ ਸੀਗੀ ਹੈ ਨਾ, ਕਿਉਂਕਿ ਮੇਰਾ ਭਰਾ ਅੰਗਰੇਜ਼ੀ ਸਕੂਲ 'ਚ ਚੱਲਦਾ ਨਹੀਂ ਸੀ, ਉਹ ਕਹਿੰਦਾ ਸੀ ਇਹਦੇ ਤੋਂ ਬਿਨਾਂ ਮੈਂ ਸਕੂਲ ਨਹੀਂ ਜਾਣਾ, ਇਸ ਕਰਕੇ ਮੈਨੂੰ ਵੀ ਪੰਜਾਬੀ ਮੀਡੀਅਮ 'ਚ ਆਉਣਾ ਪਿਆ ਹੈ ਨਾ। ਤਾਂ ਮੈਂ ਫਿਰ ਜਦੋਂ ਵੱਡੇ ਹੋਏ, ਕਾਲਜ ਜਾਣ ਦੀ ਤਿਆਰੀ ਹੋਈ, ਮੈਨੂੰ ਲੱਗਿਆ ਕਿ ਮਤਲਬ ਵੀ ਮੈਂ ਸਭ ਕੁਛ ਹੁੰਦਿਆਂ ਹੋਇਆ ਮੈਨੂੰ ਸਿਰਫ ਇੱਕ ਲੱਗਦਾ ਹੁੰਦਾ ਸੀ ਵੀ ਕਿਉਂਕਿ ਮੈਂ ਅੰਗਰੇਜ਼ੀ ਮੀਡੀਅਮ 'ਚ ਨਹੀਂ ਪੜ੍ਹ ਰਹੀ, ਇਸ ਕਰਕੇ ਮੈਂ ਬਾਕੀਆਂ ਨਾਲੋਂ ਘੱਟ ਹਾਂ, ਹੈ ਨਾ। ਸੋ ਤੁਹਾਡੇ 'ਚ ਜਾਂ ਫਿਰ ਘਰੇ ਕਿਹੋ ਜਿਹਾ ਮਾਹੌਲ ਤੁਹਾਨੂੰ ਮਿਲਿਆ ਹੋਣਾ ਜਿਹਦੇ ਲਈ ਇਹ ਰਾਹ ਅਖਤਿਆਰ ਹੋਇਆ PhD ਵਾਲਾ, ਹੈ ਨਾ, ਜਾਂ ਫਿਰ ਤੁਸੀਂ ਉੱਧਰ ਨੂੰ ਗਏ? ਤੁਹਾਨੂੰ ਨਹੀਂ ਕਦੇ ਲੱਗਿਆ ਸੀਗਾ ਕਿ ਮੈਂ ਤਾਂ ਪੰਜਾਬੀ ਸਕੂਲਾਂ 'ਚ ਪੜ੍ਹਿਆ ਹੋਇਆ, ਮੈਂ ਮਤਲਬ ਇੱਥੇ ਤੱਕ ਕਿਵੇਂ ਪਹੁੰਚੂੰਗਾ ਜਾਂ ਪਹੁੰਚ ਸਕਦਾ? ਇਹਦੇ 'ਚ ਦੋ ਗੱਲਾਂ। ਇੱਕ ਤਾਂ ਤੁਹਾਨੂੰ ਹੌਸਲਾ ਬੜਾ ਮਿਲਦਾ ਜੇ ਘਰ 'ਚ ਮਾਹੌਲ ਹੋਵੇ ਪੜ੍ਹਾਈ ਲਿਖਾਈ ਵਾਲਾ। ਬਾਪੂ ਜੀ ਹੈਡਮਾਸਟਰ ਸੀਗੇ, ਸਾਰਾ ਪਿੰਡ ਉਹਨਾਂ ਨੇ ਪੜ੍ਹਾਇਆ ਸੀ, ਅਤੇ ਉਹਨਾਂ ਦੇ ਆਪਦੇ ਘਰ 'ਚ ਪੰਜਾਬੀ ਵਾਲਾ ਮਾਹੌਲ ਹੋਣਾ ਸੁਭਾਵਿਕ ਸੀਗਾ। ਪਰ ਉਸ ਗੱਲ ਨੂੰ ਲੈ ਕੇ ਕਦੇ ਮਤਲਬ ਜਾਣੀ ਹੀਣ ਭਾਵਨਾ ਮਹਿਸੂਸ ਨਹੀਂ ਹੋਈ, ਕਿਉਂਕਿ 10ਵੀਂ ਜਮਾਤ ਤੱਕ ਤਾਂ ਸਕੂਲ ਬੋਰਡ 'ਚ ਹੀ ਪੜ੍ਹੇ, ਅਤੇ ਮੰਮੀ ਮੇਰੇ ਟੀਚਰ ਸੀਗੇ। ਸੋ ਪੜ੍ਹਾਈ ਲਿਖਾਈ ਵਾਲਾ ਮਾਹੌਲ ਘਰ ਵਿੱਚ ਹੀ ਮਿਲਿਆ। ਅਤੇ ਇੱਕ ਤੁਹਾਨੂੰ ਜਿਹੜਾ ਆਲਾ ਦੁਆਲਾ ਹੁੰਦਾ ਹੈ ਨਾ, ਉਹ ਕਈ ਵਾਰ ਉੱਥੋਂ ਨੈਗੇਟਿਵਿਟੀ ਬਹੁਤ ਮਿਲਦੀ ਆ, ਕਿਉਂਕਿ ਬਚਪਨ ਤਾਂ ਮੇਰਾ ਆਮ ਬਚਪਨ ਹੀ ਆ, ਹੈ ਨਾ। ਉਹੀ ਘੋੜਾ ਕੌਡੀ, ਗੁੱਲੀ ਡੰਡਾ, ਹੈ ਨਾ, ਭਰੋਟੇ ਦੇ ਥੱਲੇ ਬਾਂਟੇ ਖੇਡਣੇ, ਮੜੀਆਂ 'ਚ ਜਾ ਕੇ ਉਹ ਸਲੇਸ਼ ਲਾ ਕੇ, ਕੱਚ ਲਾ ਕੇ ਡੋਰ ਸੂਤਣੀ, ਹੈ ਨਾ, ਗੁੱਡੇ ਲੁੱਟਣੇ, ਅਤੇ ਕਦੇ ਹੈ ਨਾ ਮੱਝ 'ਤੇ ਲੈਂਡ ਕਰਨਾ, ਮੱਝ ਤੋਂ ਖੁੱਲ੍ਹਣੀ 'ਚ ਲੈਂਡ ਕਰਨਾ ਲੁੱਟਦਿਆਂ ਨੇ। ਉਹ ਸਾਰਾ ਕੁਛ ਉਵੇਂ ਹੀ ਸੀ ਜਿਵੇਂ ਹੁੰਦਾ। ਪਰ ਤੁਹਾਨੂੰ ਕਈ ਵਾਰ ਮਾਹੌਲ 'ਚੋਂ ਨੈਗੇਟਿਵਿਟੀ ਮਿਲਦੀ। ਉਹ ਕਿਵੇਂ ਮਿਲਦੀ? ਪਿੰਡਾਂ 'ਚ ਅਕਸਰ ਉਹ ਜਿੰਨਾ ਮਰਜ਼ੀ ਪੜ੍ਹ ਲਓ, ਤੁਸੀਂ ਪੈਂਚਰ ਹੀ ਲਾਉਣੇ ਆ। ਇਹ ਗੱਲ ਤੁਹਾਨੂੰ ਇੱਕ ਬੜੀ, ਮੈਂ ਨਹੀਂ ਕਹਿੰਦਾ ਪੈਂਚਰ ਲਾਉਣਾ ਕੋਈ ਮਾੜੀ ਗੱਲ ਆ, ਐ ਨਾ ਹੋਵੇ ਕੱਲ੍ਹ ਨੂੰ ਪੈਂਚਰ ਯੂਨੀਅਨ ਵਾਲੇ ਧਰਨਾ ਲਾ ਦੇਣ ਮੇਰੇ ਖਿਲਾਫ। ਮਤਲਬ ਜਾਣੀ ਆਮਦਨ ਦੇ ਲਿਹਾਜ਼ ਨਾਲ ਕੋਈ ਬਹੁਤੀਆਂ ਚੰਗੀਆਂ ਨੌਕਰੀਆਂ ਨਹੀਂ ਹੈਗੀਆਂ, ਸਰਕਾਰੀ ਨੌਕਰੀਆਂ ਹੈ ਹੀ ਨਹੀਂ। ਸੋ ਪਿੰਡਾਂ 'ਚ ਉਸ ਕਿਸਮ ਦਾ ਚੱਲਣ ਹੈਗਾ ਬਈ ਦੇਖੋ ਡੰਗਰੀ ਚਾਰਨੇ ਆ, ਭੇਡਾਂ ਹੀ ਚਾਰਨੀਆਂ, ਇੱਦਾਂ ਦੀਆਂ ਤੁਸੀਂ ਕਹਾਣੀਆਂ ਬਜ਼ੁਰਗਾਂ ਤੋਂ ਪਿੱਛੇ ਸੁਣਦੇ ਆਉਂਦੇ ਹੋ।
ਪਰ ਉਹਦੇ ਬਾਵਜੂਦ ਉਸ ਮਾਹੌਲ ਚੋਂ ਬਾਹਰ ਨਿਕਲਣਾ, ਇੱਕ ਮਨ 'ਚ ਤੁਹਾਡੇ ਹੁੰਦਾ ਨਾ ਦ੍ਰਿੜ ਇਰਾਦਾ ਹੁੰਦਾ ਵੀ ਨਹੀਂ ਕੁਛ ਕਰਨਾ। ਤੁਸੀਂ ਆਪਣੀ ਜ਼ਿੰਦਗੀ 'ਚ ਕੁਛ ਉਹੋ ਜਿਹੀਆਂ ਉਦਾਹਰਨਾਂ ਦੇਖੀਆਂ ਹੁੰਦੀਆਂ, ਹੰਢਾਈਆਂ ਹੁੰਦੀਆਂ। ਡੈਡੀ ਮੇਰੇ ਸਿਵਲ ਦਾ ਡਿਪਲੋਮਾ ਕੀਤਾ GNE, ਅਤੇ ਉਹ ਪੜ੍ਹਨ ਜਾਂਦੇ ਹੁੰਦੇ ਸੀਗੇ ਇੱਥੋਂ ਅੱਧੇ ਗਜ਼ਾਂ ਵਾਲੇ ਸਾਈਕਲ 'ਤੇ, ਅਤੇ ਨਹਿਰੋਂ ਨਹਿਰ ਡੈਡੀ ਕਹਿੰਦੇ ਜਾਣਾ ਅਤੇ ਗਾਰਾ ਲੱਗ ਜਾਣਾ ਟਾਇਰ ਨੂੰ, ਅਤੇ ਫਿਰ ਉਹ ਡੱਕਾ ਲਾਇਆ ਹੁੰਦਾ ਸੀ ਕਹਿੰਦੇ, ਉਹਦੇ ਨਾਲ ਸਾਈਕਲ ਤਾਂ ਭਾਰਾ ਚੱਲਦਾ ਸੀ ਪਰ ਉਹ ਗਾਰਾ ਲਈ ਜਾਂਦਾ ਸੀ। ਸੋ ਇਹੋ ਜਿਹੀਆਂ ਜਦ ਤੁਸੀਂ ਐਗਜ਼ਾਮਪਲਸ ਸੁਣਦੇ ਹੋ ਫਿਰ ਤੁਹਾਨੂੰ ਲੱਗਦਾ ਵੀ ਨਹੀਂ ਸਾਡੇ ਕੋਲ ਤਾਂ ਸਾਧਨ ਹੀ ਬੜੇ ਆ। ਸਾਡਾ ਡੈਡੀ ਤਾਂ ਸਾਨੂੰ ਸਕੂਟਰ 'ਤੇ ਛੱਡ ਕੇ ਆਉਂਦਾ, ਮੇਰੇ ਕੋਲ ਤਾਂ ਸਾਈਕਲ ਹੈਗਾ, ਪੁਰਾਣੇ ਲੋਕਾਂ ਕੋਲ ਸਾਈਕਲ ਵੀ ਨਹੀਂ ਸੀ ਹੁੰਦੇ। ਸੋ ਉਹਨਾਂ ਚੀਜ਼ਾਂ 'ਚ ਤੁਸੀਂ ਪੋਜ਼ੀਟਿਵਿਟੀ ਲੈਂਦੇ ਹੋ, ਅਤੇ ਮੈਨੂੰ ਵੀ ਇਹੀ ਲੱਗਿਆ ਵੀ ਸ਼ਾਇਦ ਤਾਂ ਹੀ ਕੁਛ ਬਣ ਗਏ ਕਿਉਂਕਿ ਸ਼ਾਬਾਸ਼ੇ ਵੀ ਸੀ, ਥਾਪੜਾ ਵੀ ਸੀ। ਬਾਕੀ ਬਜ਼ੁਰਗਾਂ ਨੇ ਦੱਸਿਆ ਹੋਇਆ ਸੀ ਵੀ ਪੁੱਤ ਕੋਈ ਰਾਹ ਨਹੀਂ, ਇੱਕੋ ਹੀ ਰਾਹ ਵਾ, ਉਹ ਰਾਹ ਵਾ ਮਿਹਨਤ ਦਾ। ਜਿੰਨੀ ਵੱਧ ਕਰ ਲਓਗੇ, ਜਿੰਨਾ ਗੁੜ ਪਾ ਲਓਗੇ ਓਨਾ ਮਿੱਠਾ ਹੋਊਗਾ। ਬਿਲਕੁਲ, ਉਹ ਜ਼ਰੂਰ ਪੱਲੇ ਬੰਨਿਆ ਹੋਇਆ। ਬਿਲਕੁਲ। ਤੇ PhD ਤੁਸੀਂ ਉੱਥੇ ਜਾ ਕੇ ਕਰਨੀ ਹੈ, ਇਹ ਰਾਹ ਤੁਹਾਨੂੰ ਕਿਵੇਂ ਲੱਭਿਆ? ਕਿਉਂਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਹਾਂ, ਕਈ ਵਾਰ ਸਾਨੂੰ, ਅਸੀਂ ਗ੍ਰੈਜੂਏਸ਼ਨ ਕਰ ਰਹੇ ਹੁੰਦੇ ਹਾਂ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਸਬਜੈਕਟ ਕਿਹੜੇ ਲੈਣੇ ਨੇ, ਹੈ ਨਾ। ਗਾਈਡੈਂਸ ਨਹੀਂ ਹੁੰਦੀ, ਅਵੇਅਰਨੈਸ ਨਹੀਂ ਹੁੰਦੀ, ਜਾਂ ਕਹਿ ਲਓ ਕਿ ਚਲੋ ਤੁਸੀਂ ਤਾਂ ਖੁਸ਼ਕਿਸਮਤ ਸੀਗੇ ਵੀ ਤੁਹਾਡੇ ਮਾਂ-ਬਾਪ ਪੜ੍ਹੇ ਲਿਖੇ ਸੀਗੇ, ਹੈ ਨਾ, ਤੁਹਾਡੇ ਲਈ ਰਾਹ ਦਸੇਰਾ ਸੀ। ਜਾਂ ਬਹੁਤ ਸਾਰੇ ਨਿਆਣਿਆਂ ਦਾ ਕਈ ਵਾਰੀ ਉਹ ਇਸ ਕਰਕੇ ਵੀ ਪਿੱਛੇ ਰਹਿ ਜਾਂਦੇ ਕਿਉਂਕਿ ਘਰੋਂ ਉਹਨਾਂ ਨੂੰ ਕੋਈ ਗਾਈਡ ਨਹੀਂ ਕਰ ਸਕਦਾ ਹੁੰਦਾ, ਹੈ ਨਾ। ਸੋ ਤੁਸੀਂ ਕਿਵੇਂ ਰਾਹ ਲੱਭਿਆ ਕਿ ਮੈਂ PhD ਕਰਨੀ ਹੈ, ਅਤੇ ਕਰਨੀ ਵੀ ਮੈਂ ਆਸਟ੍ਰੇਲੀਆ ਜਾ ਕੇ ਆ? ਨਿਊ ਸਾਊਥ ਵੇਲਸ ਯੂਨੀਵਰਸਿਟੀ ਤੋਂ ਕੀਤੀ ਹੋਈ ਜੀ, ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ। ਉਹਨਾਂ ਦਿਨਾਂ 'ਚ ਸਾਡਾ 32ਵਾਂ ਨੰਬਰ ਸੀਗਾ ਦੁਨੀਆ 'ਚ ਮੈਡੀਸਨ 'ਚ, ਨਾ। ਅੱਛਾ ਜੀ। ਅਤੇ ਪੜ੍ਹਾਈ ਲਿਖਾਈ 'ਚ ਮੈਂ ਸ਼ੁਰੂ ਤੋਂ ਹੁਸ਼ਿਆਰ ਸੀ, ਜਾਂ ਕਹਿ ਲਓ ਜ਼ਿਆਦਾ ਮਿਹਨਤ ਕਰਦਾ ਸੀ। ਹੁਸ਼ਿਆਰ ਸ਼ਬਦ ਤਾਂ ਚੱਲ ਆਪਾਂ ਨਾਲ ਊਂ ਲਾ ਦਿੰਦੇ ਹਾਂ, ਅਤੇ 8-8 10-10 ਘੰਟੇ ਪੜ੍ਹਾਈ ਲਿਖਾਈ ਮੈਨੂੰ ਕੋਈ ਬਾਹਲੇ ਲੱਗਦੇ ਨਹੀਂ ਸੀ, ਓਨੇ ਕੁ ਮੈਂ ਕਰ ਲੈਂਦਾ ਸੀ। ਸਾਰੀ ਉਮਰ ਵਜ਼ੀਫੇ 'ਤੇ ਰਹੇ। ਜਦੋਂ ਤੁਸੀਂ ਵਜ਼ੀਫੇ 'ਤੇ ਹੁੰਦੇ ਹੋ, ਕੌਨਫੀਡੈਂਸ ਵੀ ਆਉਂਦਾ, ਫਿਰ ਪੜ੍ਹਾਈ ਲਿਖਾਈ ਦੇ ਲਿਹਾਜ਼ ਨਾਲ ਤੁਹਾਨੂੰ ਗਾਈਡ ਕਰਨ ਵਾਲੇ ਵੀ ਚੰਗੇ ਆ ਵੀ ਇਹ ਮੁੰਡਾ ਪੜ੍ਹਨ ਵਾਲਾ। ਮਾਸਟਰ ਵੀ ਤੁਹਾਨੂੰ ਆਪਦੀ ਕੁਰਸੀ ਦੇ ਨਾਲ ਬਿਠਾ ਕੇ ਰੱਖਦੀ ਹੈ ਨਾ। 5ਵੀਂ 'ਚੋਂ ਵਜ਼ੀਫਾ, 8ਵੀਂ 'ਚੋਂ ਵਜ਼ੀਫਾ, 10ਵੀਂ 'ਚੋਂ ਫਿਰ ਗੌਰਮੈਂਟ ਕਾਲਜ ਲੁਧਿਆਣੇ ਮੈਂ ਲੱਗ ਗਿਆ। ਅਤੇ ਬੱਸ ਸਰਵਿਸ ਸੁੱਖ ਨਾਲ ਇੰਨੀ ਕੁ ਸੀ ਵੀ ਇੱਕ ਸਵੇਰੇ ਮਗਰੀ ਸ਼ਾਮ ਨੂੰ, ਕਈ ਵਾਰ ਬੱਸ ਦੇ ਵਿੱਚ ਵੀ ਬੈਠਣ ਦਾ ਮੌਕਾ ਮਿਲ ਜਾਂਦਾ ਸੀ, ਆਮ ਤੌਰ 'ਤੇ ਉੱਤੇ ਹੀ ਬੈਠਣ ਦਾ ਮੌਕਾ ਮਿਲਦਾ ਸੀ। ਪਰ ਸਾਇੰਸ ਦੇ ਟੀਚਰ ਚੰਗੇ ਸੀ, ਕਿਉਂਕਿ ਮੈਂ BSc ਮਾਈਕਰੋਬਾਇਓਲੋਜੀ 'ਚ ਕੀਤੀ ਗੌਰਮੈਂਟ ਕਾਲਜ ਤੋਂ। ਫਿਰ ਮੈਂ ਰੂਰਲ ਕੈਟੇਗਰੀ 'ਚ ਮੈਨੂੰ ਦਾਖਲਾ ਮਿਲ ਗਿਆ ਯੂਨੀਵਰਸਿਟੀ 'ਚ MSc ਬਾਇਓਟੈਕਨੋਲੋਜੀ 'ਚ, ਪਟਿਆਲੇ। ਹਾਂਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੇਰੀ MSc ਸੀ। ਅਤੇ ਮੇਰੇ ਜਿਹੜੇ ਚੰਡੀਗੜ੍ਹ ਵਾਲੇ ਜੀਜਾ ਜੀ, ਉਹਨਾਂ ਨੇ ਕਿਹਾ ਸੀ ਵੀ ਤੂੰ ਬਾਇਓਟੈਕ ਕਰ ਲਾ, ਤੂੰ ਪੜ੍ਹਨ ਨੂੰ ਚੰਗਾ। ਅਤੇ ਉੱਥੋਂ ਮੇਰੀ ਕੈਂਪਸ ਪਲੇਸਮੈਂਟ ਹੋਈ ਦਿੱਲੀ, ਮੈਨੂੰ ਨੌਕਰੀ ਮਿਲ ਗਈ ਵੈਕਸੀਨ ਡਿਵੀਜ਼ਨ 'ਚ। ਪਨੀਸ਼ੀਆ ਬਾਇਓਟੈਕ ਕੰਪਨੀ ਸੀ। 1 ਸਾਲ ਮੈਂ ਦਿੱਲੀ ਸਾਇੰਟਿਸਟ ਰਿਹਾ। ਅਤੇ ਉਦੋਂ ਬਾਅਦ ਮੇਰਾ ਮਿੱਤਰ ਸੀ ਵਰਿੰਦਰਜੀਤ, ਉਹਦੇ ਭੈਣ ਭਣੋਈਆ ਸਿਡਨੀ ਰਹਿੰਦੇ ਸੀ। ਅਤੇ ਵਰਿੰਦਰ ਕਹਿੰਦਾ ਯਾਰ ਮੈਂ PhD ਕਰਨ ਜਾਣਾ, ਮੇਰਾ ਇਕੱਲੇ ਦਾ ਉੱਥੇ ਜੀ ਨਹੀਂ ਲੱਗਣਾ, ਤੂੰ ਦੇਖ ਜੇ ਤੇਰਾ ਮਨ ਮੰਨਦਾ। ਉਦੋਂ ਮੈਂ ਸੋਚਦਾ ਸੀ, ਮੈਂ ਕਿਹਾ ਸ਼ਾਇਦ ਅਮਰੀਕਾ ਵਾਲੇ ਪਾਸੇ ਨੂੰ ਜਾਈਏ ਤਾਂ ਜ਼ਿਆਦਾ ਵਧੀਆ। ਪਰ ਸਾਡੇ ਟੱਬਰ 'ਚੋਂ, ਸਾਡੇ ਪਰਿਵਾਰ 'ਚੋਂ ਕਦੇ ਕੋਈ ਬਾਹਰਲੇ ਮੁਲਕ ਗਿਆ ਨਹੀਂ ਸੀ। ਮੈਂ ਪਹਿਲਾ ਸੀ। ਜਿਵੇਂ ਦੁਆਬੇ ਵਾਲਿਆਂ ਦੇ ਤਾਂ ਹੁੰਦੇ ਨਾ ਵੀ 30-35 ਕੁਨਬਾ, ਪੂਰਾ ਵੱਡਾ ਪਰਿਵਾਰ, ਹੈ ਨਾ, ਵਿਆਹ ਸ਼ਾਦੀਆਂ 'ਤੇ ਜਾਗੋ ਵੀ ਘਰ ਦੇ ਹੀ ਕੱਢ ਲੈਂਦੇ ਬਾਹਰਲੇ ਮੁਲਕਾਂ 'ਚ, ਪਰ ਸਾਡਾ ਕੋਈ ਨਹੀਂ ਸੀ। ਅਤੇ ਵਰਿੰਦਰ ਦੀ ਪ੍ਰੇਰਨਾ ਅਤੇ ਉਹਦੇ ਭੈਣ ਭਣੋਈਏ ਦਾ ਸਾਥ, ਉਸ ਚੱਕਰ 'ਚ ਫਿਰ ਮੈਂ ਆਸਟ੍ਰੇਲੀਆ ਗਿਆ। ਅਤੇ ਉਹਨਾਂ ਦੀ ਮਿਹਨਤ ਵੀ ਸੀ, ਉਹਨਾਂ ਦੇ ਲਿੰਕਸ ਵੀ ਸੀ ਯੂਨੀਵਰਸਿਟੀ 'ਚ ਉੱਥੇ, ਅਤੇ ਉਹਦੇ ਸਦਕੇ ਮੈਨੂੰ ਅਤੇ ਵਰਿੰਦਰ ਦੋਨਾਂ ਨੂੰ ਹੀ ਸਕੋਲਰਸ਼ਿਪ ਮਿਲ ਗਈ ਉੱਥੇ। ਸਿਡਨੀ ਫਾਊਂਡੇਸ਼ਨ ਫॉर ਮੈਡੀਕਲ ਰਿਸਰਚ ਸੀਗੀ, $20,000 ਸਾਲ ਦੀ ਸਾਡੀ ਉਹਦੇ 'ਚ ਸੀਗੀ ਸਕੋਲਰਸ਼ਿਪ, ਵਜ਼ੀਫਾ ਜਿਹੜਾ ਸੀਗਾ। ਅਤੇ ਟੌਪਿਕ ਅਸੀਂ ਚੁਣ ਲਿਆ, ਰੈਜ਼ਿਊਮੇ ਸਾਡਾ ਸੋਲਿਡ ਸੀਗਾ ਦੋਨਾਂ ਦਾ, ਅਤੇ ਸਾਨੂੰ ਸੌਖਿਆਂ ਹੀ ਉਹ ਰਾਹ ਲੱਭ ਗਿਆ ਕਿਉਂਕਿ ਸਾਨੂੰ ਚੰਗੇ ਗਾਈਡ ਕਰਨ ਵਾਲੇ ਮਿਲਦੇ ਰਹੇ। ਅਤੇ ਉੱਥੇ ਫਿਰ PhD ਸ਼ੁਰੂ ਕੀਤੀ। ਅਤੇ ਉੱਥੇ ਜਾਣ ਤੋਂ ਪਹਿਲਾਂ ਇੱਧਰੋਂ ਕੋਈ ਤੁਹਾਡਾ ਐਂਟਰੈਂਸ ਹੋਇਆ, ਜਾਂ ਕਿਵੇਂ ਜਾਂਦੇ ਨੇਗੇ ਇੱਥੋਂ ਲੋਕੀ? ਉੱਥੇ ਮੈਂ ਅਤੇ ਵਰਿੰਦਰ ਵਿਦਿਆਰਥੀ ਵੀਜ਼ੇ 'ਤੇ ਹੀ ਗਏ। ਇੱਕ ਹੋਰ ਕੋਰਸ ਵਿੱਚ ਗਏ ਅਸੀਂ ਵੀ ਉੱਥੇ ਜਾ ਕੇ ਰਾਹ ਲੱਭਾਂਗੇ, ਕਿਉਂਕਿ ਇੱਥੋਂ ਸਕੋਲਰਸ਼ਿਪ ਦਾ ਕੋਈ ਚਾਂਸ ਹੈ ਨਹੀਂ ਸੀ। ਬਿਲਕੁਲ, ਕੋਈ ਰਾਹ ਲੱਭਿਆ ਨਹੀਂ, ਕੋਈ ਰਾਹ ਬਣਿਆ ਨਹੀਂ। ਤਾਂ ਫਿਰ ਮੈਂ ਅਤੇ ਵਰਿੰਦਰ ਨੇ ਉੱਥੇ ਜਾ ਕੇ ਕੋਸ਼ਿਸ਼ ਕੀਤੀ, ਅਤੇ ਪਹਿਲੇ 3 ਮਹੀਨਿਆਂ 'ਚ ਹੀ ਅਸੀਂ ਆਪਦਾ ਕੋਰਸ PhD ਵਿੱਚ ਚੇਂਜ ਕਰ ਲਿਆ ਸੀ। ਬਾਹਲੇ ਲੋਕ PhD ਤਾਂ ਨਹੀਂ ਕਰਦੇ ਕਿਉਂਕਿ ਕਮਿਟਮੈਂਟ ਲੰਬੀ ਆ। ਲੋਕਾਂ ਨੂੰ ਚਾਹੀਦਾ ਥੋੜ੍ਹਾ ਸਮਾਂ, ਬਈ ਹੁਣ ਮੈਂ ਉੱਥੇ ਕਿਉਂਕਿ ਸਟੇਜਾਂ ਕਰਦਾ ਰਿਹਾ, ਤਾਂ ਜਿਹੜੇ ਸਾਡੇ ਮਜ਼ਾਕ 'ਚ ਕਹਿੰਦੇ ਸੀ, ਉਹ ਪ੍ਰੀਤਿੰਦਰ ਪਹਿਲਾਂ ਕੁੱਕਰੀ ਕਰਕੇ ਪੱਕਾ ਹੋ ਜਾ, PhD ਫੇਰ ਕਰ ਲਈ। ਇੱਦਾਂ ਦੀਆਂ ਸਲਾਹਾਂ ਵੀ ਮਿਲ ਹਟੀਆਂ ਸਾਨੂੰ। ਪਰ ਉਹ 4 ਸਾਲ ਲੱਗਣੇ ਆ, ਅਤੇ ਫਿਰ ਤੁਸੀਂ ਜਾ ਕੇ ਆਪਣੀ PR ਦੀ ਫਾਈਲ ਲਾਉਣੀ ਆ। ਅਤੇ ਉਹ ਫਿਰ ਉੱਥੇ ਕਹਾਣੀ ਪੈਂਦੀ ਗਈ, ਅਤੇ ਰਾਹ ਅੱਗੇ ਕਈ ਵਾਰ ਬਣਦਾ ਜਾਂਦਾ। ਕੋਈ ਰੱਬ ਸਬੱਬੀ ਵੀ ਗੱਲਾਂ ਹੁੰਦੀਆਂ। ਬੜੇ ਲੋਕ ਆ ਮੇਰੇ ਤੋਂ ਵਧੀਆ ਪੜ੍ਹਾਈ ਲਿਖਾਈ 'ਚ ਹੋਣਗੇ, ਉਹ ਵਿਚਾਰਿਆਂ ਦਾ ਕੁਛ ਨਾ ਬਣਿਆ ਹੋਊਗਾ।
ਤੇ ਸਾਨੂੰ ਮੋੜ ਆਇਆ ਮੁੜ ਗਏ ਤੇ ਰਾਹ ਲੱਭ ਗਿਆ ਤੇ ਕਹਾਣੀ ਪੈ ਗਈ। ਬਿਲਕੁਲ। ਅੱਜ ਵੀ ਜਦੋਂ ਮੈਂ 2020 ਚ ਜਾ ਕੇ ਆਈ ਹਾਂ, 2019 ਚ ਅਸੀਂ ਗਏ ਸੀਗੇ ਉੱਧਰ, ਹੈ ਨਾ, ਤੇ 2020 ਚ ਮੇਰੇ ਖਿਆਲ ਨਾਲ, ਹਾਂ, ਤਾਂ ਉਦੋਂ ਵੀ ਜਿੰਨੇ ਕੁ ਲੋਕਾਂ ਨੂੰ ਉੱਥੇ ਅਸੀਂ ਮਿਲ ਸਕੇ ਤਾਂ ਉਹਨਾਂ ਨੇ ਕਿਹਾ ਕਿ ਸਟੂਡੈਂਟ ਲਾਈਫ ਇੱਥੇ ਬਹੁਤ ਔਖੀ ਆ, ਬਹੁਤ ਸੰਘਰਸ਼ ਆ ਇੱਥੇ, ਹੈ ਨਾ। ਤੁਸੀਂ ਮੈਨੂੰ ਲੱਗਦਾ ਚਲੇ ਗਏ ਸੀ 2007-8 ਦੇ ਵਿੱਚ ਉੱਧਰ। ਮੈਂ 2004 ਚ 2004 ਚ ਗਏ। ਹਾਂਜੀ, ਤਾਂ ਤਕਰੀਬਨ 17 ਸਾਲ ਪਹਿਲਾਂ। ਉਦੋਂ ਕੀ ਹਾਲਾਤ ਸੀਗੇ ਉੱਥੇ ਸਟੂਡੈਂਟ ਲਾਈਫ ਦੇ, ਜਾਂ ਤੁਹਾਡੀ ਸਟੂਡੈਂਟ ਲਾਈਫ ਕਿਵੇਂ ਰਹੀ? ਵਿਦਿਆਰਥੀ ਜੀਵਨ ਕੋਈ ਸ਼ੱਕ ਨਹੀਂ ਕਾਫੀ ਮੁਸ਼ਕਲਾਂ ਭਰਿਆ ਉੱਥੇ। ਜਿਵੇਂ ਇੱਥੇ ਆਪਾਂ ਪਿੰਡਾਂ 'ਚ ਕਹਿੰਦੇ ਆ ਨਾ, ਹਾਲ ਛੱਡ ਕੇ ਚਰੀ ਨੂੰ ਜਾਣਾ ਜੱਟਾ ਤੇਰੀ ਜੂਨ ਬੁਰੀ। ਸਟੂਡੈਂਟ ਲਾਈਫ ਵੀ ਉੱਦਾਂ ਦੀ ਹੋਈ ਆ। ਪੜ੍ਹਾਈ ਲਿਖਾਈ ਵੀ ਕਰਨੀ ਆ ਨਾਲ, ਤੁਸੀਂ ਆਪਣੀਆਂ ਫੀਸਾਂ ਕੱਢਣੀਆਂ, ਹੈ ਨਾ। ਅਤੇ ਪਰ ਸਾਡੇ ਕੋਲ ਸਪੋਰਟ ਸਿਸਟਮ ਸੀਗਾ। ਵਰਿੰਦਰ ਦੇ ਭੈਣ ਅਤੇ ਜੀਜਾ ਜੀ ਉੱਥੇ ਸੀ, ਸਾਨੂੰ ਸੋ ਉਹਨਾਂ ਦਾ ਸਾਥ ਮਿਲ ਗਿਆ। ਅਤੇ ਘਰ ਆਉਣਾ ਤਾਂ ਰੋਟੀ ਪੱਕੀ ਪਕਾਈ ਮਿਲਣੀ, ਭੈਣ ਨੇ ਕੱਪੜੇ ਧੋ ਦੇਣੇ, ਅਤੇ ਉਹਦੇ ਕਰਕੇ ਸਾਨੂੰ ਸਹੂਲਤ ਸੀ। ਪਰ ਡੈਫੀਨੇਟਲੀ ਮੁਸ਼ਕਲਾਂ ਕਾਫੀ ਆਈਆਂ। ਇੱਕ ਜਿਹੜਾ ਮਰ ਜਾਣਾ ਸੌਖਾ, ਮਰ ਜਾਣ ਦੇ ਡਰ ਨਾਲ ਜਿਉਣਾ ਬਹੁਤ ਔਖਾ। PR ਮਿਲ ਜੇ ਤਾਂ ਸੌਖੀ ਆ, ਪਰ ਜਦ ਤੱਕ PR ਨਹੀਂ ਹੁੰਦੀ ਉਹ ਜਿਹੜਾ ਦੇਹੜੀ 'ਚ ਬਹਿਣਾ ਨਾ ਉਹ ਬੜਾ ਔਖਾ। ਪੰਜਾਬੀ ਜਿਹਨੂੰ ਕੁੱਤੇ ਝਾਕ ਕਹਿੰਦੇ ਆਪਣੇ, ਅਤੇ ਉਹ ਬੜਾ ਔਖਾ ਜਿਹਾ ਸਮਾਂ ਹੁੰਦਾ ਵੀ ਕਿਹੜਾ ਵੇਲਾ ਆਵੇ, ਕਿਹੜਾ ਦਿਨ ਆਵੇ। ਜਾਂਦੇ ਭਾਵੇਂ ਆਪਾਂ ਪੜ੍ਹਨੀ ਆ, ਪਰ ਮਨ 'ਚ ਇਹ ਜ਼ਰੂਰ ਹੁੰਦਾ ਵੀ ਇੰਨਾ ਗੁੜ ਪਾਇਆ, ਇੰਨੀ ਮਿਹਨਤ ਕੀਤੀ ਆ, ਵੀ ਜੇ PR ਤੋਂ ਬਿਨਾਂ ਪਿੰਡ ਮੁੜਨਾ ਪੈ ਗਿਆ ਤਾਂ ਔਖਾ ਹੋ ਜਾਣਾ। ਇੱਕ ਆਪਣੇ ਜਿਹੜੇ ਸਟੂਡੈਂਟ ਨੇ ਜਾਂਦੇ ਇੱਥੋਂ ਵਿਦਿਆਰਥੀ, ਆਪਾਂ ਤਾਂ ਗੁਆਂਢੀ ਨੂੰ ਵੀ ਦੱਸ ਕੇ ਨਹੀਂ ਜਾਂਦੇ, ਤਾਂ ਫਿਰ ਮੂੰਹ ਕਿਹੜੇ ਨਾਲ ਮੁੜਨਾ। ਇਹ ਵੀ ਇੱਕ ਲੋ ਕਲਾਸ ਸੁਸਾਇਟੀ, ਇੱਕ ਇਨਵੈਸਟਮੈਂਟ ਏਡੀ ਹੋਈ ਹੁੰਦੀ ਆ, ਮਾਪਿਆਂ ਨੇ ਤੁਹਾਨੂੰ ਪੜ੍ਹਨ ਭੇਜਿਆ ਹੁੰਦਾ, ਸੋ ਕਾਫੀ ਚੀਜ਼ਾਂ ਹੁੰਦੀਆਂ, ਦਬਾਅ ਹੁੰਦਾ। ਉਸ ਚੀਜ਼ ਦੇ ਦਬਾਅ ਨਾਲ ਜਿਉਣਾ ਵੀ ਕਾਫੀ ਔਖਾ। ਜ਼ਿੰਦਗੀ 'ਚ ਕਾਮਯਾਬੀ ਹਾਸਲ ਕਰਨੀ ਆ, ਪੱਕੇ ਹੋਣਾ ਵਾ, ਉਸ ਤੋਂ ਬਾਅਦ ਨੌਕਰੀ ਲੱਭਣੀ ਆ, ਘਰ-ਬਾਰ ਬਣਾਉਣਾ, ਸੋ ਉਹ ਸੰਘਰਸ਼ ਤਾਂ ਹੈਗਾ ਹੀ ਆ। ਬਿਲਕੁਲ। ਮੈਂਟਲ ਹੈਲਥ ਵੀ ਉੱਥੇ ਸਟੂਡੈਂਟਸ ਦੀ ਬਹੁਤ ਸਫਰ ਕਰਦੀ ਹੈ, ਹੈ ਨਾ। ਤਾਂ ਉਹਦੇ ਲਈ ਤੁਸੀਂ ਕੁਝ ਖਾਸ ਕਹਿਣਾ ਚਾਹੋਗੇ ਕਿ ਕੀ ਕਾਰਨ ਰਹਿੰਦੇ ਹੋਣਗੇ? ਜਿਵੇਂ ਮੈਂ ਕਿਸੇ ਨਾਲ ਗੱਲ ਕਰ ਰਹੀ ਸੀ, ਉਹ ਕਹਿੰਦੇ ਕਿ ਅਸੀਂ ਉਹ ਵੀ ਥੋੜ੍ਹਾ ਜਿਹਾ ਮੀਡੀਆ ਨਾਲ ਜੁੜੇ ਹੋਣ ਕਰਕੇ, ਉਹ ਕਹਿੰਦੇ ਵੀ ਅਸੀਂ 7-8 ਮੁੰਡੇ ਰਹਿੰਦੇ ਹਾਂ ਘਰੇ, ਅਤੇ ਜਿੰਨੇ ਜਦੋਂ ਮਤਲਬ ਘਰ ਕੰਮਾਂ ਤੋਂ ਘਰੇ ਆ ਜਾਂਦੇ ਨੇਗੇ, ਕਹਿੰਦੇ ਅਸੀਂ ਨਹੀਂ ਕਦੇ ਇਹ ਕੀਤਾ ਹੈਗਾ ਕਿ ਜਾ ਕੇ ਆਪਦੇ ਕਮਰਿਆਂ 'ਚ ਬੈਠ ਕੇ ਜਾਂ ਆਪਦੇ ਫੋਨ ਲੈ ਕੇ ਬੈਠ ਕੇ, ਕਹਿੰਦੇ ਅਸੀਂ ਡੇਲੀ 2 ਘੰਟੇ ਬੈਠ ਕੇ ਮਤਲਬ ਰੋਟੀ ਇਕੱਠੇ ਬਣਾਉਂਦੇ ਹਾਂ, ਪਕਾਉਂਦੇ ਹਾਂ, ਖਾਂਦੇ ਹਾਂ, ਅਤੇ ਅਸੀਂ ਗੱਲ ਜ਼ਰੂਰ ਕਰਦੇ ਹਾਂ, ਤਾਂ ਕਿ ਕਿਸੇ ਦੇ ਦਿਮਾਗ 'ਚ ਕੋਈ ਗੱਲ ਨਾ ਪਈ ਰਹਿ ਜਾਵੇ, ਅਤੇ ਉਹ ਇਹ ਨਾ ਹੋਵੇ ਵੀ 6 ਮਹੀਨਿਆਂ ਤੋਂ ਕੋਈ ਏਡੀ ਵੱਡੀ ਆ ਗਈ ਕਿ ਉਹ ਨੌਬਤ ਸੁਸਾਈਡ ਤੱਕ ਆ ਗਈ ਆ, ਹੈ ਨਾ, ਜਾਂ ਫਿਰ ਉਹ ਵੈਸੇ ਹੀ ਡਿਪਰੈਸ਼ਨ 'ਚ ਚਲਿਆ ਗਿਆ। ਤੁਹਾਨੂੰ ਕਿਹੜੀਆਂ ਹੋਰ ਉੱਥੇ ਚੁਣੌਤੀਆਂ ਲੱਗੀਆਂ ਵੀ, ਜਾਂ ਮੈਂਟਲ ਹੈਲਥ 'ਤੇ ਕੁਛ ਕਹਿਣਾ ਚਾਹੋਗੇ ਤੁਸੀਂ? ਮੈਂਟਲ ਹੈਲਥ ਡੈਫੀਨੇਟਲੀ ਇੱਕ ਬਹੁਤ ਵੱਡਾ ਚੈਲੰਜ ਆ, ਪਰ ਜੇ ਸਾਥ ਚੰਗਾ ਮਿਲ ਜੇ ਨਾ ਤਾਂ ਇਹ ਗੱਲ ਵੀ ਕੁਛ ਨਹੀਂ। ਬਹੁਤ ਸਾਰੇ ਨੌਜਵਾਨ ਨੇ ਖਾਸ ਤੌਰ 'ਤੇ ਜਿਹੜੇ ਵਿਦਿਆਰਥੀ ਵੀਜ਼ੇ 'ਤੇ ਜਾਂਦੇ ਆ, ਜਿਹੜੇ ਮੈਂ ਦੇਖਿਆ ਸ਼ਰਾਬ ਦਾ ਸਹਾਰਾ ਲੈਂਦੇ ਆ ਉੱਥੇ। ਖਾਸ ਤੌਰ 'ਤੇ ਜਿਹੜੇ ਆਹ ਮੁੰਡੇ ਜਾਂਦੇ ਆ ਨਾ, ਅਤੇ ਅਸੀਂ ਹਾਸੇ 'ਚ ਇੱਕ ਚੁਟਕਲਾ ਵੀ ਬਣਾਇਆ। ਉਹ ਕਹਿੰਦਾ ਭਾਜੀ ਆਸਟ੍ਰੇਲੀਆ ਬੰਦਾ ਕਿੰਨੀ ਕੁ ਦੇਰ ਸੈੱਟ ਹੋ ਜਾਂਦਾ? ਉਹ ਕਹਿੰਦਾ ਭਰਾਵਾ ਮੈਂ ਤਾਂ ਆਦੀਏ ਨਾਲ ਵੀ ਹੋ ਜਾਂਦਾ। ਇਹ ਹੁਣ ਤੇਰੀ ਕਪੈਸਿਟੀ ਆ, ਤੂੰ ਕਿੰਨੇ ਕੁ ਸੈੱਟ ਹੁੰਦਾ। ਸੋ ਕਈ ਲੋਕ ਉੱਦਾਂ ਦੇ ਸਹਾਰੇ ਵੀ ਲੈਂਦੇ ਆ। ਪਰ ਜਿਹੜੀ ਗੱਲ ਤੁਸੀਂ ਕਹੀ ਨਾ, ਤੁਹਾਡਾ ਸਪੋਰਟ ਸਿਸਟਮ ਕੀ ਆ, ਤੁਹਾਡੇ ਯਾਰ ਦੋਸਤ ਸੱਜਣ ਪਿਆਰੇ ਕੀ ਆ। ਇੱਕ ਵਾਰ ਮੈਂ ਮਨਮੋਹਨ ਵਾਰਸ ਹੋਣਾ ਦਾ ਵਿਰਸਾ ਸ਼ੋਅ ਕੀਤਾ ਸੀ, ਮੈਂ ਸਟੇਜ ਹੋਸਟ ਵੀ ਹਾਂ। ਉਹਦੇ 'ਚ ਵਾਰਸ ਹੋਣਾ ਨੇ ਇੱਕੋ ਹੀ ਗੱਲ ਕਹੀ, ਕਹਿੰਦੇ ਜਿਵੇਂ ਕੈਨੇਡਾ ਜਾਂਦੇ ਹੋ, ਅਮਰੀਕਾ ਜਾਂਦੇ ਹੋ, ਉੱਥੇ ਤੁਹਾਨੂੰ ਰਿਸ਼ਤੇਦਾਰ ਭੈਣ ਭਾਈਆਂ 'ਤੇ ਡਿਪੈਂਡ ਹੋਣਾ ਪੈਣਾ। ਇੱਥੇ ਬਾਹਲੇ ਲੋਕ ਉਹ ਨੇ ਜਿਹਨੇ ਆਪਣਾ ਨਾਲ ਦਾ ਪਿੰਡ ਦਾ ਮੁੰਡਾ ਸੱਦਿਆ ਹੋਇਆ, ਆਪਣਾ ਯਾਰ ਦੋਸਤ ਸੱਦਿਆ ਹੋਇਆ। ਸੋ ਯਾਰੀਆਂ ਦੋਸਤੀਆਂ ਨਿਭ ਜਾਂਦੀਆਂ, ਕਈ ਵਾਰ ਰਿਸ਼ਤੇਦਾਰੀਆਂ ਨਿਭਦੀਆਂ ਨਹੀਂ। ਸੋ ਯਾਰ ਦੋਸਤ ਇੱਕ ਦੂਜੇ ਦਾ ਸਪੋਰਟ ਬਣਦੇ ਆ, ਇੱਕ ਦੂਜੇ ਦੀ ਸਪੋਰਟ ਕਰਦੇ ਆ। ਜੇ ਕਿਤੇ ਕੋਈ ਨੌਕਰੀ ਲੱਗਿਆ, ਉਹਨੇ ਆਪਦੇ ਨਾਲ ਦੇ ਨੂੰ ਨੌਕਰੀ ਲਵਾ ਦੇਣੀ ਆ। ਹੁਣ ਜੇ ਸਟੇਸ਼ਨ ਤੋਂ ਜਾਣਾ ਤਾਂ ਨਾਲ ਉਹਨੂੰ ਲੈ ਗਿਆ, ਇੱਕ ਨੇ ਕਾਰ ਲਈ ਤਾਂ 4 ਨੇ ਵਿੱਚ ਬਹਿ ਜਾਣਾ, 4 ਨੇ ਪੈਸੇ ਪਾ ਲੈਣੇ ਆ। ਸਿਸਟਮ ਆਪਦੇ ਘਰ 'ਚ ਇੱਕ ਨੇ ਸੋਫਾ ਲਿਆ ਤਾਂ ਦੂਜੇ ਨੇ ਟੈਲੀਵਿਜ਼ਨ ਲੈ ਲੈਣਾ। ਸੋ ਇੱਕ ਹੈ ਨਾ ਆਪਣਾ ਇੱਕ ਸਿਸਟਮ ਜਿਹਾ ਵਿਦਿਆਰਥੀ ਡਿਵੈਲਪ ਕਰ ਲੈਂਦੇ ਆ, ਅਤੇ ਇੱਕ ਦੂਜੇ ਦਾ ਫਿਰ ਉਹ ਸਹਿਯੋਗ ਵੀ ਤਾਂ ਹੁੰਦਾ ਹੀ ਆ। ਉਹਨਾਂ ਚੀਜ਼ਾਂ ਨਾਲ ਜਦ ਤੁਸੀਂ ਸ਼ਾਮ ਨੂੰ 2-4 ਘੰਟੇ ਇਕੱਠੇ ਬੈਠਦੇ ਹੋ, ਕਿਸੇ ਦੇ ਤਵਾ ਲਾਤਾ, ਕਦੇ ਬੋਲੀਆਂ ਪਾਉਣ ਲੱਗ ਗਏ, ਕਦੇ ਇਕੱਠੇ ਘੁੰਮਣ ਚਲੇ ਗਏ, ਉਹ ਚੀਜ਼ਾਂ ਫਿਰ ਤੁਹਾਡੇ ਮਾਨਸਿਕ ਤਣਾਅ ਨੂੰ ਘਟਾਉਂਦੀਆਂ। ਬਿਲਕੁਲ। ਭਾਵੇਂ ਤੁਹਾਡੀ ਪੜ੍ਹਾਈ ਹੈ ਜਿਹੜੀ, ਉਹ ਮਤਲਬ ਪੜ੍ਹਾਈ 'ਚ ਤੁਸੀਂ ਚੰਗੇ ਸੀ, ਤੁਸੀਂ PhD ਲਈ ਉੱਧਰ ਵੀ ਚਲੇ ਗਏ, ਤਾਂ ਇਹ PhD ਫਿਰ ਤੁਸੀਂ ਕਿੰਨੇ ਕੁ ਸਮੇਂ 'ਚ ਕੰਪਲੀਟ ਕੀਤੀ? ਪਰ ਤੁਹਾਡੇ ਲਈ ਵੀ ਕੁਛ ਨਾ ਕੁਛ ਤਾਂ ਦਿੱਕਤਾਂ ਰਹੀਆਂ ਹੋਣੀਆਂ ਨੇ ਉੱਥੇ, ਲੈਂਗੁਏਜ ਨੂੰ ਲੈ ਕੇ ਜਾਂ ਉੱਥੋਂ ਦੇ ਕਲਚਰ ਨੂੰ ਲੈ ਕੇ। ਬਹੁਤ ਫਰਕ ਪੈਂਦਾ ਇਸ ਚੀਜ਼ ਦਾ। ਇੱਕ ਨਵੇਂ ਮਾਹੌਲ 'ਚ ਤੁਸੀਂ ਜਾਂਦੇ ਹੋ, ਖਾਸ ਤੌਰ 'ਤੇ ਪਿੰਡ ਦਾ ਜੀਵਨ ਅਤੇ ਹੈ ਨਾ ਸ਼ਹਿਰ ਦਾ ਜੀਵਨ, ਅਤੇ ਇੱਕਦਮ
ਬਾਹਰਲੇ ਮੁਲਕ ਦਾ ਜੀਵਨ, ਇਹ ਬੜੀਆਂ ਅਲੱਗ-ਅਲੱਗ ਚੀਜ਼ਾਂ। ਪਰ ਤੁਸੀਂ ਕੋਸ਼ਿਸ਼ ਕਰਦੇ ਹੋ ਐਕਲੇਮੇਟਾਈਜ਼ ਹੋਣ ਦੀ, ਜਿਹੜੀ ਸੋਸ਼ਲ ਕੋਹੇਜਨ ਆ। ਜਦੋਂ ਮੈਂ ਗਿਆ ਉਦੋਂ ਮੇਰੀ ਅੰਗਰੇਜ਼ੀ ਕੋਈ ਬਹੁਤੀ ਚੰਗੀ ਨਹੀਂ, ਅਤੇ ਅਸੀਂ ਤਾਂ ਹੁਣ ਪਿੰਡਾਂ ਦੇ ਸਕੂਲ ਦੇ ਤੁਹਾਨੂੰ ਦੱਸਿਆ ਜਿਵੇਂ ਤੱਪੜ ਮਾਰਕਾ ਸਕੂਲਾਂ ਦੇ ਪੜ੍ਹੇ, ਅਤੇ ਗਿਆਨੀ ਗੁਰਬਖਸ਼ ਹੋਣੀ ਸਾਨੂੰ ਟਿਊਸ਼ਨ ਪੜ੍ਹਾਉਂਦੇ ਹੁੰਦੇ ਸੀ। ਟੈਂਸ ਚਾਰਟ ਅਸੀਂ ਬੜਾ ਘੋਟਾ ਲਾਇਆ ਹੋਣਾ। I write a letter. Do I write a letter? I do not write a letter. A letter is written by me. ਹੈ ਨਾ, ਇਹ ਹੁੰਦਾ ਸੀ ਨਾ, ਇਹ ਆਪਾਂ ਨੂੰ ਸਿਖਾਉਂਦੇ ਹੁੰਦੇ ਸੀ। I wrote a letter. Did I write a letter? I did not write a letter. A letter was written by me. ਉਹ ਰੱਟਾਫਿਕੇਸ਼ਨ ਤੋਂ ਉਹਨੂੰ ਐਕਚੁਅਲ 'ਚ ਪ੍ਰੈਕਟਿਸ 'ਚ ਲਿਆਉਣਾ ਅੰਗਰੇਜ਼ੀ ਨੂੰ, ਇਹ ਆਪਣੇ ਆਪ 'ਚ ਇੱਕ ਵੱਡਾ ਚੈਲੰਜ ਸੀ, ਕਿਉਂਕਿ ਜਿਹੜੇ ਲੋਕਾਂ ਨਾਲ ਤੁਹਾਡਾ ਮੁਕਾਬਲਾ ਉਹ ਤਾਂ ਅੰਗਰੇਜ਼ੀ ਦਾ ਕੁਤਰਾ ਕਰਦੇ ਆ, ਅਤੇ ਤੁਸੀਂ ਹਜੇ ਜੋੜ ਤੋੜ ਕਰਕੇ ਕਿਵੇਂ ਨਾ ਕਿਵੇਂ ਹੈ ਨਾ ਖੂੰਜੇ ਲੱਗੇ ਬੈਠੇ ਹੋ, ਡਰਦੇ ਹੋ। ਮੇਰੇ ਯਾਦ ਆ ਜਦ ਮੈਂ PhD ਕਰਦਾ ਸੀ, ਸਾਡਾ ਉਹ ਓਨਕੋਲੋਜੀ ਰਿਸਰਚ ਸੈਂਟਰ ਸੀ ਪ੍ਰਿੰਸ ਆਫ ਵੇਲਸ ਹਸਪੀਟਲ ਦਾ। ਮੈਨੂੰ ਬਸ ਇਹੀ ਮੈਂ ਅਰਦਾਸ ਕਰੀ ਜਾਣਾ ਵੀ ਫੋਨ ਨਾ ਵੱਜ ਜੇ ਕਿਤੇ, ਕਿਉਂਕਿ ਜੇ ਮੈਂ ਬੈਠਾ ਤਾਂ ਫੋਨ ਮੈਂ ਅਟੈਂਡ ਕਰਨਾ, ਅਤੇ ਜੇ ਮੈਨੂੰ ਉਹ ਗੱਲ ਸਮਝ ਨਾ ਆਈ ਤਾਂ ਮੈਂ ਆਪਣੀ ਪ੍ਰੋਫੈਸਰ ਪੈਮ ਰਸਲ ਨੂੰ ਮੈਸੇਜ ਡਿਲੀਵਰ ਕੀ ਕਰੂੰ ਜਦ ਮੈਨੂੰ ਆਪ ਹੀ ਨੂੰ ਨਾ ਪਤਾ ਲੱਗਿਆ। ਅਤੇ ਮੈਂ ਲੁਕਦੇ ਜਿਹੇ ਨੇ ਫਰਨਾ ਵੀ ਜੇ ਇੱਥੇ ਕੋਈ ਹੁਣ ਹੈ ਨਹੀਂ ਤਾਂ ਮੈਂ ਵੀ ਹੌਲੀ ਕਰਨੇ ਲੈਬ 'ਚ ਨੂੰ ਖਿਸਕ ਜਾ, ਦਿਮਾਗੀ ਬੋਝ ਹੈ ਨਾ। ਬਾਕੀ ਤੁਸੀਂ ਦੁਨੀਆ ਜਹਾਨ ਦੇ ਸਾਇੰਟਿਸਟ ਆ, ਉਹਨਾਂ ਸਾਹਮਣੇ ਪ੍ਰੈਜੈਂਟੇਸ਼ਨ ਦੇਣੀ ਆ, ਉਹਨਾਂ ਨੂੰ ਦੱਸਣਾ ਵੀ ਭਾਈ ਮੈਂ ਆਪਣੀ ਰਿਸਰਚ ਵਿੱਚ ਕੀ ਖੱਟਿਆ ਕੀ ਪਾਇਆ। ਉਸ ਚੀਜ਼ ਲਈ ਤੁਹਾਨੂੰ ਕਈ ਵਾਰ ਰਾਤਾਂ ਬਹਿ ਕੇ ਪ੍ਰੈਕਟਿਸ ਕਰਨੀ ਪੈਂਦੀ ਆ। ਜੇ ਮੇਰੀ ਹੁਣ ਮੈਂ ਯੂਨੀਵਰਸਿਟੀ 'ਚ ਮਰਕ ਸ਼ਾਰਪ ਐਂਡ ਡੋਮ ਸਾਡੇ ਅਵਾਰਡ ਸੀਗਾ, ਯੰਗ ਸਾਇੰਟਿਸਟ ਦਾ ਅਵਾਰਡ ਮਿਲਿਆ ਮੈਨੂੰ 2007 ਦਾ। ਉਹ ਇਸ ਕਰਕੇ ਨਹੀਂ ਵੀ ਮੇਰੀ ਸਾਇੰਸ ਜਾਂ ਮੇਰੀ ਰਿਸਰਚ ਚੰਗੀ ਸੀ, ਉਸ ਦਿਨ ਮੇਰੀ ਡਿਲੀਵਰੀ ਚੰਗੀ ਸੀ। ਉਹ ਕਿਸ ਤਰ੍ਹਾਂ ਦਾ ਦਿਨ ਚੜ੍ਹਿਆ ਸੀ, ਜਿਵੇਂ ਹੈ ਨਾ, ਉਹ ਉਸ ਤਰ੍ਹਾਂ ਦਾ ਦਿਨ ਚੜ੍ਹਿਆ ਵੀ ਉਸ ਦਿਨ ਮੈਨੂੰ ਉਹ ਪ੍ਰਾਈਜ਼ ਮਿਲ ਗਿਆ। ਨਹੀਂ, ਮੇਰੇ ਵਰਗੇ ਹੋਰ ਸਾਇੰਸਦਾਨ ਬਹੁਤ ਸੀ ਉੱਥੇ, ਪਰ ਉਹ ਬਣਦਾ ਕਿਵੇਂ ਆ? ਜ਼ਿਆਦਾ ਗੁੜ ਪਾਉਣ ਨਾਲ, ਜ਼ਿਆਦਾ ਮਿਹਨਤ ਕਰਨ ਨਾਲ, ਰਾਤਾਂ ਬੈਠਣ ਨਾਲ, 8-8 10-10 ਘੰਟੇ, 11-11 12-12 ਘੰਟੇ ਜੇ ਤੁਸੀਂ ਕੋਈ ਚੀਜ਼ ਕਰੀ ਜਾਣੀ ਹੈ, ਪ੍ਰੈਕਟਿਸ ਕਰੀ ਜਾਣੀ ਹੈ। ਜਿਵੇਂ ਪਿਆਰ ਕਰਨ ਦੀ ਕੋਈ ਟ੍ਰੇਨਿੰਗ ਨਹੀਂ, ਪਿਆਰ ਕਰਨ ਲੱਗ ਜਾਓ ਪਿਆਰ ਹੋਣ ਲੱਗ ਜਾਂਦਾ। ਗੱਲਾਂ ਕਰਨ ਦੀ ਕੋਈ ਟ੍ਰੇਨਿੰਗ ਨਹੀਂ, ਗੱਲਾਂ ਕਰਨ ਲੱਗ ਜਾਓ ਗੱਲਾਂ ਹੋਣ ਲੱਗ ਜਾਂਦੀਆਂ। ਉਵੇਂ ਕੋਈ ਵੀ ਕੰਮ ਆ, ਜੇ ਤੁਸੀਂ ਮਿਥ ਲਿਆ ਵੀ ਮੈਂ ਕਰਨਾ ਤਾਂ ਫਿਰ ਕਰਨਾ ਹੀ ਆ ਨਾ। ਅਤੇ ਇੱਕ ਮੇਰੇ ਨਾਂ ਦੇ ਨਾਲ ਸਿੰਘ ਲੱਗਿਆ ਹੋਇਆ, ਅਤੇ ਉਸ ਸਿੰਘ ਨਾਂ ਦੀ ਲਾਜ ਵੀ ਰੱਖਣੀ ਆ। ਇਹ ਕੁਛ ਚੀਜ਼ਾਂ ਹੁੰਦੀਆਂ ਜਿਨ੍ਹਾਂ ਦਾ ਬੋਝ ਲੈ ਕੇ ਤੁਹਾਨੂੰ ਤੁਰਨਾ ਪੈਂਦਾ। ਅਤੇ ਆਪਣੇ ਮਨ 'ਚ ਇੱਕ ਇਹ ਵੀ ਬੋਝ ਹੁੰਦਾ ਵੀ ਯਾਰ ਆਪਾਂ ਤੱਪੜ ਮਾਰਕਾ ਸਕੂਲਾਂ ਦੇ ਪੜ੍ਹੇ ਹੋਏ ਹਾਂ, ਆਪਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਜ਼ੋਰ ਲਾਉਣਾ ਪੈਣਾ। ਅਤੇ ਉਹ ਫਿਰ ਮੈਂ ਕੈਂਸਰ ਕੌਂਸਲ ਦੀਆਂ ਜਿੰਨੀਆਂ ਮੀਟਿੰਗ ਸੀਗੀਆਂ ਉਹ ਵੀ ਅਟੈਂਡ ਕਰਨੀਆਂ, ਨਾਲ USA ਲਾਸ ਐਂਜਲਸ ਜਾਣਾ ਕੈਂਸਰ ਕਾਨਫਰੰਸ 'ਤੇ, ਉੱਥੇ ਡਾਟਾ ਪ੍ਰਜੈਂਟ ਕਰਨਾ, ਵਜੀਫੇ ਵਜੂਫੇ ਉੱਥੇ ਵੀ ਬੜੇ ਲੱਗੇ। ਮਿਹਨਤ ਇੱਕ ਸ਼ਬਦ ਆ ਜਿਹਦੇ 'ਤੇ ਮੈਂ ਨਿਬੇੜਦਾ ਗੱਲ, ਉਹ ਤੁਹਾਨੂੰ ਜ਼ਿਆਦਾ ਕਰਨਾ ਪੈਂਦਾ ਥੋੜ੍ਹਾ ਜਿਹਾ। ਜੇ ਤਾਂ ਹੁਣ ਹੱਥ ਛੱਡ ਦੋਗੇ ਸਕੂਟਰ ਤੋਂ ਫਿਰ ਤਾਂ ਡਿੱਗੋਗੇ ਨਾ, ਹੱਥ ਘੁੱਟ ਕੇ ਪਾਉਣਾ ਪੈਂਦਾ ਤਾਂ ਹੈ ਹੀ ਹੈ। ਕੀ ਤੁਹਾਡੀ ਖੋਜ ਰਹੀ, ਜਾਂ ਸਾਨੂੰ ਥੋੜ੍ਹਾ ਜਿਹਾ ਹੋਰ ਥੋੜ੍ਹੇ ਡਿਟੇਲ 'ਚ ਦੱਸੋ ਵੀ PhD ਤੁਸੀਂ ਕੈਂਸਰ ਮੈਡੀਸਨ ਦੇ ਉੱਪਰ ਕੀਤੀ, ਇਹਦੇ ਵਿੱਚ ਤੁਸੀਂ ਕੀ ਕੰਮ ਕੀਤਾ, ਕੀ ਨਵੀਆਂ ਚੀਜ਼ਾਂ ਤੁਸੀਂ ਮਤਲਬ ਡਿਸਕਵਰ ਕੀਤੀਆਂ ਕੈਂਸਰ ਨੂੰ ਲੈ ਕੇ ਜਾਂ ਕੈਂਸਰ ਦੇ ਇਲਾਜਾਂ ਨੂੰ ਲੈ ਕੇ? ਕੈਂਸਰ ਇੱਕ ਬੜੀ ਭਿਆਨਕ ਅਤੇ ਨਾਮੁਰਾਦ ਬਿਮਾਰੀ ਆ। ਇਹਦੇ 'ਤੇ ਦੁਨੀਆ ਜਹਾਨ 'ਚ ਬੜੀ ਰਿਸਰਚ ਹੋ ਰਹੀ ਆ, ਬੜੀਆਂ ਖੋਜਾਂ ਹੋ ਰਹੀਆਂ, ਅਤੇ ਸਾਡੀ ਲੈਬੋਰਟਰੀ ਉਹਨਾਂ ਲੈਬਸ ਵਿੱਚੋਂ ਇੱਕ ਸੀਗੀ। ਅਤੇ ਮੇਰਾ ਜਿਹੜਾ ਕੰਮ ਸੀ ਉਹ ਇਹ ਸੀ ਕਿ ਦਵਾਈਆਂ ਦੀ ਟੌਕਸਿਸਿਟੀ ਨੂੰ ਕਿਵੇਂ ਘਟਾਉਣਾ। ਕੈਂਸਰ ਦੀਆਂ ਹਜ਼ਾਰਾਂ ਦਵਾਈਆਂ ਹੈਗੀਆਂ, ਪਰ ਜੇ ਉਹ ਦਵਾਈਆਂ ਨੂੰ ਉਸ ਡੋਜ਼ ਵਿੱਚ ਦੇ ਦਿੱਤਾ ਜਾਵੇ ਤਾਂ ਬੰਦਾ ਕੈਂਸਰ ਨਾਲ ਨਹੀਂ, ਉਹ ਦਵਾਈ ਨਾਲ ਮਰ ਜਾਊਗਾ। ਇੰਨੀਆਂ ਮਤਲਬ ਜਾਣੀ ਉਹ ਜ਼ਹਿਰੀਲੀਆਂ ਦਵਾਈਆਂ ਨੇ। ਮੇਰੇ ਪ੍ਰੋਜੈਕਟ ਦਾ ਮਕਸਦ ਸੀ ਉਹਦਾ ਥੈਰਾਪੈਟਿਕ ਇੰਡੈਕਸ ਵਧਾਉਣਾ। ਜੇ ਆਪਾਂ ਸਾਦੀ ਭਾਸ਼ਾ 'ਚ ਕਹਿ ਲਈਏ, ਜੇ ਕੈਂਸਰ ਦੀ ਦਵਾਈ 6 ਕੈਂਸਰ ਦੇ ਸੈੱਲ ਮਾਰਦੀ ਆ ਤਾਂ 1 ਨਾਰਮਲ ਸੈੱਲ ਮਾਰਦੀ ਆ। ਮੇਰੇ ਪ੍ਰੋਜੈਕਟ ਦਾ ਮਕਸਦ ਸੀ ਵੀ 25 ਕੈਂਸਰ ਦੇ ਮਾਰੇ ਅਤੇ 1 ਨਾਰਮਲ ਮਾਰੇ। ਹਾਂਜੀ, ਕੁਛ ਉਸ ਕਿਸਮ ਦੇ ਪ੍ਰੋਜੈਕਟ ਸੀਗੇ, ਉਹ ਬੜਾ ਮਾਊਥਫੁੱਲ ਜਿਹਾ, ਉਹਨੂੰ ਜੀਨ ਡਾਇਰੈਕਟਡ ਐਨਜ਼ਾਈਮ ਪ੍ਰੋਡਰਗ ਥੈਰੇਪੀ ਕਹਿੰਦੇ ਜੀ, GDAPT। ਸੋ ਮੇਰਾ ਪ੍ਰੋਜੈਕਟ ਜੀਨ ਥੈਰੇਪੀ ਨਾਲ ਰਿਲੇਟਡ ਸੀਗਾ। ਉਹਦੇ 'ਚ ਅਸੀਂ ਉਹਨੂੰ ਟ੍ਰੈਡੀਸ਼ਨਲ ਮੈਡੀਸਨ ਨਾਲ ਜੋੜ ਕੇ ਦੇਖਦੇ ਸੀ, ਜਿਹੜੀ ਕੀਮੋਥੈਰੇਪੀ ਹੁੰਦੀ ਆ ਵੀ ਉਹਦਾ ਇਹਦੇ 'ਤੇ ਦੁੱਗਣਾ ਹੋ ਕੇ ਅਸਰ ਹੋਊਗਾ ਜਾਂ 4 ਗੁਣਾ ਹੋ ਕੇ ਅਸਰ ਹੋਊਗਾ। ਸੋ ਮੇਰੇ 4 ਸਾਲ ਪ੍ਰੋਸਟੇਟ ਅਤੇ ਓਵੇਰੀਅਨ ਕੈਂਸਰ 'ਤੇ ਜ਼ਿਆਦਾ ਕੰਮ ਸੀਗਾ ਮੇਰਾ। ਆਪਾਂ ਬਹੁਤ ਜ਼ਿਆਦਾ ਡਿਟੇਲ 'ਚ ਜਾਣ ਦੀ ਨਹੀਂ ਕੋਸ਼ਿਸ਼ ਕਰਾਂਗੇ, ਜਾਂ ਮੈਂ ਨਹੀਂ ਕਹੂੰਗੀ ਕਿ ਆਪਾਂ ਬਹੁਤ ਜ਼ਿਆਦਾ ਮੈਡੀਕਲ ਟਰਮਸ ਦੇ ਵਿੱਚ ਗੱਲ ਕਰੀਏ, ਪਰ ਛੋਟੇ ਮਤਲਬ ਸਵਾਲ ਨੇ ਕੈਂਸਰ ਨੂੰ ਲੈ ਕੇ, ਜਿਹੜਾ ਕਿ ਹਰ ਬੰਦੇ ਦੇ ਮਨ 'ਚ ਆਉਂਦੇ ਜਦੋਂ ਆਪਾਂ ਸੁਣਦੇ ਹਾਂ ਕਿ ਫਲਾਣੇ ਬੰਦੇ ਨੂੰ ਕੈਂਸਰ ਡਾਇਗਨੋਸ ਹੋਇਆ ਜਾਂ ਉਹਨੂੰ ਕੈਂਸਰ ਹੋ ਗਿਆ, ਹੈ ਨਾ। ਕਈ ਵਾਰੀ ਬੰਦਾ ਸਮਝ ਲੈਂਦਾ ਕੈਂਸਰ ਮਤਲਬ ਸ਼ੋਰ ਡੈਥ, ਵੀ ਹੁਣ ਮੈਂ ਮਰ ਹੀ ਜਾਣਾ ਆ। ਕਿ ਇਹਦੇ 'ਤੇ ਆਪਾਂ ਗੱਲ ਕਰ ਸਕਦੇ ਹਾਂ ਕਿ ਕੈਂਸਰ ਦਾ ਮਤਲਬ ਕੀ ਹੁੰਦਾ ਆ, ਕਿ ਸੱਚੀ ਕੈਂਸਰ ਦਾ ਮਤਲਬ ਪੱਕੀ ਮੌਤ ਹੁੰਦੀ ਆ?
ਨਹੀਂ ਇਦਾਂ ਦਾ ਕੁਛ ਨਹੀਂ ਹੈ। ਜਿਹੜੀਆਂ ਕੈਂਸਰ ਦੀਆਂ ਅਰਲੀ ਸਟੇਜਸ ਨੇ ਉਹ ਤਕਰੀਬਨ ਸਾਰੀਆਂ ਹੀ ਟ੍ਰੀਟੇਬਲ ਨੇ, ਜਿਹਦੇ 'ਚ ਅਸੀਂ ਅਗਲੇ ਨੂੰ ਕਹਿੰਦੇ ਆ 5 ਸਾਲਾਂ 'ਚ ਬੰਦਾ ਜਿਉਂਦਾ ਰਹੂਗਾ ਜਾਂ ਨਹੀਂ। 5 ਸਾਲ ਦਾ ਜਿਵੇਂ ਅਸੀਂ ਕਹਿੰਦੇ ਆ ਵੀ 95% ਲੋਕ ਨੇ ਜਾਂ 98% ਲੋਕ ਨੇ, ਅਸੀਂ ਉਹਨੂੰ ਸਰਵਾਈਵਲ ਇੰਡੈਕਸ ਕਹਿੰਦੇ ਆ ਉਹਨਾਂ ਦਾ। ਕਾਈ ਸਕੁਏਅਰ ਦੇ ਸਟੈਟੀਸ਼ੀਅਨਸ ਜਿਹੜੇ ਆ ਟੈਸਟ ਕਰਦੇ ਆ ਵੀ ਜਿਹੜੇ ਸਟੇਜ 1A ਆ 1B ਆ 1C ਆ ਜਾਂ ਪਹਿਲੀਆਂ 1-2 ਸਟੇਜਸ ਨੇ ਉਹ ਟ੍ਰੀਟੇਬਲ ਆ। ਉਹਦੇ 'ਚ ਕੀ ਕਰਦੇ ਆ, ਸਰਜੀਕਲ ਰਿਡਕਸ਼ਨ ਹੈ ਨਾ, ਕੈਂਸਰ ਨੂੰ ਵੱਢਤਾ ਹੈ ਨਾ, ਅਤੇ ਆਲੇ ਦੁਆਲੇ ਰੇਡੀਏਸ਼ਨ ਦੇਤੀ, ਨਾਲ ਕੀਮੋ ਦੇ ਇੰਜੈਕਸ਼ਨ ਦੇਤੇ, ਡਿਪੈਂਡਿੰਗ ਅਪੋਨ ਕਿ ਅਗਰੈਸਿਵ ਕਿੰਨਾ ਕੈਂਸਰ। ਪਰ ਬਹੁਤ ਸਾਰੇ ਕੈਂਸਰ ਇਹੋ ਜਿਹੇ ਆ ਜਿਹੜੇ ਬਿਨਾਇਨ ਹੁੰਦੇ ਆ, ਉਹਨਾਂ ਨੇ ਮੈਟਾਸਟਾਈਜ਼ ਨਹੀਂ ਕਰਨਾ, ਉਹਨਾਂ ਨੇ ਸਰੀਰ ਦੇ ਕਿਸੇ ਦੂਜੇ ਹਿੱਸੇ 'ਚ ਨਹੀਂ ਜਾਣਾ, ਉਹ ਕੈਂਸਰ ਫਿਰ ਟ੍ਰੀਟ ਕਰਨੇ ਸੌਖੇ ਆ। ਇਸ ਲਈ ਜ਼ਰੂਰੀ ਨਹੀਂ ਕਿ ਜੇ ਕਿਸੇ ਨੂੰ ਕੈਂਸਰ ਹੋ ਗਿਆ ਤਾਂ ਉਹਦੀ ਨਿਸ਼ਚਿਤ ਮੌਤ ਆ। ਜਿਹੜੇ ਆ ਦਵਾਈਆਂ ਦੇਸੀ ਦਵਾਈਆਂ ਵਾਲੇ ਨੀਮ ਹਕੀਮ ਖਤਰਾਏ ਜਾਣ, ਇਹ ਵੀ ਇਸੇ ਚੀਜ਼ 'ਤੇ ਕਾਊਂਟਰ ਕਰਦੇ ਆ। ਆਮ ਤੌਰ 'ਤੇ ਕੈਂਸਰ ਵੈਸੇ ਵੀ ਠੀਕ ਹੋ ਜਾਣਾ ਹੁੰਦਾ, ਕਈ ਵਾਰ ਉਹਨਾਂ ਦੀ ਦਵਾਈ ਦਾ ਨਾਂ ਲੱਗ ਜਾਂਦਾ, ਇੱਦਾਂ ਵੀ ਹੈਗਾ। ਸੋ ਜਿਵੇਂ ਹੁਣ ਬ੍ਰੈਸਟ ਕੈਂਸਰ ਆ, ਜੇ ਉਹ ਸਟੇਜ 1 ਆ ਜਾਂ ਸਟੇਜ 2 ਆ, ਆਮ ਤੌਰ 'ਤੇ ਉਹਦੇ 'ਚ ਸੇਫ ਸਾਈਡ 'ਤੇ ਸਾਰੀ ਬ੍ਰੈਸਟ ਰਿਮੂਵ ਕਰਕੇ ਰੇਡੀਏਸ਼ਨ ਦੇ ਦਿੰਦੇ ਆ, ਅਤੇ ਉਹ ਸਾਰੇ ਹੀ 10-10 15-15 20-20 ਸਾਲ ਲੋਕ ਬੜੇ ਆਰਾਮ ਨਾਲ ਜਿਉਂਦੇ ਰਹਿੰਦੇ ਆ। ਤੇ ਇੱਕ ਵਾਰੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਜਿਵੇਂ ਸ਼ੂਗਰ ਹੋ ਗਈ ਜਾਂ ਐਸਥਮਾ ਹੋ ਗਿਆ, ਵੀ ਜਿਵੇਂ ਅੱਗੇ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦਾ ਆ, ਵੀ ਕੈਂਸਰ ਵੀ ਉਵੇਂ ਹੀ ਅੱਗੇ ਚੱਲਦਾ ਆ। ਇਹ ਸੱਚੀ ਜੈਨੇਟਿਕਲੀ ਹੁੰਦਾ ਆ, ਅੱਗੇ ਜਾਂਦਾ ਤੁਹਾਡੀ ਅਗਲੀ ਪੀੜ੍ਹੀ ਦੇ ਵਿੱਚ? ਇਹ ਵੀ ਬਹੁਤ ਵੱਡਾ ਸਵਾਲ ਆ, ਇਹਦੇ 'ਤੇ ਵੀ ਹੈ ਨਾ ਮੋਟੀਆਂ ਕਿਤਾਬਾਂ ਛਪੀਆਂ, ਲੋਕਾਂ ਨੇ ਪੇਪਰ ਬਹੁਤ ਪਬਲਿਸ਼ ਕੀਤੇ ਆ। ਬਹੁਤ ਘੱਟ ਕੈਂਸਰ ਨੇ ਜਿਹੜੇ ਜੈਨੇਟਿਕਸ ਨਾਲ ਤੁਰਦੇ ਆ। ਇਹਦੇ 'ਚ ਕੰਟਰੀਬਿਊਟਿੰਗ ਫੈਕਟਰ ਬਹੁਤ ਜ਼ਿਆਦਾ, ਇਹਦੇ 'ਚ এনवायरमेंट ਵੀ ਆ ਜਾਂਦਾ, ਤੁਸੀਂ ਕੀ ਖਾਣੇ ਪੀਂਦੇ ਹੋ। ਅਫਕੋਰਸ ਜਿਵੇਂ ਹੁਣ BRCA ਇੱਕ ਜੀਨ ਆ, BRCA, ਜੇ ਉਹ ਤੁਹਾਡੇ ਨਾਨੀ ਮਾਂ ਦਾਦੀ ਪੜਦਾਦੀ ਕਿਸੇ 'ਚ BRCA ਓਵਰ ਐਕਸਪ੍ਰੈਸ ਸੀਗਾ ਤਾਂ ਤੁਹਾਡੇ ਚਾਂਸ ਦੂਜੇ ਦੇ ਮੁਕਾਬਲੇ ਕੈਂਸਰ ਕਰਾਉਣ ਦੇ ਜ਼ਿਆਦਾ ਨੇ। ਜੈਨੇਟਿਕ ਮੈਨੀਪੂਲੇਸ਼ਨ ਤਾਂ ਹੈ ਹੀ ਹੈ, ਪਰ ਉਹਦੇ ਬਾਵਜੂਦ ਹੋਰ ਬੜੇ ਫੈਕਟਰ ਨੇ ਜਿਨ੍ਹਾਂ 'ਤੇ ਕੈਂਸਰ ਨਿਰਭਰ ਕਰਦਾ। ਜ਼ਰੂਰੀ ਨਹੀਂ ਕਿ ਇਹ ਜੈਨੇਟਿਕ ਹੀ ਹੋਵੇ, ਪਰ ਦੇਖਿਆ ਹੀ ਜਾਂਦਾ ਕਿ ਜੈਨੇਟਿਕਸ ਵੀ ਰੋਲ ਪਲੇ ਕਰਦੀ ਆ। ਹੁਣ ਜਿਵੇਂ ਆਸਟ੍ਰੇਲੀਆ 'ਚ ਪ੍ਰੋਸਟੇਟ ਕੈਂਸਰ ਬਹੁਤ ਜ਼ਿਆਦਾ, ਇਹ ਤੋਂ ਪਤਾ ਲੱਗਦਾ ਵੀ ਉਹ ਆਪਣੇ ਬਜ਼ੁਰਗਾਂ 'ਚੋਂ ਅੱਗੇ ਦੀ ਅੱਗੇ ਲੋਕ ਜੀਨ ਕੈਰੀ ਕਰਦੇ ਹੋਣਗੇ। ਆਈ ਹੁਣ ਉੱਥੇ ਸਕਿਨ ਕੈਂਸਰ ਬਹੁਤ ਜ਼ਿਆਦਾ ਆਸਟ੍ਰੇਲੀਆ 'ਚ, ਉਹਦਾ ਡਿਪੈਂਡ ਕਰਦਾ ਫੈਕਟਰ ਧੁੱਪ ਕਿੰਨੀ ਤਿੱਖੀ ਆ, ਲੋਕ ਬੀਚਾਂ 'ਤੇ ਨੰਗੇ ਪਏ ਰਹਿੰਦੇ ਆ, ਧੁੱਪ ਦਾ ਐਕਸਪੋਜ਼ਰ ਕਿੰਨਾ ਜ਼ਿਆਦਾ, ਸੋ ਉੱਥੇ এনवायरमेंटਲ ਫੈਕਟਰਸ ਵੀ ਆ ਜਾਂਦੇ। ਆਪਣੇ ਜਿਵੇਂ ਹੁਣ ਕਹਿੰਦੇ ਆ ਜੀ ਪੈਸਟੀਸਾਈਡ ਬਹੁਤ ਵਰਤਦੇ ਆ, ਅੱਗੇ ਜੀ ਕੈਂਸਰ ਟ੍ਰੇਨ ਜਾਂਦੀ ਸੀ ਜੀ ਰਾਜਸਥਾਨ ਨੂੰ, ਉਹ ਮਿੱਟੀ ਪਾਣੀ ਹਵਾ ਜੇ ਆਪਾਂ ਉਹਨੂੰ ਤਿੰਨਿਆਂ ਨੂੰ ਦੂਸ਼ਿਤ ਕਰ ਦਾਂਗੇ, ਉਹਨਾਂ ਨੂੰ ਜ਼ਹਿਰੀਲਾ ਬਣਾ ਦਾਂਗੇ, ਤਾਂ ਕਈ ਵਾਰ ਉਹ ਵੀ ਇੱਕ ਕੰਟਰੀਬਿਊਟਿੰਗ ਫੈਕਟਰ ਹੋ ਸਕਦਾ। ਜਿਵੇਂ ਆਪਣੇ ਹੁਣ ਇੱਧਰ ਬ੍ਰੈਸਟ ਕੈਂਸਰ ਬਹੁਤ ਜ਼ਿਆਦਾ ਵੱਧ ਰਿਹਾ ਵਾ, ਹੈ ਨਾ, ਕੀ ਆਪਾਂ ਉਹਦੇ 'ਤੇ ਗੱਲ ਕਰ ਸਕਦੇ ਹਾਂ ਕਿ ਅਰਲੀ ਸਿੰਪਟਮਸ ਕੀ ਹੁੰਦੇ ਨੇਗੇ, ਜਾਂ ਫਿਰ ਬ੍ਰੈਸਟ ਕੈਂਸਰ ਅਵੋਇਡ ਕਰਨ ਤੋਂ ਜਾਂ ਸਰਵਾਈਕਲ ਕੈਂਸਰ ਅਵੋਇਡ ਕਰਨ ਤੋਂ ਸਾਨੂੰ ਕਿਹੜੀਆਂ ਮਤਲਬ ਪ੍ਰਾਇਮਰੀ ਸਟੈਪ ਸਾਡੇ, ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਪਰਹੇਜ਼ ਕਿਹੜੇ ਚਾਹੀਦੇ ਹੁੰਦੇ ਨੇ, ਜਾਂ ਸਾਨੂੰ ਕਿਸ ਉਮਰ 'ਚ ਜਾ ਕੇ ਆਪਣਾ ਰੂਟੀਨ ਚੈੱਕਅਪ ਹਰ ਲੇਡੀ ਨੂੰ ਕਰਵਾਉਣਾ ਹੀ ਚਾਹੀਦਾ? ਇਹਦੇ 'ਚ ਆਪਾਂ ਜੇ ਕਿਸੇ ਓਨਕੋਲੋਜਿਸਟ ਨਾਲ ਗੱਲ ਕਰੀਏ ਤਾਂ ਜ਼ਿਆਦਾ ਬਿਹਤਰ ਆ, ਕਿਉਂਕਿ ਜਿਹੜਾ ਮੇਰਾ ਖੇਤਰ ਆ ਉਹ ਰਿਸਰਚ ਨਾਲ, ਖੋਜ ਨਾਲ, ਕੈਂਸਰ ਦੀਆਂ ਨਵੀਆਂ ਦਵਾਈਆਂ ਨਾਲ ਕਿਵੇਂ ਲੱਭਣੀਆਂ, ਕੀ ਕਰਨਾ, ਐਕਸਪੈਰੀਮੈਂਟੇਸ਼ਨ ਕਿੱਦਾਂ ਦੀ ਆ, ਉਹਦੇ 'ਤੇ ਜ਼ਿਆਦਾ। ਪਰ ਮੋਟੀ ਜੀ ਗੱਲ ਜਿਹੜੀ ਜਨਰਲ ਜੀ ਜਿਹੜੀ ਅਸੀਂ ਲਿਟਰੇਚਰ 'ਚੋਂ ਪੜ੍ਹਦੇ ਹਾਂ ਉਹ ਤਾਂ ਕੀਤੀ ਜਾ ਸਕਦੀ ਆ ਬਈ ਇਹ ਕਿਸੇ ਵੀ ਔਰਤ ਨੂੰ ਹੋ ਸਕਦਾ। ਇਸ ਲਈ ਉਹਨਾਂ ਨੂੰ ਆਪਣੀ ਜਿਹੜੀ ਹੈ ਨਾ ਆਪਾਂ ਕਹਿੰਦੇ ਹਾਂ ਸ਼ੀਸ਼ੇ 'ਚ ਖੜ੍ਹ ਕੇ ਜਿਹੜੀਆਂ ਨਮੂਲੀਆਂ ਜਿਹੀਆਂ ਬਣ ਜਾਂਦੀਆਂ ਜਾਂ ਗਿੱਟ ਅੱਖਾਂ ਜਿਹੀਆਂ ਬਣ ਜਾਂਦੀਆਂ, ਉਹਨਾਂ ਦਾ ਧਿਆਨ ਰੱਖਣਾ ਚਾਹੀਦਾ, ਅਤੇ ਜੇ ਉਹ ਹਨ ਤਾਂ ਉਹਨਾਂ ਨੂੰ ਡਾਕਟਰ ਨਾਲ ਕੰਸਲਟ ਕਰਨਾ ਚਾਹੀਦਾ। ਉਹ ਬਾਅਦ 'ਚੋਂ ਐਕਸਰੇ 'ਚ ਵੀ ਆ ਜਾਂਦੀਆਂ ਹੈ ਨਾ, ਅਤੇ ਫਿਰ ਉਹ ਕਈ ਵਾਰ ਬ੍ਰੈਸਟ ਰਿਮੂਵ ਕਰਨੀ ਪੈਂਦੀ ਹੈ। ਸੋ ਅਰਲੀ ਸਿੰਪਟਮ ਤਾਂ ਉਹੀ ਆ ਜਿਹੜਾ ਹੈ ਨਾ ਉਹ ਆਪਣੇ ਹੱਥ ਨਾਲ ਮਹਿਸੂਸ ਕਰ ਸਕਦੀਆਂ ਹੈ ਨਾ, ਅਤੇ ਆਮ ਤੌਰ 'ਤੇ ਉਸ ਪਾਸੇ ਵੱਲ ਨੂੰ ਵੱਧਦੇ ਹਾਂ। ਪਰ ਅਕਸਰ ਕੈਂਸਰ ਨੂੰ ਸਾਈਲੈਂਟ ਕਿਲਰ ਕਿਹਾ ਜਾਂਦਾ। ਸਾਈਲੈਂਟ ਕਿਲਰ ਮਤਲਬ ਇਹ ਆ ਜਦ ਨੂੰ ਤੁਹਾਡੀ ਸਟੇਜ ਕਾਫੀ ਅੱਗੇ ਗਈ ਹੁੰਦੀ ਹੈ, ਜਦ ਨੂੰ ਬੰਦੇ ਨੂੰ ਪਤਾ ਲੱਗਦਾ ਕਿ ਭਾਈ ਇਹ ਕੈਂਸਰ ਆ। ਇਸੇ ਕਰਕੇ ਆਪਾਂ ਕਹਿੰਦੇ ਹਾਂ ਵੀ ਕੈਂਸਰ ਬੜੀ ਨਾਮੁਰਾਦ ਬਿਮਾਰੀ ਆ। ਜੇ ਅਰਲੀ ਸਟੇਜਸ 'ਤੇ ਪਹਿਲੀਆਂ ਸਟੇਜਾਂ 'ਤੇ ਪਤਾ ਲੱਗ ਜੇ ਤਾਂ ਟਰੀਟੇਬਲ ਆ। ਉਦੋਂ ਬਾਅਦ ਜੇ ਸਰੀਰ ਦੇ ਹਰ ਅੰਗ ਹੱਥ ਪੈਰ 'ਚ ਫੈਲ ਗਿਆ ਤਾਂ ਤੁਸੀਂ ਉਹਦਾ ਇਲਾਜ ਨਹੀਂ ਕਰ ਸਕਦੇ, ਕਿਹੜੇ ਅੰਗ ਪੈਰ ਨੂੰ ਵੱਢ ਸੁੱਟੋਗੇ। ਪਰ ਡੈਫੀਨੇਟਲੀ ਜੇ ਤੁਹਾਨੂੰ ਹਲਕਾ ਜਿਹਾ ਵੀ ਸ਼ੱਕ ਆ ਤਾਂ ਆਪਣੇ ਡਾਕਟਰ ਨਾਲ, ਕਿਸੇ ਓਨਕੋਲੋਜਿਸਟ ਨਾਲ ਕੰਸਲਟ ਜ਼ਰੂਰ ਕਰਨਾ ਚਾਹੀਦਾ। ਸਡਨਲੀ ਤੁਸੀਂ 2014 'ਚ ਕਿਉਂ ਸੋਚਿਆ ਕਿ ਮੈਂ, ਕਿਉਂਕਿ ਇਸ ਮੈਡੀਕਲ ਫੀਲਡ ਲਈ ਤੁਸੀਂ, ਤੁਹਾਡਾ ਐਕੈਡੈਮਿਕ ਬੈਕਗਰਾਊਂਡ ਉਹ ਸੀਗਾ, ਇੰਨੀ ਤੁਸੀਂ ਮਿਹਨਤ ਕੀਤੀ, ਸਕਾਲਰਸ਼ਿਪ 'ਤੇ ਜਾ ਕੇ ਤੁਸੀਂ PhD ਆਸਟ੍ਰੇਲੀਆ ਕਰ ਰਹੇ ਹੋ, ਬੜੇ ਵਧੀਆ ਇੰਸਟੀਟਿਊਟ ਦੇ ਵਿੱਚ ਤੁਸੀਂ ਕੰਮ ਵੀ ਕਰ ਰਹੇ ਹੋ,
ਫਿਰ ਤੁਸੀਂ 2014 ਚ ਕਿਉਂ ਸੋਚਿਆ ਕਿ ਤੁਸੀਂ ਹੁਣ ਮੀਡੀਆ ਖੇਤਰ ਦੇ ਨਾਲ, ਉਸ ਤੋਂ ਪਹਿਲਾਂ ਵੀ ਚਲੋ ਤੁਸੀਂ ਸਟੇਜਾਂ ਕਰਦੇ ਸੀਗੇ, ਹੋਸਟ ਕਰਦੇ ਸੀਗੇ, ਪਰ ਪੂਰਾ ਟਾਈਮ ਤੁਸੀਂ ਉਧਰ ਨੂੰ ਆ ਗਏ, ਇਹ ਕਿਉਂ ਰੁਝਾਨ ਹੋਇਆ ਤੁਹਾਡਾ? ਮੈਂ ਤਕਰੀਬਨ 14-15 ਸਾਲ ਸਾਇੰਸ ਨਾਲ ਜੁੜਿਆ ਰਿਹਾ। ਟੋਟਲੀ ਆਪੋਜ਼ਿਟ ਹਾਂਜੀ, ਫੀਲਡ। ਬਿਲਕੁਲ ਅਲੱਗ ਚੀਜ਼ਾਂ ਸੀ ਦੋਨੋਂ ਇਹ। ਪਰ ਜਿਹਨੂੰ ਕਹਿੰਦੇ ਆ ਨਾ, ਬੜੇ ਘੱਟ ਲੋਕ ਨੇ ਦੁਨੀਆ ਦੇ ਜਿਨ੍ਹਾਂ ਨੂੰ ਆਪਣਾ ਪੈਸ਼ਨ ਪ੍ਰੋਫੈਸ਼ਨ 'ਚ ਤਬਦੀਲ ਕਰਨ ਦਾ ਮੌਕਾ ਮਿਲਦਾ। ਦੁਨੀਆ ਦੀ ਕਿਹੜੀ ਸਰਕਾਰ ਆ ਜਿਹੜੀ ਤੁਹਾਨੂੰ ਪੰਜਾਬੀ ਬੋਲਣ ਦੇ ਪੈਸੇ ਦੇਊਗੀ? ਆਸਟ੍ਰੇਲੀਅਨ ਗਵਰਨਮੈਂਟ ਨੇ ਦਿੱਤੇ। ਤੇ ਮੈਂ ਤਕਰੀਬਨ 100-150 ਦੇ ਕਰੀਬ ਸ਼ੋਅ ਆਸਟ੍ਰੇਲੀਆ 'ਚ ਉਸ ਮੌਕੇ ਕਰ ਚੁੱਕਿਆ ਸੀ। ਅੱਛਾ। ਕਿਉਂਕਿ PhD ਵੀ ਡਿਪਰੈਸ਼ਨ ਦਾ ਘਰ ਸੀ। ਪਰ ਮੇਰੇ ਮੈਂਟਰ ਸੀਗੇ ਚਰਨਾਮਤ ਸਿੰਘ ਤੇ ਰਣਜੀਤ ਖਹਿੜਾ। ਉਹ ਕਬੱਡੀ ਦੀ ਕਮੈਂਟਰੀ ਕਰਦੇ ਹੁੰਦੇ ਸੀ ਤੇ ਮੈਂ ਉਹਨਾਂ ਦੇ ਨਾਲ ਚਲਿਆ ਜਾਂਦਾ ਸੀ। ਤੇ ਸਟੇਜਾਂ 'ਤੇ ਬੋਲਣ ਦਾ ਹੌਲੀ ਹੌਲੀ ਜਿਵੇਂ ਜੱਗ ਖੁੱਲ੍ਹਦੀ ਜਾਂਦੀ, ਜਿਵੇਂ ਬਾਪੂ ਜੀ ਹੋਣਾ ਕੋਲ ਇੱਥੇ ਖੜ੍ਹ ਕੇ ਟਰਾਲੀ 'ਚ ਖੜ੍ਹ ਕੇ ਕਵਿਤਾ ਬੋਲ ਦਿੰਦੇ ਸੀ, ਤੇ ਉੱਥੇ ਉਹ ਸਟੇਜ ਸ਼ੋਅ ਗੁਰਦਾਸ ਮਾਨ ਪ੍ਰੈਜ਼ੈਂਟ ਕਰਨਾ ਜੀ, ਬੱਬੂ ਮਾਨ ਕਰਨਾ ਜੀ, ਗਿੱਧੇ ਭੰਗੜੇ ਦੇ ਸ਼ੋਅ ਜੀ, ਮਿਸ ਪੰਜਾਬਣ ਜੀ, ਸਤਿੰਦਰ ਸਰਤਾਜ ਆ ਗਿਆ ਜੀ। ਸੋਮ ਤੋਂ ਸ਼ੁੱਕਰ ਮੈਂ PhD, ਸ਼ਨਿਚਰ ਐਤਵਾਰ ਮੇਰਾ ਵਿਹਲਾ ਹੀ ਹੁੰਦਾ ਸੀ। ਅਤੇ ਮੈਂ ਕਦੇ ਉਹਦਾ ਕੋਈ ਕਿਸੇ ਤੋਂ ਪੈਸਾ ਨਹੀਂ ਸੀ ਲਿਆ ਸ਼ੋਅ ਕਰਨ ਦਾ ਜਾਂ ਹੈ ਨਾ। ਅਤੇ ਮੇਰਾ ਮੋਟਾ ਜਿਹਾ ਹਿਸਾਬ ਹੁੰਦਾ ਸੀ ਵੀ ਤੁਸੀਂ ਮੈਨੂੰ ਲੈਬੋਰਟਰੀ 'ਚੋਂ ਲੈਣਾ ਅਤੇ ਮੈਨੂੰ ਸੋਮਵਾਰ ਸਵੇਰੇ 9 ਵਜੇ ਤੋਂ ਪਹਿਲਾਂ ਲੈਬੋਰਟਰੀ ਛੱਡ ਦੇਣਾ। ਅਤੇ ਈਵਨ ਜਹਾਜ਼ ਵਾਲੀਆਂ ਕੁੜੀਆਂ ਜਿਹੀਆਂ ਵੀ ਮੈਨੂੰ ਜਾਣਨ ਲੱਗ ਗਈਆਂ ਵੀ ਤੁਰਿਆ ਹੀ ਰਹਿੰਦਾ ਕਿ ਪਰਥ, ਬ੍ਰਿਸਬਨ, ਐਡੀਲੇਡ, ਮੈਂ ਕੋਈ ਸ਼ਹਿਰ ਛੱਡਿਆ ਨਹੀਂ 2004 ਤੋਂ 2008। ਬੇਸਿਕਲੀ ਤਾਂ ਉਹ ਆਪਣਾ ਇਕੱਲਪੁਣਾ ਕੱਟਣ ਦਾ ਇੱਕ ਜ਼ਰੀਆ ਸੀਗਾ, ਪਰ ਉਹਨੇ ਹੀ ਤੁਸੀਂ ਕਈ ਵਾਰ ਪੈਸ਼ਨ ਬਣਾ ਲੈਂਦੇ ਹੋ, ਤੁਹਾਨੂੰ ਆਪਣੇ ਆਪ ਚੰਗਾ ਲੱਗਣ ਲੱਗ ਜਾਂਦਾ ਅਤੇ 4 ਲੋਕ ਤੁਹਾਨੂੰ ਜਾਣਨ ਲੱਗ ਜਾਂਦੇ ਆ, ਪਿਆਰ ਸਤਿਕਾਰ 'ਚ ਵਾਧਾ ਹੁੰਦਾ। ਸੋ ਇਹ ਸਾਰੀਆਂ ਗੱਲਾਂ ਹੁੰਦੀਆਂ ਹੋਈਆਂ। ਅਤੇ ਫਿਰ ਮੈਨੂੰ ਸਾਇੰਸ ਦੀ ਜੋਬ ਡਿਪਰੈਸਿਵ ਜਿਹੀ ਲੱਗਣ ਲੱਗ ਗਈ। ਸਾਇੰਸਦਾਨ ਦਾ ਮਤਲਬ ਆ ਵੀ ਤੁਸੀਂ ਖੂੰਜੇ ਜਿਹੇ 'ਚ ਬੈਠੇ ਹੋ ਅਤੇ ਆਪਣੇ ਐਕਸਪੈਰੀਮੈਂਟ ਨਾਲ ਲਿਵ ਲਾਈ ਆ। ਅਤੇ ਮੇਰੇ ਇੱਕ ਚੂਹਿਆਂ 'ਤੇ ਐਕਸਪੈਰੀਮੈਂਟ ਬਹੁਤ ਜ਼ਿਆਦਾ ਸੀ। ਚੂਹਾ ਵਾਹਦ ਇੱਕ ਉਹੋ ਜਿਹਾ ਜਾਨਵਰ ਆ ਜਿਹਦਾ 95-98% ਜੈਨੇਟਿਕ ਸੈਟਅਪ ਬੰਦੇ ਨਾਲ ਮਿਲਦਾ, ਅਤੇ ਇਸ ਕਰਕੇ ਉਹਦੇ 'ਚ ਇੱਕ ਐਕਸਪੈਰੀਮੈਂਟ ਕਰਨੇ ਸੌਖੇ ਆ। ਉਹ ਮੈਨੂੰ ਉਹਨਾਂ ਦੀਆਂ ਅੱਖਾਂ 'ਚ ਦੇਖਣਾ ਬੜਾ ਔਖਾ ਲੱਗਦਾ ਸੀ। ਮਤਲਬ ਤੁਸੀਂ ਕਿਸੇ ਚੂਹੇ ਨੂੰ ਕੈਂਸਰ ਕਰਨਾ, ਫਿਰ ਉਹਦੇ 'ਚ ਉਹ ਦਵਾਈਆਂ ਲਾ ਕੇ ਦੇਖਣੀਆਂ ਵੀ ਕਾਹਦੇ ਨਾਲ ਠੀਕ ਹੁੰਦਾ, ਚਾਹੇ ਉਹ ਆਪਾਂ ਗ੍ਰੇਟਰ ਬੈਨੀਫਿਟ ਲਈ ਆ ਹੈ ਨਾ, ਮੈਨਕਾਇੰਡ ਦੇ, ਹਿਊਮੈਨਿਟੀ ਦੇ। ਪਰ ਜਿਸ ਬੰਦੇ ਨੇ ਮੁਰਗੇ ਦੀ ਧੌਣ ਮਰੋੜਨੀ ਆ, ਇੱਕ ਉਹ ਆ ਅਤੇ ਇੱਕ ਉਹ ਆ ਜਿਹਦੀ ਪਲੇਟ 'ਚ ਪਿਆ। ਇਹ 2 ਅਲੱਗ-ਅਲੱਗ ਚੀਜ਼ਾਂ। ਇਸ ਕਰਕੇ ਉਹ ਚੂਹੇ ਨੂੰ ਮੈਂ ਹੀ ਫੇਸ ਕਰਨਾ ਸੀ, ਜਾਂ ਚੂਹਿਆਂ ਨੂੰ ਜਿਹੜੇ ਉਹ 400-400 ਦੇ ਸੈੱਟ ਲੱਗਦੇ ਸੀ ਸਾਡੇ ਐਕਸਪੈਰੀਮੈਂਟਸ ਦੇ। ਤਾਂ ਮੈਨੂੰ ਉਹ ਕੰਮ ਥੋੜ੍ਹਾ ਜਿਹਾ ਔਖਾ ਲੱਗਣ ਲੱਗ ਗਿਆ। ਇੱਕ ਵਾਰ ਕਈ ਵਾਰ ਤੁਹਾਡਾ ਮਾਈਂਡ ਦਾ ਸੈਟਅਪ ਵੀ ਹੁੰਦਾ, ਤੁਹਾਡਾ ਆਲੇ ਦੁਆਲੇ ਦਾ ਮਾਹੌਲ ਕਿਹੋ ਜਿਹਾ, ਤੁਸੀਂ ਕਿਹੋ ਜਿਹੇ ਲੋਕਾਂ 'ਚ ਵਿਚਰਦੇ ਹੋ, ਸੁਸਾਇਟੀ ਕਿਹੋ ਜਿਹੀ ਆ, ਉਹਨਾਂ ਚੀਜ਼ਾਂ ਤੋਂ ਮੈਂ ਭੱਜਦਾ ਸੀ। ਅਤੇ ਮੈਨੂੰ ਲੱਗਦਾ ਸੀ ਜੇ ਮੈਂ ਇਹਨਾਂ ਚੀਜ਼ਾਂ ਤੋਂ ਭੱਜਦਾ ਤਾਂ ਮੈਂ ਕਿਉਂ ਨਾ ਭੱਜ ਹੀ ਜਾਵਾਂ। ਅਤੇ ਇਸ ਕਰਕੇ ਸਾਡੇ SPS ਦੇ ਟੀਮ ਇੰਚਾਰਜ ਸੀ ਮਨਪ੍ਰੀਤ ਹੋਣੀ। ਇੱਕ ਵਾਰ ਉਹ ਮੇਰੇ ਕੋਲ ਮਨੈਸ਼ ਯੂਨੀਵਰਸਿਟੀ ਸਾਡੀ ਲੈਬੋਰਟਰੀ 'ਚ ਆਏ ਕੰਸਲਟ ਕਰਨ। ਉਹਨਾਂ ਦੇ ਪਰਿਵਾਰ 'ਚ ਕਿਸੇ ਨੂੰ ਕੈਂਸਰ ਦੀ ਸ਼ਿਕਾਇਤ ਸੀ। ਉਹ ਉਹਨੂੰ ਸਮਝਣਾ ਚਾਹੁੰਦੇ ਸੀਗੇ ਵੀ ਪ੍ਰੀਤਿੰਦਰ ਇਹ ਹੈ ਕੀ, ਅਤੇ ਆਹ ਦਵਾਈਆਂ ਦਿੱਤੀਆਂ, ਪ੍ਰੋਗਨੋਸਿਸ ਕੀ ਆ, ਸਰਵਾਈਵਲ ਰੇਟ ਕਿੰਨਾ। ਉਹ ਚੀਜ਼ਾਂ ਉਹਨਾਂ ਨੂੰ ਸਮਝਣ 'ਚ ਮੈਂ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਇਹ ਨਹੀਂ ਕਹਿੰਦਾ ਮੈਂ ਮਦਦ ਕੀਤੀ। ਅਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਮੈਂ ਤੈਨੂੰ ਸਟੇਜਾਂ ਤੋਂ ਬੋਲਦੇ ਨੂੰ ਬਹੁਤ ਦੇਖਿਆ, ਵੀ ਜੇ ਤੇਰਾ ਕਦੇ ਮਨ ਕੀਤਾ ਨਾ ਤਾਂ ਰੇਡੀਓ ਦੇ ਦਰਵਾਜ਼ੇ ਤੇਰੇ ਲਈ ਖੁੱਲ੍ਹੇ ਆ। ਅਤੇ ਉਹ ਫਿਰ ਤੁਹਾਨੂੰ ਪਤਾ ਹੀ ਆ ਹੈ ਨਾ, ਕਿਸੇ ਨੇ ਉਂਗਲ ਫੜਾਈ ਅਤੇ ਬੰਦਾ ਬਾਂਹ ਫੜ ਲੈਂਦਾ। ਅਤੇ ਫਿਰ ਮੈਂ ਉਹਨਾਂ ਦੀ ਪ੍ਰੇਰਨਾ ਸਦਕਾ ਰੇਡੀਓ ਜੁਆਇਨ ਕਰ ਲਿਆ। ਲੈਬੋਰਟਰੀ 'ਚੋਂ ਮੈਂ ਸ਼ਾਮ ਨੂੰ ਭੱਜ ਕੇ ਰੇਡੀਓ ਵਾਲੇ ਪਾਸੇ ਚਲਿਆ ਜਾਂਦਾ ਸੀ, ਕਿਉਂਕਿ ਮੈਨੂੰ ਆਪਣੇ 'ਤੇ ਸ਼ੱਕ ਸੀ ਬਈ ਮੈਂ ਸ਼ਾਇਦ ਉਸ ਖੇਤਰ ਲਈ ਰੇਡੀਓ ਵਾਲੇ ਲਈ ਨਹੀਂ ਬਣਿਆ। ਭੁਲੇਖਾ ਹੁੰਦਾ ਨਾ, ਕਿਉਂਕਿ ਮੈਨੂੰ ਲੱਗਦਾ ਸੀ ਵੀ ਮੈਂ ਲਾਈਵ ਸਟੇਜ ਵਾਲਾ ਬੰਦਾ, ਖੁੱਲ੍ਹ ਕੇ ਬੋਲਣ ਵਾਲਾ। ਰੇਡੀਓ ਹੁਣ ਮੈਨੂੰ ਮਹਿਸੂਸ ਹੁੰਦਾ ਕਿਉਂਕਿ ਗਵਰਨਮੈਂਟ ਰੇਡੀਓ ਆ, ਕੋਡ ਐਂਡ ਐਥਿਕਸ ਬੜੇ ਆ, ਅਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਮੈਨੂੰ ਬੋਲਣ ਦੇ ਨਹੀਂ, ਨਾ ਬੋਲਣ ਦੇ ਪੈਸੇ ਮਿਲਦੇ। ਨਾ ਬੋਲਣ ਦਾ ਇਨ ਦ ਸੈਂਸ ਵੀ ਤੁਸੀਂ ਆਹ ਨਹੀਂ ਕਹਿ ਸਕਦੇ, ਉਹ ਨਹੀਂ ਕਹਿ ਸਕਦੇ। ਈਵਨ ਤੁਸੀਂ ਪ੍ਰੋਗਰਾਮ 'ਚ ਐਂਡ 'ਚ ਰੱਬ ਰਾਖਾ ਨਹੀਂ ਕਹਿ ਸਕਦੇ, ਕਿਉਂਕਿ ਜੇ ਤੁਸੀਂ ਰੱਬ ਰਾਖਾ ਕਹਿੰਦੇ ਹੋ ਤਾਂ ਜਿਹੜੇ ਲੋਕ ਨਾਸਤਿਕ ਆ ਤੁਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾ ਰਹੇ ਹੋ। ਅੱਛਾ। ਇੰਨੀਆਂ ਸੈਂਸਿਟਿਵਿਟੀਜ਼ ਜੁੜ ਜਾਂਦੀਆਂ ਜਦ ਤੁਸੀਂ ਕਿਸੇ ਸਰਕਾਰੀ ਨੌਕਰੀ 'ਚ ਹੁੰਦੇ ਹੋ। ਪਰ ਉਹਨਾਂ ਦੀ ਪ੍ਰੇਰਨਾ ਸੀਗੀ, ਉਹ ਕਹਿੰਦੇ ਤੂੰ ਆ ਰੇਡੀਓ ਜੁਆਇਨ ਕਰ। ਅਤੇ ਬਾਪੂ ਜੀ ਤੋਂ ਮੈਂ ਬੜਾ ਕੁਛ ਸਿੱਖਿਆ, ਅਤੇ ਮੇਰੀ ਜ਼ਿੰਦਗੀ 'ਚ ਡਿਫਰੈਂਟ ਪੜਾਅ ਆਏ। ਉਹਨਾਂ 'ਚ ਮੈਂ ਕਈ ਲੋਕਾਂ ਤੋਂ ਸੁਣਦਾ ਕਰਦਾ ਸੀਗਾ। ਉਸਤਾਦ ਦਾਮਨ ਦੀਆਂ ਕਵਿਤਾਵਾਂ ਮੈਨੂੰ ਚੰਗੀਆਂ ਲੱਗਦੀਆਂ ਸੀ, ਉਹਨਾਂ ਦੀ ਮੈਂ ਲਿਖਤਾਂ ਵੀ ਪੜ੍ਹੀਆਂ। ਬਾਬੂ ਰਾਜਬਲੀ ਬਹੁਤ ਪੜ੍ਹਿਆ,
ਮੁਹੰਮਦ ਸਦੀਕ ਦੇ ਗਾਣੇ ਬੜੇ ਸੁਣੇ। ਮਤਲਬ ਜਾਣੀ ਸਾਇੰਸ ਨਾਲ ਕੁਝ ਵੀ ਜੁੜਦਾ ਜਾਂ ਲੱਗਦਾ ਨਹੀਂ ਸੀ ਮੈਨੂੰ। ਸਾਡੇ ਹੁਣ ਜਿਵੇਂ ਬਦਲਵਾਈ ਹੋਣੀ ਤੇ ਐਂਟੀਨਾ ਘੁਮਾਉਣਾ ਤੇ ਪਾਕਿਸਤਾਨ ਲਾਹੌਰ ਚੈਨਲ ਚੱਲਦਾ ਸੀ ਘਰੇ ਟੈਕਸਲਾ ਟੀਵੀ ਤੇ ਤਾਰਕ ਅਜ਼ੀਜ਼ ਦਾ ਨਿਲਾਮ ਘਰ ਮੈਂ ਦੇਖਦਾ ਹੁੰਦਾ ਸੀ ਤੇ ਉਹਦੇ ਸ਼ੇਅਰ ਮੈਨੂੰ ਬੜੇ ਵਧੀਆ ਲੱਗਦੇ ਹੁੰਦੇ ਸੀ। ਦੀਵਾਰ ਕਿਆ ਗਿਰੀ ਮੇਰੇ ਕੱਚੇ ਮਕਾਨ ਕੀ ਲੋਗੋਂ ਨੇ ਮੇਰੇ ਜ਼ਿਹਨ ਸੇ ਰਸਤੇ ਬਣਾ ਲਏ, ਇਹ ਤਾਰਕ ਅਜ਼ੀਜ਼ ਕਹਿੰਦਾ ਹੁੰਦਾ ਸੀ। ਤੇ ਲੋਕਾਂ ਨੇ ਕਹਿਣਾ ਯਾਰ ਤੂੰ ਆ ਬੜਾ ਕਿਆ ਖੂਬ ਹੈ ਤੇਰੀ ਜ਼ਿੰਦਗੀ। ਉਹਨੇ ਕਹਿਣਾ ਜਿਹੜੀ ਬੀਤੀ ਸੀ ਉਹ ਲਿਖ ਦਿੱਤੀ, ਇਹਦੇ ਵਿੱਚ ਨਹੀਂ ਕੋਈ ਕਸੂਰ ਮੇਰਾ। ਪੰਜਾਬੀ ਵੀ ਬਹੁਤ ਸੋਹਣੀ ਬੋਲਦਾ ਸੀ। ਉਸਤਾਦ ਦਾਮਨ ਦੀਆਂ ਇੰਟਰਵਿਊਜ਼ ਬੜੀਆਂ ਸੁਣੀਆਂ ਮੈਂ। ਉਹ ਚੀਜ਼ਾਂ ਤੁਹਾਡੇ ਮਨ 'ਤੇ ਅਸਰ ਕਰਦੀਆਂ। ਜਿਹੜੀ ਚੀਜ਼ ਤੁਸੀਂ ਸੁਣਦੇ ਹੋ, ਭਾਵੇਂ ਬੈਠਾ ਮੈਂ ਲੈਬੋਰਟਰੀ 'ਚ ਹਾਂ ਅਤੇ ਐਕਸਪੈਰੀਮੈਂਟ ਮੇਰੇ ਚੂਹਿਆਂ 'ਤੇ ਚੱਲਦੇ ਅਤੇ ਨਾਲ ਮੁਹੰਮਦ ਸਦੀਕ ਦੇ ਗਾਣੇ ਚੱਲਦੇ। ਅੱਛਾ, ਉਹ ਬੜਾ ਅਜੀਬ ਜਿਹਾ ਕੋਂਬੀਨੇਸ਼ਨ ਨਹੀਂ ਹੁੰਦਾ ਕਈ ਵਾਰ, ਹੈ ਨਾ। 100 ਦਾ ਨੋਟ ਸੁਣੀ ਜਾਂਦਾ ਮੈਂ ਨਾਲ ਬੈਠਾ। ਅਤੇ ਉਹ ਉਸਤਾਦ ਦਾਮਨ ਹੋਣੀ ਉਹਦੀਆਂ ਤੈਤ ਲਫ਼ਜ਼ੀ ਅਤੇ ਤਜਨੀਸ ਦੀਆਂ ਗੱਲਾਂ ਕਰਦੇ ਸੀ ਬਈ ਇੱਕੋ ਸ਼ਬਦ ਆ, ਇੱਕੋ ਹੀ ਲਾਈਨ ਆ, ਇੱਕੋ ਹੀ ਵਾਕ ਆ, ਉਹ ਸ਼ਬਦ ਨੂੰ ਵਾਰ-ਵਾਰ ਵਰਤ ਕੇ ਅਤੇ ਸ਼ੇਅਰ ਕਿਵੇਂ ਬਣਾਉਣਾ। ਉਸ ਇੱਕ ਸ਼ੇਅਰ ਮੇਰੇ ਯਾਦ ਆਉਂਦਾ ਹੁੰਦਾ, ਰੇ ਰਾਸਤੇ ਰਾਸਤੇ ਜਾਂਦੇ ਆ ਇਹ ਰਾਸ ਤੱਕਲੇ ਨੂੰ ਪਾਏ ਵੱਲ ਯਾਰਾ, ਵੱਲੀ ਵੱਲ ਕਢਾ ਕੇ ਵੱਲ ਹੋ ਗਏ ਤੂੰ ਕੀ ਵੱਲ ਅੰਦਰ ਪਾਇਆ ਵੱਲ ਯਾਰਾ, ਵੱਲ ਕੱਢਣੇ ਦਾ ਤੈਨੂੰ ਵੱਲ ਨਹੀਂ ਜਾਵੀਂ ਉਹਦੇ ਵੱਲ ਜਿਹਨੂੰ ਹੋਵੇ ਵੱਲ ਯਾਰਾ, ਫਜ਼ਲ ਸ਼ਾਹ ਉਦੋਂ ਵੱਲ ਹੋਵੇ ਜਦੋਂ ਰੱਬ ਹੋਵੇ ਤੇਰੇ ਵੱਲ ਯਾਰਾ। ਕਿਆ ਬਾਤ ਹੈ। ਸੋ ਇੱਕ ਵੱਲ ਲਫ਼ਜ਼ ਆ, ਉਹਨੂੰ ਬਾਰ-ਬਾਰ ਵਰਤ ਕੇ ਉਹਨਾਂ ਨੇ ਸ਼ੇਅਰ ਬਣਾਤਾ। ਪੱਤਾ ਪੱਤਾ ਪਤਾ ਦੇਵੇ ਪਤੀਆ ਪੱਤ ਦਾ ਏ ਕੱਲੀ ਕੱਲੀ ਕਲੀ ਉੱਤੇ ਤਖਤ ਕਿਸੇ ਨਾਰ ਦਾ, ਫੁੱਲ 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 ਬੈਠੇ ਫੁੱਲਾਂ ਹੇਠ ਫੁੱਲ ਬੈਠਾ ਕੱਪੜੇ ਸਵਾਰ। ਸੋ ਮੈਨੂੰ ਇਹੋ ਜਿਹੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਸੀ। ਅਤੇ ਜੇ ਚੰਗੀਆਂ ਲੱਗਦੀਆਂ ਤਾਂ ਬੰਦਾ ਫਿਰ ਆਪਣੀ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦਾ ਕਿ ਨਹੀਂ। ਅਤੇ ਉਹ ਮੈਨੂੰ ਲੈਬੋਰਟਰੀ 'ਚ ਮੌਕਾ ਨਹੀਂ ਸੀ ਮਿਲਦਾ। ਬਾਕੀ ਜਦੋਂ ਮੈਂ ਯੂਨੀਵਰਸਿਟੀ 'ਚ MSc ਕੀਤੀ ਹੈ ਬਾਇਓਟੈਕ, ਅਤੇ ਉਦੋਂ ਬੀਨੂ ਬਾਈ ਨੇ ਆ ਜਾਣਾ, ਬੀਨੂ ਢਿੱਲੋਂ ਆਪਣਾ ਉਦੋਂ ਭੰਗੜਾ ਸਿਖਾਉਂਦਾ ਸੀ ਬੀਨੂ। ਅਤੇ ਸਾਡੇ ਮਾਹੌਲ ਹੀ ਹੋਰ ਕਿਸਮ ਦਾ ਸੀ। ਪੜ੍ਹਦਾ ਮੈਂ ਸਾਇੰਸ ਸੀ ਪਰ ਅਸੀਂ ਵਿਆਹਾਂ 'ਤੇ ਬੋਲੀ ਨਹੀਂ ਸੀ ਟੁੱਟਣ ਦਿੰਦੇ। ਇੱਕ ਉਹ ਹੁੰਦਾ ਨਾ ਵੀ ਹਰ ਚੀਜ਼ ਕੁਛ ਨਾ ਕੁਛ ਤੁਹਾਡੇ ਦਿਮਾਗ 'ਚ ਫੀਡ ਹੋਈ ਜਾਣੀ। ਅਤੇ ਉਹਦੇ ਨਾਲ ਫਿਰ ਆ ਜਿਹੜੇ ਕਲਚਰਲ ਸ਼ੋਅ ਸੀ ਮੈਨੂੰ ਬੜੇ ਸੌਖੇ ਲੱਗਦੇ ਸੀ ਕਰਨੇ। ਅਤੇ ਇਹ ਸਾਰੀਆਂ ਚੀਜ਼ਾਂ ਸਾਰੇ ਰਾਹ ਮੈਨੂੰ ਲੱਗਦਾ ਸੀ ਉੱਧਰ ਨੂੰ ਹੀ ਜਾਂਦੇ। ਜਿਵੇਂ ਉਹ ਬੋਲੀ ਮੈਂ ਬਹੁਤ ਸੁਣਾਉਂਦਾ ਸੀ, ਲੋਕ ਲੋਕ ਲਾਈਆਂ ਪ੍ਰਗਟ ਹੋਈਆਂ ਵੱਜ ਗਏ ਢੋਲ ਨਗਾਰੇ, ਯਾਰੀ ਤੇਰੀ 'ਚੋਂ ਖੱਟਿਆ ਕੁਛ ਨਹੀਂ ਸੁਣ ਲੰਮੀਏ ਮੁਟਿਆਰੇ, ਸਿਰ ਤੋਂ ਲੈ ਕੇ ਪੈਰਾਂ ਤਾਈਂ ਨਕਸ਼ ਗਣਾ ਦੂੰ ਸਾਰੇ, ਸਿਰ 'ਤੇ ਤੇਰੇ ਸੋਹਦਾ ਡੋਰੀਆ ਕੇਸ ਮੱਖਣਾਂ ਦੇ ਪਾਲੇ, ਗੁੱਤ ਤਾਂ ਤੇਰੀ ਕਰੀ ਸ਼ੌਕ ਨਾ ਨਾਗ ਵਾਂਗ ਵਲਖਾਵੇ, ਮੱਥਾ ਤੇਰਾ ਚੰਨ ਪੁੰਨਿਆਂ ਦਾ ਪੈਂਦੇ ਨੇ ਚਮਕਾਰੇ, ਰਹਿੰਦੇ ਖੂੰਦੇ ਪੱਟੀ ਜਾਂਦੇ ਕੰਨਾਂ ਤੇਰਿਆਂ ਦੇ ਵਾਲੇ, ਬੁੱਲਤ ਤੇਰੇ ਪਾਨੋਂ ਪਤਲੇ ਗੱਲਾਂ ਸ਼ੱਕਰ ਪਾਰੇ, ਤੁਰਦੀ ਦਾ ਲਕ ਝੂਟੇ ਖਾਂਦਾ ਝੁਮਕੇ ਲੈਣ ਹੁਲਾਰੇ ਨੇ ਤੇਰੀ ਫੋਟੋ 'ਤੇ ਸ਼ਰਤਾਂ ਲਾਉਣ ਕੁਆਰੇ। ਸੋ ਕੋਈ ਵੀ ਚੀਜ਼ ਆ, ਕੋਈ ਵੀ ਇੰਟਰਸਟ ਆ, ਜੇ ਤੁਸੀਂ ਉਹਨੂੰ ਬਾਰ-ਬਾਰ ਇੰਟਰਸਟ ਨੂੰ ਪਰਸੂ ਕਰੀ ਜਾਣਾ, ਫੋਲੋ ਕਰੀ ਜਾਣਾ, ਤਾਂ ਤੁਹਾਡੇ ਸੁਭਾਅ ਦਾ ਉਹਨੇ ਅੰਗ ਬਣ ਜਾਣਾ। ਅੱਜ ਤੁਹਾਨੂੰ ਸੁਣਾਈ ਕੱਲ੍ਹ ਨੂੰ ਕਿਤੇ ਹੋਰ ਸੁਣਾਊਂ ਤਾਂ ਇਹ ਹੋਰ ਪੱਕਦੀ ਪੱਕੀ ਜਾਣੀ। ਅਤੇ ਇਹ ਫਿਰ ਹੁਣ ਲੈਬੋਰਟਰੀ 'ਚ ਤਾਂ ਮੈਂ ਸੁਣਾਉਣੋਂ ਰਿਹਾ, ਆਪਣਾ ਡਾਟਾ ਪ੍ਰਜੈਂਟ ਕਰਨ ਵੇਲੇ ਤਾਂ ਦੱਸਣੋਂ ਰਿਹਾ ਵੀ ਮੈਨੂੰ ਆ ਵੀ ਆਉਂਦਾ। ਅਤੇ ਇਸ ਕਰਕੇ ਫਿਰ ਮੈਂ ਰੇਡੀਓ ਵਾਲੇ ਪਾਸੇ ਨੂੰ ਹੋ ਗਿਆ। ਬਿਲਕੁਲ, ਗੱਲਾਂ ਵੀ ਵੈਸੇ ਤੁਸੀਂ ਸਾਇੰਸ ਨਾਲੋਂ ਜ਼ਿਆਦਾ ਮੀਡੀਆ ਦੀਆਂ ਚਾਅ ਨਾਲ ਮੈਂ ਖੁਸ਼ ਹੋ ਕੇ ਕਰਦਾ। ਕਿਆ ਬਾਤ ਹੈ। ਪਰ ਘਰ ਦੇ ਤੁਹਾਡੇ ਕਿਸ ਰੋਲ ਦੇ ਨਾਲ ਜ਼ਿਆਦਾ ਖੁਸ਼ ਸੀਗੇ ਕਿ ਤੁਸੀਂ ਇੱਕ ਡਾਕਟਰ ਬਣ ਗਏ ਹੋ ਇਹਦੇ ਨਾਲ, ਜਾਂ ਫਿਰ ਤੁਹਾਨੂੰ ਆਸਟ੍ਰੇਲੀਆ ਦੇ ਇੱਕ ਸਰਕਾਰੀ ਰੇਡੀਓ ਦੇ ਵਿੱਚ ਸਰਕਾਰੀ ਨੌਕਰੀ ਮਿਲ ਗਈ, ਇਹਦੇ ਨਾਲੋਂ ਜ਼ਿਆਦਾ ਖੁਸ਼ ਸੀਗੇ? ਡੈਡੀ ਮੇਰੇ ਸਾਇੰਸ ਵਾਲੀ ਨੌਕਰੀ ਤੋਂ ਜ਼ਿਆਦਾ ਖੁਸ਼ ਸੀ। ਉਹਨਾਂ ਨੂੰ ਆਪਣਾ ਮੁੰਡਾ ਡਾਕਟਰ ਕਹਾਉਂਦਾ ਚੰਗਾ ਲੱਗਦਾ ਹੈ। ਪਰ ਜਦ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਵੀ ਨਹੀਂ ਮੇਰਾ ਧਿਆਨ ਇੱਧਰ ਨੂੰ ਆ, ਮਰਜ਼ੀ ਆ ਤੇਰੀ ਭਕਾਈ ਮਾਰਨੀ ਆ ਉੱਧਰ ਕਰ ਲਾ। ਅੱਛਾ। ਕਿਉਂਕਿ ਮੈਨੂੰ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਸੀ। ਤੂੰ ਵੀ ਕਹਿੰਦੇ ਆਪਦੇ ਬਾਪੂ ਤੇ ਹੀ ਆ, ਕਿਉਂਕਿ ਸਾਡੇ ਬਾਪੂ ਜੀ ਬੁਲਾਰੇ ਬੜੇ ਵਧੀਆ ਸੀ, ਗੱਲਾਂ ਬਾਤਾਂ ਉਹ ਵੀ ਕਿਤੇ ਗੇੜਾ ਨਹੀਂ ਸੀ ਖਾਣ ਦਿੰਦੇ। ਅਤੇ ਫਿਰ ਮੰਮੀ ਨੂੰ ਇਹ ਸੀ ਵੀ ਚੱਲ ਹੈ ਨਾ ਜਿਹੜੇ ਕੰਮ 'ਚ ਇਹਦੀ ਖੁਸ਼ੀ ਆ ਉਹ ਕਰ ਲਵੇ। ਇਸ ਕਰਕੇ ਰੇਡੀਓ ਵਾਲਾ ਪਾਸਾ ਠੀਕ ਹੀ ਰਹਿ ਗਿਆ, ਪਰ ਉਹਨਾਂ ਦਾ ਮਨ ਜ਼ਿਆਦਾ ਸੀ ਵੀ ਇਹ ਸਾਇੰਸ ਵਾਲੀ ਨੌਕਰੀ ਨੂੰ ਪਰਸੂ ਕਰੇ ਤਾਂ ਜ਼ਿਆਦਾ ਵਧੀਆ। ਜਦੋਂ ਪਿੰਡਾਂ 'ਚ ਆਪਾਂ ਆਉਂਦੇ ਹਾਂ ਹੈ ਨਾ, ਜਾਂ ਜਿਵੇਂ ਸਾਡਾ ਪਰਿਵਾਰ ਵੀ ਜਦੋਂ ਬਾਹਰੋਂ ਆਉਂਦਾ ਤਾਂ ਬਾਹਰ ਲਿਆ ਕੇ ਇੱਧਰ ਬਹੁਤ ਇਹ ਮਹਿਸੂਸ ਕਰਦੇ ਨੇ ਵੀ ਕਿਵੇਂ ਵਿਹਲੇ ਤੁਰੇ ਫਿਰਦੇ ਨੇ, ਕੁਛ ਕੰਮ ਨਹੀਂ ਕਰਦੇ, ਕੋਈ ਧੰਦਾ ਨਹੀਂ ਕਰਦੇ ਹੈਗੇ, ਹੈ ਨਾ। ਅਤੇ ਮੈਨੂੰ ਵੀ ਇਹ ਲੱਗਦਾ ਹੁੰਦਾ ਕਿ ਜਦੋਂ ਸੱਚੀ ਪਿੰਡਾਂ ਨਾਲੋਂ ਸ਼ਹਿਰਾਂ ਦਾ ਥੋੜ੍ਹਾ ਜਿਹਾ ਫਰਕ ਹੈਗਾ, ਹੈ ਨਾ। ਉੱਥੇ ਤੋਂ ਜਿਵੇਂ ਹੁਣ ਮੇਰੀ ਟੀਮ 'ਚ ਸਾਡੇ ਨਾਲ ਮੁੰਡੇ ਕੰਮ ਕਰਦੇ ਨੇ, ਮੇਰੇ ਤੋਂ 9-9 ਸਾਲ ਛੋਟੇ ਨੇ ਨਾ, ਮੈਨੂੰ ਲੱਗਦਾ ਕਿ ਇਹ 9 ਸਾਲ ਛੋਟੇ ਹੋ ਕੇ ਅੱਜ ਮੇਰੇ ਬਰਾਬਰ ਕੰਮ ਕਰ ਰਹੇ ਨੇ, ਹੈ ਨਾ, ਚੰਗੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਨੇ। ਪਰ ਜਦੋਂ ਤੁਸੀਂ ਪਿੰਡ ਆਉਂਦੇ ਹੋ, ਤੁਸੀਂ ਦੇਖਦੇ ਹੋ ਕਿ ਤੁਹਾਡੇ ਚਾਚੇ ਤਾਏ ਦੇ ਨਿਆਣੇ ਨੇ ਜਿਹੜੇ ਉਹ 26-26 ਸਾਲਾਂ ਦੇ ਹੋ ਗਏ ਨੇ, ਕਿਸੇ ਉਹ ਨਾ ਟੈਂਪਰੇਰੀ ਨਾ ਪਰਮਾਨੈਂਟ ਜੋਬ 'ਤੇ ਨਹੀਂ ਹੈਗੇ, ਹੈ ਨਾ। ਇੱਕ ਉਹਨਾਂ ਨੂੰ ਬਸ ਇਹ ਹੁੰਦਾ ਹੈ ਕਿ ਹਾਂ ਜ਼ਮੀਨ ਹੈਗੀ ਆ, ਚੱਲ
ਚਲ ਜ਼ਮੀਨ ਹੈਗੀ ਆ, ਹੋਰ ਨਹੀਂ ਤਾਂ ਖੇਤੀ ਕਰ ਲਾਂਗੇ, ਖੇਤੀ ਨਹੀਂ ਹੋਊਗੀ ਤਾਂ ਮਾਮਲੇ ਤੇ ਦੇਗੇ ਤਾਂ ਠੇਕਾ ਖਾਈ ਜਾਵਾਂਗੇ, ਹੈ ਨਾ। ਸੋ ਇੱਥੇ ਮਤਲਬ ਸਾਡੇ ਜਿਹੜੇ ਨਿਆਣੇ ਨੇਗੇ ਉਹਨਾਂ ਨੂੰ ਕੋਈ ਕੀ ਇਹੋ ਜਿਹੀ ਮਤਲਬ ਪ੍ਰੇਰਨਾ ਹੋਣੀ ਚਾਹੀਦੀ ਆ, ਜਾਂ ਘਰਾਂ ਚੋਂ ਕੋਈ ਸੇਧ ਇਦਾਂ ਦੀ ਮਿਲਣੀ ਚਾਹੀਦੀ ਹੈ, ਜਾਂ ਮਾਂ-ਬਾਪ ਦਾ ਰੋਲ ਕੀ ਹੋਣਾ ਚਾਹੀਦਾ ਕਿ ਇੱਕ ਤਾਂ ਸਾਨੂੰ ਹੁੰਦਾ ਕਿ ਅਸੀਂ ਬਾਹਰ ਚਲੇ ਜਾਈਏ, ਹੈ ਨਾ। ਜੇ ਉਹ ਬਾਹਰ ਨਹੀਂ ਵੀ ਜਾ ਰਹੇ ਹੈਗੇ ਤਾਂ ਪੰਜਾਬ ਦੇ ਵਿੱਚ ਉਹ ਆਪਣਾ ਫਿਊਚਰ ਕਿਵੇਂ ਦੇਖ ਸਕਦੇ ਨੇਗੇ, ਕੀ ਸੇਧ ਹੋਣੀ ਚਾਹੀਦੀ ਉਹਨਾਂ ਦੇ ਲਈ? ਇਹ ਸਬਜੈਕਟ ਬਹੁਤ ਵੱਡਾ, ਇਹਦੇ ਤੇ ਮੇਰੇ ਖਿਆਲ ਨਾਲ ਰਿਸਰਚ ਵੀ ਹੋਣੀ ਚਾਹੀਦੀ ਆ ਤੇ ਚਿੰਗ ਲਾਉਣੀ ਤਾਂ ਪੈਣੀ ਹੋਈ ਆ। ਇੱਥੇ ਤੁਸੀਂ ਦੇਖੋਗੇ ਵੀ ਵਿਹਲੇ ਰਹਿ ਕੇ ਸਾਰੀ ਉਮਰ ਬੰਦਾ ਬੜੇ ਆਰਾਮ ਨਾਲ ਕੱਟ ਦਿੰਦਾ। ਆਖੇ ਭਾਜੀ ਕੀ ਕਰਦੇ ਹੁੰਦੇ ਹੋ, ਉਹ ਕਹਿੰਦੇ ਜੀ ਵਿਹਲੇ ਰਹਿਣ ਤੋਂ ਹੀ ਨਹੀਂ ਟਾਈਮ ਲੱਗਦਾ। ਇਸ ਕਿਸਮ ਦਾ ਮਾਹੌਲ ਆ। ਤੇ ਜਿਹੜੇ ਲੋਕ ਕੰਮ ਕਰਦੇ ਆ ਉਹ ਬਹੁਤ ਜ਼ਿਆਦਾ ਕੰਮ ਕਰਦੇ ਆ, ਮਿੱਟੀ ਨਾਲ ਮਿੱਟੀ ਹੁੰਦੇ ਆ, ਪਰ ਉਹਨਾਂ ਕੋਲ ਮੈਨੂੰ ਲੱਗਦਾ ਬਈ ਓਨੇ ਚੰਗੇ ਰੋਲ ਮਾਡਲ ਨਹੀਂ, ਉਹਨਾਂ ਕੋਲ ਐਗਜ਼ਾਮਪਲਸ ਹੈ ਨਹੀਂ ਗੀਆਂ। ਹੁਣ ਜਿਵੇਂ ਆਂਢ ਗੁਆਂਢ 'ਚ ਆ ਹੈ ਨਾ, ਤਾਂ ਮੇਰੇ ਗੋਡੇ 'ਤੇ ਕੋਈ ਹੱਥ ਲਾ ਕੇ ਨਿਆਣੇ ਨੂੰ ਕਹੂ ਪੁੱਤ ਚਾਚੇ ਵਾਂਗੂ ਤੂੰ ਵੀ ਪੜ੍ਹੀ, ਇਹ ਕਹਿਣ ਦੀ ਬਜਾਏ ਉਹ ਕਹਿਣਗੇ ਪੁੱਤ ਤੇਰਾ ਚਾਚਾ ਹੀ ਆ, ਹੁਣ ਤੈਨੂੰ ਇਹ ਬਾਹਰ ਲੈ ਕੇ ਜਾਊ। ਇਹ ਦੋ ਅਲੱਗ-ਅਲੱਗ ਚੀਜ਼ਾਂ। ਬਿਲਕੁਲ ਸਹੀ ਗੱਲ। ਜੇ ਉਹਦੀ ਪੜ੍ਹਾਈ ਲਿਖਾਈ ਚੰਗੀ ਹੋਊਗੀ, ਜੇ ਉਹਦੀ ਅੰਗਰੇਜ਼ੀ ਚੰਗੀ ਹੋਊਗੀ, ਤਾਂ ਚਾਚੇ ਨੂੰ ਬਾਹਰ ਲਿਜਾਣ ਦੀ ਲੋੜ ਹੀ ਨਹੀਂ ਪੈਣੀ, ਉਹਨੇ ਆਪ ਹੀ ਚਲਿਆ ਜਾਣਾ। ਬਿਲਕੁਲ। ਜਾਂ ਉਹਦਾ ਵਿਜ਼ਨ ਇੰਨਾ ਜ਼ਿਆਦਾ ਪੜ੍ਹਾਈ ਲਿਖਾਈ ਨਾਲ ਖੁੱਲ੍ਹ ਜਾਣਾ ਵੀ ਉਹਨੂੰ ਇੱਥੇ ਕੋਈ ਚੰਗੀ ਨੌਕਰੀ ਮਿਲ ਜਾਣੀ। ਮਾਂ ਬਾਪ ਕੋ ਇੱਕ ਤਾਂ ਵਿਜ਼ਨ ਦੀ ਘਾਟ ਆ, ਇੱਕ ਅਸੀਂ ਚਾਹੁੰਦੇ ਹਾਂ ਪੱਕੀ ਪਕਾਈ, ਮਿਹਨਤ ਅਸੀਂ ਕਰਨੀ ਨਹੀਂ ਚਾਹੁੰਦੇ। ਆਹ ਚੱਕੋ ਜੀ 10,000 ਰੁਪਈਆ, ਮੈਂ ਅੰਗਰੇਜ਼ੀ ਸਿੱਖਣੀ ਨਹੀਂ, ਬਸ ਤੁਸੀਂ ਮੇਰਾ ਆਇਲਟਸ ਘਟਾਉਣਾ। ਹੁਣ ਕੋਈ ਤਬੀਤ ਤਾਂ ਹੈ ਨਹੀਂ ਜਿਹੜਾ ਘੋਲ ਕੇ ਪਿਆ ਦਿਆਂਗੇ। ਮਾਂ ਬਾਪ ਨੂੰ ਤਾਂ ਇਹ ਦੱਸਣਾ ਚਾਹੀਦਾ ਵੀ ਪੁੱਤ ਦਿਹਾੜੀ ਦੇ 8 ਤੋਂ 10 ਘੰਟੇ ਤੈਨੂੰ ਲਾਉਣੇ ਪੈਣੇ ਆ, ਪੜ੍ਹਨਾ ਪੈਣਾ, ਸਿੱਖਣਾ ਪੈਣਾ, ਤਾਂ ਕਿਤੇ ਤੇਰਾ ਜਾ ਕੇ ਕੁਛ ਬਣਨਾ। ਪਰ ਬੱਚੇ ਨੂੰ ਉਹ ਸੇਧ ਇਹ ਮਿਲਦੀ ਆ ਬਈ ਹੀਣ ਭਾਵਨਾ, ਤੁਹਾਡਾ ਕੁਛ ਨਹੀਂ ਬਣਨਾ, ਇੱਥੇ ਹੀ ਤੁਸੀਂ ਕੱਛਾਂ ਵਜਾਉਂਦਿਆਂ ਨੇ ਫਿਰਨਾ ਗਲੀਆਂ 'ਚ। ਉਹ ਜਿਹੜੀਆਂ ਐਗਜ਼ਾਮਪਲਸ ਨੇ ਨਾ, ਮਾਂ ਬਾਪ ਆਪਣੇ ਬੱਚੇ ਨੂੰ ਆਪ ਹੀ ਖਤਮ ਕਰੀ ਜਾਂਦੇ ਆ। ਜੇ ਤੁਸੀਂ ਹੁਣ ਬਾਹਰਲੇ ਮੁਲਕਾਂ 'ਚ ਨਿਆਣਿਆਂ ਨੂੰ ਦੇਖੋ, ਸਾਡਾ ਬੱਚਾ ਦੇਖੋ ਜੀ ਕਾਕਾ ਸ਼ਾਬਾਸ਼ ਏ, ਹੈ ਨਾ, ਇਹ ਫਸਟ ਆਇਆ, ਇਹ ਸੈਕਿੰਡ ਆਇਆ, ਬੱਚੇ ਤੇਰੇ ਵਰਗਾ ਕੌਣ ਆ, ਉਹਦੇ 'ਚ ਮਤਲਬ ਕੌਨਫੀਡੈਂਸ ਬੂਸਟ ਕਰੀ ਜਾਣਾ। ਅਤੇ ਉਹ ਬੱਚਾ ਕੱਲ੍ਹ ਨੂੰ ਸਟੇਜਾਂ 'ਤੇ ਖੜ੍ਹ ਕੇ ਵੀ ਤਾਂ ਉੱਦਾਂ ਹੀ ਬੋਲੂਗਾ ਨਾ। ਹੁਣ ਜੇ ਮੇਰੇ ਮਾਂ ਬਾਪ ਮੈਨੂੰ ਸ਼ਾਬਾਸ਼ ਦਿੰਦੇ ਸੀ ਤਾਂ ਮੈਂ ਗੁਜਰਾਲ ਸਕੂਲ 'ਚ ਪੀਟੀ ਕਰਾਉਣੀ ਕੱਛਾਂ ਛੱਤ ਦੇ ਕੇ, ਬਾਕੀ ਉੱਥੇ ਸਾਰੇ ਬਾਹਾਂ ਤੜਾਉਂਦੇ ਸੀ। 1 2 3 4 5 6 7 8 ਉਹ ਮੈਂ ਮੂਹਰੇ ਖੜ੍ਹ ਕੇ ਕਰਦਾ ਸੀ। ਉਹ ਜਿਹੜਾ ਐਕਸਪੋਜਰ ਆ, ਜਿਹੜੀ ਉਹ ਸ਼ਾਬਾਸ਼ ਆ, ਬੱਲੇ ਸ਼ੇਰਾ ਉਹਦੀ ਕਮੀ ਆ। ਅਤੇ ਜਿਹੜੇ ਲੋਕ ਪਿੰਡਾਂ ਦੇ ਕੁਛ ਬਣ ਗਏ ਉਹ ਆਪਣਿਆਂ ਨਾਲੋਂ ਟੁੱਟ ਗਏ, ਅਫਸਰ ਬਣ ਗਏ। ਬਹੁਤ ਵੱਡਾ ਰੀਜ਼ਨ ਆ। ਹਾਂ, ਹੁਣ ਮੈਂ ਤਾਂ ਆਪਣੇ ਪਿੰਡ ਨਾਲ ਸਾਂਝ ਆ, ਮੈਨੂੰ ਤਾਂ ਪਤਾ ਆ ਘੋਤਰੂ ਕੇ ਆ, ਪ੍ਰੀਤੂ ਕੇ ਆ, ਉਹ ਥਾਣੇਦਾਰ ਕੇ ਆ, ਉਹ ਰੱਬ ਕੇ ਆ, ਉਹ ਆਹ ਨੇ, ਉਹ ਨੇ, ਹੈ ਨਾ, ਉਹ ਸਾਰਿਆਂ ਨਾਲ ਤਾਂ ਹੈ ਨਾ ਮੇਰਾ ਤਾਂ ਸੰਬੰਧ ਉਵੇਂ ਹੀ ਆ। ਪਰ ਇਹੀ ਸੋਚੋ ਜੇ ਮੈਂ ਹੈ ਨਾ ਆਸਟ੍ਰੇਲੀਆ 'ਚ ਕੋਈ ਚੀਫ ਸਾਇੰਟਿਸਟ ਹੋਵਾਂ, ਉੱਥੇ ਮੈਂ ਪਤਾ ਨਹੀਂ ਕੀ ਬਣ ਜਾ, ਅਤੇ ਮੇਰਾ ਪਿੰਡ ਨਾਲੋਂ ਕਨੈਕਸ਼ਨ ਹੀ ਟੁੱਟ ਜੇ, ਤਾਂ ਗੁਆਂਢੀ ਸਾਡੇ ਕਿਵੇਂ ਕਹਿਣਗੇ ਵੀ ਸਾਡਾ ਮੁੰਡਾ ਉੱਥੇ ਆਹ ਬਣਿਆ ਹੋਇਆ, ਜਦ ਮੇਰੀ ਕੋਈ ਸਾਂਝ ਹੀ ਹੈ ਨਹੀਂ, ਸੰਬੰਧ ਹੀ ਹੈ ਨਹੀਂ। ਸੋ ਮੇਰਾ ਖਿਆਲ ਆ ਜਿਹੜੀ ਸਵਾਲ 'ਤੇ ਮੈਂ ਵਾਪਸ ਆਉਣਾ, ਜਿਹੜਾ ਤੁਸੀਂ ਪੁੱਛਿਆ ਵੀ ਫਿਰ ਕੀ ਕਰੀਏ, ਸਮੱਸਿਆ ਤਾਂ ਹੈਗੀ, ਪਹਿਲਾਂ ਤੈਨੂੰ ਡਾਇਗਨੋਜ਼ ਕਰੀਏ ਵੀ ਇਹ ਕਮੀ ਕਿੱਥੇ ਆ, ਪ੍ਰੋਬਲਮ ਕਿੱਥੇ ਆ। ਪ੍ਰੋਬਲਮ ਸਾਡੇ ਬੱਚਿਆਂ ਦੀ ਪੜ੍ਹਾਈ ਲਿਖਾਈ 'ਚ ਆ। ਪੜ੍ਹਨਾ ਕੋਈ ਚਾਹੁੰਦਾ ਨਹੀਂ, ਪਰ ਬਾਹਰ ਜਹਾਜ਼ ਦੀ ਬਾਰੀ ਨੂੰ ਹੱਥ ਪਾ ਕੇ ਬਾਹਰ ਪਹੁੰਚਣਾ, ਉੱਥੇ ਮੈਂ ਭਾਂਡੇ ਵੀ ਮਾਂਜ ਲੂੰ, ਉੱਥੇ ਮੈਂ ਸਭ ਕੁਛ ਕਰ ਲੂੰ, ਮੈਂ ਇੱਥੇ ਨਹੀਂ ਡੱਕਾ ਤੋੜ, ਇੱਥੇ ਨਹੀਂ ਕਰਨਾ। ਹਾਂ ਬਿਲਕੁਲ। ਤੁਸੀਂ ਐਂ ਕਰੋ, ਕੀਲਾ ਵੇਚੋ ਅਤੇ ਮੈਨੂੰ ਬਾਹਰ ਭੇਜੋ, ਜਾਂ ਮੈਨੂੰ ਵਿਆਹ ਕਰਕੇ ਭੇਜੋ, ਹੈ ਨਾ, ਸੱਗੀ ਕੇ ਸਾਥ ਪਰਾਂਦਾ ਵੀ ਜਾਤਾ ਹੈ, ਕੁੜੀ ਆਇਲਟਸ ਕਰੂਗੀ ਅਤੇ ਨਾਲ ਮੇਰਾ ਵਿਆਹ ਕਰਕੇ ਤੋਰੋ, ਝੂਠਾ ਸੱਚਾ। ਇੱਦਾਂ ਦੀ ਜਿਹੜੀ ਸੋਚ ਆ ਨਾ, ਉਹਨੇ ਸਾਨੂੰ ਬੜਾ ਸਾਡਾ ਬੇੜਾ ਗਰਕ ਕੀਤਾ। ਇੱਕ ਝੂਠਾ ਜੱਟਵਾਦ, ਜੱਟਾਂ ਦੇ ਮੁੰਡੇ ਤਾਂ ਐਂ ਕਰਦੇ ਹੁੰਦੇ ਆ, ਜ਼ਮੀਨ ਜੱਟ ਦੀ ਮਾਂ, ਨਾਲ ਲੱਗਦੀ ਤਾਂ ਛੱਡੀ ਦੀ ਨਹੀਂ, ਇਹ ਪਾਕਿਸਤਾਨ ਤਾਂ ਹੀ ਲੱਗੀ ਜਾਣੀ ਆ, ਹੈ ਨਾ। ਤੁਸੀਂ ਇਹਦੇ 'ਚੋਂ ਚੰਗੀ ਖੇਤੀ ਕਰ ਲਓ। ਹੁਣ ਤੁਹਾਡੇ ਕਿੱਡੇ ਸੋਹਣੇ ਐਪੀਸੋਡ ਨੇ, ਹੈ ਨਾ, ਲੋਕ ਕਿੰਨਾ ਆਪਣੇ ਆਪ ਨੂੰ ਡਾਇਵਰਸੀਫਾਈ ਕਰਦੇ ਆ, ਕੀ ਕੁਛ ਕਰਦੇ ਆ। ਆਲਣੀ ਦਾ ਮੋਹ ਪਾਓਗੇ ਤਾਂ ਇੱਥੇ ਜੋਗੇ ਰਹਿ ਜਾਓਗੇ। ਮੈਂ ਇਹ ਨਹੀਂ ਕਹਿੰਦਾ ਪਿੰਡ 'ਚੋਂ ਨਿਕਲੋ ਜਾਂ ਹੈ ਨਾ, ਬਾਹਰ ਜਾਣਾ ਹੀ ਤਰੱਕੀ ਆ, ਇਹ ਰੋਂਗ ਇੰਟਰਪ੍ਰੀਟੇਸ਼ਨ ਆ। ਬਾਹਰ ਜਾਣਾ ਵੀ ਇੱਕ ਤਰ੍ਹਾਂ ਨਾਲ ਚਲੋ ਹੈਗਾ, ਚੰਗੀ ਗੱਲ ਆ, ਉੱਥੇ ਤੁਹਾਨੂੰ ਜੇ ਰੁਜ਼ਗਾਰ ਦੇ ਸਾਧਨ ਚੰਗੇ ਆ, ਕੁਆਲਿਟੀ ਆਫ ਲਾਈਫ ਚੰਗੀ ਆ। ਸਭ ਤੋਂ ਜ਼ਰੂਰੀ ਗੱਲ ਜਿਹੜੀ ਮੈਂ ਕਹਿੰਦਾ ਹੁੰਦਾ, ਮੈਂ ਬਾਹਰ ਕਿਉਂ ਆ, ਮੈਂ ਬਾਹਰ ਇਸ ਲਈ ਆ ਕਿਉਂਕਿ ਉੱਥੇ ਹਵਾ, ਮਿੱਟੀ ਅਤੇ ਪਾਣੀ ਦੀ ਕਦਰ ਆ। ਇਹ 3 ਚੀਜ਼ਾਂ ਉੱਥੇ ਸਾਫ਼ ਨੇ। ਮੈਂ 2004 ਦਾ ਗਿਆ ਹੋਇਆ, ਰੱਬ ਤੋਂ ਡਰ ਕੇ ਕਹਿਣਾ 17 ਸਾਲਾਂ 'ਚ ਮੈਨੂੰ ਕਦੇ ਬੁਖਾਰ ਨਹੀਂ ਚੜ੍ਹਿਆ।
ਹਨਾ। ਮਤਲਬ ਤੁਹਾਡੀ ਤੰਦਰੁਸਤੀ ਆਪਣੇ ਆਪ ਚੰਗੀ ਹੋ ਜਾਣੀ ਹੈ, ਇਸ ਕਰਕੇ ਲੋਕ ਬਾਹਰ ਭੱਜਦੇ ਆ। ਪਰ ਜਿਹੜੇ ਇੱਥੋਂ ਦੇ ਮਾਪੇ ਆ ਉਹ ਆਪਣੇ ਨਿਆਣਿਆਂ ਨੂੰ ਇਹੀ ਸਿਖਾਉਣ ਵੀ ਕਾਕਾ ਪੜ੍ਹ ਲਓ, ਲਿਖ ਲਓ, ਨੌਕਰੀ ਨਾ ਵੀ ਮਿਲੀ ਨਾ ਤੁਹਾਡਾ ਘੱਟੋ ਘੱਟ ਵਿਜ਼ਨ ਤਾਂ ਖੁੱਲੂਗਾ ਨਾ। ਖੁੱਲੂਗਾ, ਬਿਲਕੁਲ ਸਹੀ ਪੜ੍ਹਾਈ ਗੱਲ ਹੈ। ਲਿਖਾਈ ਨਾਲ ਕੋਈ ਅਕਲ ਤਾਂ ਆਊਗੀ ਨਾ, ਕੁਝ ਸਿੱਖੋਗੇ ਤਾਂ ਸਹੀ ਨਾ। ਹਾਂ ਹਾਂ ਖੇਤੀਬਾੜੀ ਆ ਤਾਂ ਖੇਤੀਬਾੜੀ 'ਚ ਕੋਈ ਵੀ ਫੀਲਡ ਆ, ਕੋਈ ਵੀ ਹੈ ਨਾ, ਉਸ ਫੀਲਡ 'ਚ ਮਿਹਨਤ ਕਰ ਲਓ। ਖੇਤੀਬਾੜੀ ਆ ਖੇਤੀਬਾੜੀ 'ਚ ਮਿਹਨਤ ਕਰ ਲਓ। ਪਰ ਮੈਂ ਦੇਖਦਾ ਖੇਤੀਬਾੜੀ 'ਚ ਮਿਹਨਤ ਘੱਟ ਤੇ ਲਾਲਾ ਜ਼ਿਆਦਾ। ਜਿਵੇਂ ਆਪਣੇ ਦੂਰ ਨੇੜੇ ਦੇਖਾਂ ਨਾ, ਸ਼ਰਾਬ ਵਾਲੇ ਪਾਸੇ ਨੂੰ ਪੰਜਾਬ ਬਹੁਤ ਆ। ਓਨੇ ਲੋਕ ਮੇਰਾ ਖਿਆਲ ਦੁਨੀਆ ਦੇ ਸਮੁੰਦਰ 'ਚ ਡੁੱਬ ਕੇ ਨਹੀਂ ਮਰੇ ਜਿੰਨੇ ਸ਼ਰਾਬ ਦੇ ਸਮੁੰਦਰ 'ਚ ਡੁੱਬ ਕੇ ਮਰ ਗਏ। ਤੁਸੀਂ ਕਿਸੇ ਦੇ ਘਰ ਚਲੇ ਜਾਓ, ਜੇ ਤੁਹਾਨੂੰ ਸ਼ਾਮ ਨੂੰ ਉਹਨਾਂ ਨੇ ਸ਼ਰਾਬ ਨਾ ਪਿਆਈ ਨਾ ਤਾਂ ਤੁਸੀਂ ਕਹਿਣਾ ਇਹਨਾਂ ਨੇ ਸੇਵਾ ਨਹੀਂ ਕੀਤੀ ਹੈ ਨਾ। ਇੱਦਾਂ ਦਾ ਕਲਚਰ ਅਸੀਂ ਬਣਾ ਲਿਆ। ਸ਼ਾਮ ਨੂੰ ਛੱਡੋ ਵੀ ਜੀ, ਦੁਪਹਿਰੇ ਵੀ ਤੁਸੀਂ ਚਲੇ ਜਾਓ ਨਾ, ਮਤਲਬ ਆਪਾਂ ਹੀ ਆਪਣੀਆਂ ਰਿਸ਼ਤੇਦਾਰੀਆਂ 'ਚ ਚੱਲੀ, ਮੇਰਾ ਘਰ ਵਾਲਾ ਨਾਲ ਹੋਵੇ ਤੇ ਨਾ ਮਤਲਬ ਰਿਸ਼ਤੇਦਾਰ ਕਹਿਣਗੇ ਨਹੀਂ ਚਾਹੇ ਦੁਪਹਿਰ, ਮੈਂ ਕਹੂੰਗੀ ਹਲੇ ਤਾਂ ਦੁਪਹਿਰ ਨਹੀਂ ਪ੍ਰਾਹੁਣਾ ਕੀ ਕਹੂਗਾ। ਹਾਂ ਪ੍ਰਾਹੁਣਾ ਕੀ ਕਹੂਗਾ। ਆ ਕੇ ਤੁਹਾਡਾ ਮੋਗੇ ਵਾਲਾ ਪ੍ਰਾਹੁਣਾ ਆਇਆ ਸੀ ਪਿੰਡਾਂ 'ਚ, ਤੁਹਾਨੂੰ ਪਤਾ ਹੀ ਹੈ ਚੱਲਦੇ ਫਿਰਦੇ CCTV ਬੁੜੀਆਂ, ਉਹ ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗਿਆ, ਕਹਿੰਦੀ ਜੀ ਬਿਸਤਰਾ ਸੁੱਕਦਾ ਸੀ। ਮੋਗੇ ਵਾਲਾ ਹੀ ਆਇਆ ਹੋਣਾ, ਕਹਿੰਦੀ ਫਿਰੋਜ਼ਪੁਰ ਵਾਲਾ ਤਾਂ ਰਾਧਾ ਸੁਆਮੀ ਆ। ਮਤਲਬ ਚੁਟਕਲੇ ਬਣੇ ਹੋਏ ਆ। ਇਸ ਚੀਜ਼ ਨਾਲ ਨਾ ਖੇਤੀਬਾੜੀ ਨੂੰ ਵੀ ਬਹੁਤ ਜੋੜ ਕੇ ਦੇਖਦਾ। ਸਾਰੀ ਦਿਹਾੜੀ ਦਾ ਭੰਨਿਆ ਟੁੱਟਿਆ ਬੰਦਾ ਸ਼ਾਮ ਨੂੰ ਘਰੇ ਆ ਕਹਿੰਦਾ ਯਾਰ ਅੱਜ ਪੈਗ ਲਾਉਣੇ। ਹਰ ਚੀਜ਼ ਨਾਲ ਕੁਛ ਨਾ ਕੁਛ ਜੁੜਦਾ। ਮੈਂ ਇਹ ਨਹੀਂ ਕਹਿੰਦਾ ਖੇਤੀਬਾੜੀ ਤੁਹਾਨੂੰ ਸ਼ਰਾਬ ਪਿਆਉਂਦੀ ਆ, ਪੀਣ ਵਾਲੇ ਤਾਂ ਤੁਸੀਂ ਹੀ ਹੋ, ਪਰ ਉਹੋ ਜਿਹੀ ਸੰਗਤ, ਉਹੋ ਜਿਹੇ ਲੋਕ ਤੁਹਾਨੂੰ ਮਿਲਦੇ ਜਾਂਦੇ ਆ। ਪਰ ਜੇ ਪੜ੍ਹਾਈ ਲਿਖਾਈ ਵਾਲੇ ਮਿਲਣਗੇ ਤਾਂ ਫਿਰ ਪੜ੍ਹਾਈ ਲਿਖਾਈ ਦੀਆਂ ਗੱਲਾਂ ਹੋਣਗੀਆਂ। ਜਿਹੋ ਜਿਹੀ ਤੁਹਾਡੀ ਸੰਗਤ ਹੋਊ ਉਹੋ ਜਿਹਾ ਤੁਹਾਡੇ 'ਤੇ ਅਸਰ ਹੋਊ। ਇਸ ਲਈ ਪਿੰਡਾਂ 'ਚ ਰੋਲ ਮਾਡਲ ਘੱਟ ਨੇ, ਪੜ੍ਹਾਈ ਲਿਖਾਈ ਵਾਲੇ ਬੱਚੇ ਘੱਟਦੇ ਜਾ ਰਹੇ ਆ। ਚੌਂਤਰੇ 'ਤੇ ਬੈਠੇ ਆ, ਚਿੱਟਾ ਪੀ ਜਾਣਗੇ, ਪੈਰਾਂ ਭਰ ਬੈਠੇ ਆ, ਤਾਸ਼ ਕੁੱਟੀ ਜਾਣਗੇ। ਉਹਨਾਂ ਦਾ ਸਰ ਗਿਆ ਜਾਂ ਸਰ ਜਾਣਾ, ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਬਾਪੂ ਕੋਲ 10 ਕਿੱਲੇ 15 ਕਿੱਲੇ ਹੈਗੇ, ਜੇ ਕੁਛ ਨਾ ਵੀ ਕਰੀਏ ਤਾਂ ਵੀ ਚੱਲ ਜਾਣਾ। ਤੇ ਜਿਹੜਾ ਨਸ਼ੇ ਵਾਲਾ ਬੰਦਾ ਉਹ ਘਰ 'ਚ ਚੋਰੀਆਂ ਵੀ ਕਰੂ, ਆਪਦੇ ਮਾਂ-ਬਾਪ ਦੇ ਗਲ ਅੰਗੂਠਾ ਵੀ ਦਊ, ਮਾਂ ਪਿਓ ਨੂੰ ਇਹ ਵੀ ਕਹੂ ਵੀ ਇਹਨੇ ਫਾਹਾ ਲੈ ਕੇ ਮਰ ਜਾਣਾ, ਇਹਨੂੰ ਪੈਸੇ ਦੇ ਦਿਓ। ਪੜ੍ਹਾਈ ਲਿਖਾਈ ਕਰੋਗੇ ਤਾਂ ਘੱਟੋ ਘੱਟ ਸਿਸਟਮ 'ਚੋਂ ਥੋੜ੍ਹਾ ਜਿਹਾ ਉਸ ਚੀਜ਼ 'ਚੋਂ ਤਾਂ ਬਾਹਰ ਨਿਕਲੋਗੇ ਨਾ। ਸ਼ਹਿਰ ਜਾਓਗੇ, ਉੱਥੇ ਪੜ੍ਹਾਈ ਕਰੋਗੇ, ਉੱਥੇ ਤੁਹਾਨੂੰ ਲੋਕ ਮਿਲਣਗੇ ਹੈ ਨਾ ਉਹ ਜਿਹੇ ਜਿਹੜੇ ਤੁਹਾਡੇ ਤੋਂ ਜ਼ਿਆਦਾ ਜਾਣਦੇ ਆ। ਫਿਰ ਤੁਸੀਂ ਉਹਨਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰੋਗੇ ਪੜ੍ਹਾਈ ਲਿਖਾਈ 'ਚ, ਜਿਵੇਂ ਅਸੀਂ ਕੀਤਾ ਨਾ। ਹੁਣ ਸਾਡੇ ਗੁਜਰਾਲ ਸਕੂਲ ਸਾਨੂੰ ਦੱਸਣਾ ਜਿਸਤ ਤੇ ਟਾਂਕ, ਉੱਥੇ ਈਵਨ ਔਡ ਆ। ਮੈਂ ਪਹਿਲੇ 3 ਦਿਨ ਲੁਧਿਆਣੇ ਬੌਂਦਲੇ ਹੀ ਰਿਹਾ ਗੌਰਮੈਂਟ ਕਾਲਜ, ਵੀ ਇਹ ਕਹੀ ਕੀ ਜਾਂਦੇ ਆ। ਉਹਦੇ 'ਚ ਕੀ ਸੀ, 3 ਨਾ ਵੰਡੇ ਤੇ ਜੇ 1 ਆਉਂਦਾ ਤਾਂ ਤੁਹਾਡਾ ਆਹ ਵਾ, ਜੇ 2 ਆਉਂਦਾ ਤਾਂ ਤੁਹਾਡਾ ਸੈਕਸ਼ਨ B ਆ। ਮੈਂ ਕਦੇ A 'ਚ ਬਹਿ ਜਾਣਾ, ਕਦੇ B 'ਚ ਬਹਿ ਜਾਣਾ, ਮੈਨੂੰ ਇਹੀ ਨਾ ਪਤਾ ਲੱਗਿਆ। ਪਰ ਹੌਲੀ ਹੌਲੀ ਮੈਂ ਉਹਨਾਂ ਲੋਕਾਂ ਨਾਲ ਕੰਪੀਟ ਕੀਤਾ, ਕਿਉਂਕਿ ਤੁਸੀਂ ਹੀਣ ਭਾਵਨਾ ਮਹਿਸੂਸ ਕਰਦੇ ਹੋ। ਪਰ ਹੁਣ ਇਹਦਾ ਦੂਜਾ ਪੱਖ ਕੀ ਆ, ਜਿਵੇਂ ਹੁਣ ਲੋਕ ਟਿਊਸ਼ਨਾਂ ਦੇ ਮਗਰ ਪਏ ਹੋਏ ਆ। ਸਾਡਾ ਮਿੱਤਰ ਆ ਉਹ ਜਗਰਾਓਂ ਤੋਂ, ਆਸਟ੍ਰੇਲੀਆ ਤੋਂ ਹੁਣੇ ਆਇਆ। ਉਹਦੀ ਬੇਟੀ ਨੇ ਆਪਦੇ ਬਾਪੂ ਨੂੰ ਪਤਾ ਕੀ ਕਿਹਾ, ਪਾਪਾ ਮੈਂ ਇਸ ਟਰਮ ਵਿੱਚ ਨਾ 6ਵੀਂ 'ਚ ਪੜ੍ਹਦੀ ਹੋ, ਮੈਂ ਟਿਊਸ਼ਨ ਨਹੀਂ ਰੱਖਣੀ। ਕਹਿੰਦੇ ਬੇਟੇ ਕਿਉਂ ਨਹੀਂ ਰੱਖਣੀ? ਆਪਾਂ ਜੋ ਟੀਚਰ ਪੜ੍ਹਾਉਂਦਾ ਹੁੰਦਾ ਮੈਨੂੰ ਪਹਿਲਾਂ ਹੀ ਪਤਾ ਹੁੰਦਾ, ਮੇਰਾ ਇੰਟਰਸਟ ਨਹੀਂ ਬਣਦਾ। ਹੁਣ ਤੁਸੀਂ ਇਹਦਾ ਦੂਜਾ ਪਾਸਾ ਦੇਖੋ ਨਾ, ਅਸੀਂ ਟਿਊਸ਼ਨ ਕਿਉਂ ਪੜ੍ਹਾਉਂਦੇ ਆ, ਵੀ ਇਹਨੂੰ ਪਹਿਲਾਂ ਹੀ ਪਤਾ ਲੱਗ ਜਾਏ ਵੀ ਉਹਨੇ ਕੀ ਪੜ੍ਹਾਉਣਾ। ਥੋੜ੍ਹਾ ਜਿਹਾ ਵਿਜ਼ਨ, ਥੋੜ੍ਹਾ ਜਿਹਾ ਚੇਂਜ ਕਰਨ ਦੀ ਲੋੜ ਆ। ਨਿਆਣੇ ਦੇ ਬੂਦੇ ਚੋਪੜ ਕੇ ਤੇ ਉਹਨੂੰ ਲਾ ਕੇ ਉਹਦੇ ਬੈਲਟ ਤੇ ਪ੍ਰਾਈਵੇਟ ਸਕੂਲ ਵਾਲੀ ਬੱਸ 'ਚ ਚੜ੍ਹਾ ਦੇਣਾ, ਇਹਦੇ ਨਾਲ ਤੁਹਾਡੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਬਿਲਕੁਲ ਸਹੀ ਆ। ਘਰ 'ਚ ਤੁਹਾਨੂੰ ਉਹਦੇ ਨਾਲ ਦਾ ਮਾਹੌਲ ਦੇਣਾ ਪੈਣਾ। ਬਿਲਕੁਲ ਪੜ੍ਹਾਈ ਲਿਖਾਈ ਦੀ ਕਦਰ ਪੈਣੀ ਚਾਹੀਦੀ ਆ, ਨਾ ਕਿ ਨੈਗੇਟਿਵ ਐਗਜ਼ਾਮਪਲ ਜਿੰਨਾ ਮਰਜ਼ੀ ਪੜ੍ਹ ਲੈ ਤੇ ਪੈਂਚਰ ਹੀ ਲਾਉਣੇ ਆ। ਜੇ ਤੁਸੀਂ ਉਹਨੂੰ ਇਹੀ ਕਹੀ ਜਾਓਗੇ ਤਾਂ ਬੱਚੇ ਨੇ, ਮੇਰਾ ਨਹੀਂ ਖਿਆਲ ਉਹ ਪੜ੍ਹੂ। ਜਦੋਂ ਨੂੰ ਘਰ 'ਚ ਇੰਪੀਟਸ ਇੱਦਾਂ ਦਾ ਮਿਲਣਾ, ਇੱਦਾਂ ਦੀ ਐਨਰਜੀ ਮਿਲਣੀ। ਬਿਲਕੁਲ। ਆਖਰੀ ਸਵਾਲ ਆ ਪ੍ਰਵਾਸੀ ਜ਼ਿੰਦਗੀ ਨੂੰ ਲੈ ਕੇ, ਕਿ ਅਸੀਂ ਇੱਧਰੋਂ ਜਾਂਦੇ ਹਾਂ ਕਿ ਸਾਡਾ ਬੈਟਰ ਫਿਊਚਰ ਆ, ਸਾਨੂੰ ਜ਼ਿਆਦਾ ਓਪਰਚੁਨਿਟੀਜ਼ ਨੇ ਉੱਥੇ, ਜ਼ਿਆਦਾ ਜ਼ਿੰਦਗੀ ਵਧੀਆ ਦੇ ਮੌਕੇ ਨੇ ਉੱਥੇ, ਹੈ ਨਾ। ਪਰ ਉੱਥੇ ਜਾ ਕੇ ਜਿਹੜੇ ਤਾਂ ਨਿਆਣੇ ਉੱਧਰ ਜਾ ਕੇ ਜੰਮੇ ਨੇ, ਉਹਨਾਂ ਦੇ ਲਈ ਉਹੀ ਮੁਲਕ ਆ ਉਹਨਾਂ ਦਾ, ਹੈ ਨਾ। ਉਹਨਾਂ ਦੀਆਂ ਬਿਲੋਂਗਿੰਗਸ ਉੱਥੇ ਨੇਗੀਆਂ। ਤੇ ਜਿਹੜੇ ਜਿਵੇਂ ਹੁਣ ਤੁਸੀਂ ਹੋ, ਤੁਹਾਡਾ ਜਨਮ ਇੱਥੋਂ ਦਾ ਸੀ, ਅੱਧੀ ਜ਼ਿੰਦਗੀ ਤੁਹਾਡੀ ਇੱਥੇ ਲੰਘੀ ਆ ਤੇ ਫਿਰ ਤੁਸੀਂ ਉੱਥੇ ਚਲੇ ਗਏ, ਹੈ ਨਾ। ਕਹਿੰਦੇ ਉਹ ਇੱਕ ਤਰ੍ਹਾਂ ਨਾਲ ਉਦਰੇਵੇਂ 'ਚ ਹੀ ਰਹਿੰਦੇ ਨੇਗੇ। ਇਹ ਵਾਕਈ ਸਹੀ ਗੱਲ ਹੈ? ਇਹਦੇ 'ਚ 2 ਗੱਲਾਂ। ਉਦਰੇਵਾਂ ਹੈਗਾ ਖਾਸ ਤੌਰ 'ਤੇ ਬਜ਼ੁਰਗਾਂ ਨੂੰ, ਕਿਉਂਕਿ ਅਸੀਂ ਉਹ ਸਿਸਟਮ ਸੋਸਾਇਟੀ 'ਚ ਫਿਰ ਵੀ ਆਪਣੀ ਥਾਂ ਬਣਾ ਲਈ। ਅਤੇ ਬਜ਼ੁਰਗ ਉੱਥੇ ਚੌਂਤਰਿਆਂ 'ਤੇ ਬੈਠੇ ਇਕੱਠੇ ਹੋ ਕੇ ਇਹੀ ਰੌਲਾ ਪਾਉਂਦੇ, ਉਹ ਇੱਥੇ ਕੁਛ ਨਹੀਂ, ਇੱਥੇ ਕੁਛ ਨਹੀਂ। ਅਤੇ ਉਹ ਕਹਿੰਦੇ ਬਾਪੂ ਫਿਰ ਤੂੰ ਇੰਡੀਆ ਮੁੜ ਜਾ ਜੇ ਕੁਛ ਨਹੀਂ। ਉਹ ਕਹਿੰਦਾ ਪੁੱਤ ਕੂਣੀ ਨੂੰ ਗੁੜ ਲੱਗਿਆ, ਨਾ ਖਾ ਹੁੰਦਾ ਨਾ ਛੱਡ ਹੁੰਦਾ। ਬੱਚਿਆਂ ਦੀ ਸੁਸਾਇਟੀ ਤਾਂ ਉੱਥੇ ਬਣ ਜਾਣੀ ਆ। ਜਿਹੋ ਜਿਹਾ ਹਾਣ ਪ੍ਰਮਾਣ ਉਹਨਾਂ ਨੂੰ ਮਿਲਣਾ, ਉਹਨਾਂ ਨੇ ਉਹਨਾਂ 'ਚ ਹੀ ਹੋ ਜਾਣਾ। ਜਿਹੜੇ ਬੱਚੇ ਹੁਣ ਨਾਨਾ ਨਾਨੀ ਨਾਲ ਦਾਦਾ ਦਾਦੀ ਨਾਲ ਰਹਿੰਦੇ ਆ, ਉਹਨਾਂ ਦੀ ਪੰਜਾਬੀ 'ਤੇ ਵੀ ਥੋੜ੍ਹੀ ਬਹੁਤ ਪਕੜ ਰਹਿਣੀ ਆ।
ਪਰ ਜਿਹੜੇ ਬਿਲਕੁਲ ਹੀ ਸੁਸਾਇਟੀ 'ਚੋਂ ਕੱਟੇ ਜਾਂਦੇ ਆ। ਸਾਡੇ ਨਾ ਸਾਨੂੰ ਮੇਰੀ ਪ੍ਰੋਫੈਸਰ ਰਸਲ ਸੀਗੀ ਜਿਹਨੇ ਮੇਰੀ PhD ਕੀਤੀ, ਉਹ ਸਵਾਲ ਕਰਦੀ ਹੁੰਦੀ, ਤੁਸੀਂ ਲੋਕ ਕਹਿੰਦੀ ਕੁਛ ਪੋਕਟਸ ਨੇ ਉੱਥੇ ਹੀ ਕੌਨਸਨਟਰੇਟਡ ਕਿਉਂ ਹੋ? ਗੁਰਦੁਆਰੇ ਦੇ ਆਲੇ ਦੁਆਲੇ ਜਾਂ ਤੁਹਾਡਾ ਕੋਈ ਰਿਲੀਜੀਅਸ ਟੈਂਪਲ ਆ ਉਹਦੇ ਆਲੇ ਦੁਆਲੇ ਕਿਉਂ ਆ? ਤੁਸੀਂ ਖਲਾਰਾ ਕਿਉਂ ਨਹੀਂ ਪਾਉਂਦੇ? ਤੁਸੀਂ ਲੋਕਾਂ 'ਚ ਜਾ ਕੇ ਗੋਰਿਆਂ 'ਚ ਕਿਉਂ ਨਹੀਂ ਰਹਿੰਦੇ? ਉਹਦੇ ਪਿੱਛੇ ਕਾਰਨ ਆ, ਅਸੀਂ ਆਪਣਿਆਂ ਵਿੱਚ ਰਹਿ ਕੇ ਖੁਸ਼ ਹਾਂ। ਸਾਨੂੰ ਆ ਜੋ ਸਾਡੀਆਂ ਵੈਲਿਊਜ਼ ਨੇ, ਜੋ ਸਾਡਾ ਕਲਚਰ ਆ ਜਾਂ ਸੋ ਕਾਲਡ ਸੱਭਿਆਚਾਰ ਆ, ਉਹ ਸਾਡੇ ਬੱਚਿਆਂ 'ਚ ਪਾਸ ਔਨ ਹੋਵੇ। ਇਹੀ ਕਾਰਨ ਆ ਕਿ ਅਸੀਂ ਮੈਲਬਰਨ 'ਚ ਤੁਸੀਂ ਦੇਖੋਗੇ 6 ਥਾਵਾਂ, ਉਹਨਾਂ ਦੀ ਪੰਜਾਬੀ ਡੈਂਸਿਟੀ ਬਹੁਤ ਜ਼ਿਆਦਾ। ਸਿਡਨੀ 'ਚ ਵੈਸਟ ਆ, ਉੱਥੇ ਪੰਜਾਬੀ ਬਹੁਤ ਜ਼ਿਆਦਾ। ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ, ਇੱਕ ਦੂਜੇ 'ਚ ਰਹਿਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਸਾਡੇ ਨਾਲ ਜੁੜੇ ਰਹਿਣ। ਮੈਂ ਨਹੀਂ ਕਹਿੰਦਾ ਇਹ ਕੋਈ ਚੰਗੀ ਗੱਲ ਆ ਜਾਂ ਮਾੜੀ ਗੱਲ ਆ, ਉਹ ਅਲੱਗ ਇੱਕ ਡਿਬੇਟ ਦਾ ਵਿਸ਼ਾ ਹੈ ਨਾ। ਜਾਂ ਤੁਸੀਂ ਬੱਚੇ ਨੂੰ ਹੁਣ ਬਾਹਰ ਹੀ ਲੈ ਗਏ ਤਾਂ ਹੁਣ ਬੱਚਾ ਉੱਥੋਂ ਦੀ ਸੁਸਾਇਟੀ 'ਚ ਕਿਉਂ ਨਾ ਖੁਸ਼ ਰਵੇ? ਤੁਸੀਂ ਉਹਦੇ 'ਤੇ ਕਿਉਂ ਜ਼ੁਲਮ ਕਰੋ? ਬਿਲਕੁਲ। ਪਰ ਸਾਡੀ ਟੈਂਡੈਂਸੀ ਕੀ ਆ, ਅਸੀਂ ਨਾਂ ਜਿਵੇਂ ਹੁਣ ਧਾਰਮਿਕ ਨਾਂ ਰੱਖ ਲਈਏ, ਹੈ ਨਾ, ਅਤੇ ਉਹੀ ਬੱਚਾ ਕੱਲ੍ਹ ਨੂੰ ਉੱਥੇ ਬੀੜੀਆਂ ਸ਼ਰਾਬ ਪੀਂਦਾ ਬਾਰ 'ਚ ਫਿਰੇ ਤਾਂ ਕਿੱਦਾਂ ਦਾ ਲੱਗੂ? ਅਤੇ ਬੱਚਾ ਕਹੂਗਾ ਮੈਨੂੰ ਆਪਣੇ ਧਾਰਮਿਕ ਨਾਂ ਦਾ ਬੋਝ ਝੱਲਣਾ ਪੈਂਦਾ ਡੈਡੀ, ਹੈ ਨਾ। ਉਹ ਤੁਸੀਂ ਸਿਸਟਮ ਸੁਸਾਇਟੀ 'ਚ ਕਿੱਦਾਂ ਆਪਣੇ ਆਪ ਨੂੰ ਫਿੱਟ ਕਰਨਾ, ਉਹਨੂੰ ਫਿਰ ਤੁਸੀਂ ਫੋਰਸ ਕਰੋਗੇ ਉਹੋ ਜਿਹੇ ਲੋਕਾਂ 'ਚ ਵੜਨ ਦੀ, ਅਤੇ ਉਹਦਾ ਜੀਅ ਨਹੀਂ ਲੱਗੂ ਉਹਨਾਂ 'ਚ। ਉਹ ਕਹੂਗਾ ਡੈਡੀ ਮੇਰੇ ਤਾਂ ਇੰਟਰਸਟ ਹੋਰ ਨੇ। ਉੱਥੇ ਫਿਰ ਕੌਨਫਲਿਕਟ ਤਾਂ ਹੈਗਾ। ਉਹ ਕੌਨਫਲਿਕਟ ਦਾ ਪਾਰ ਪਾਉਣਾ, ਉਹ ਕਈ ਲੋਕ ਕੁੜੀ ਜਾਂਦੇ ਆ, ਕਈ ਲੋਕ ਸੜੀ ਜਾਂਦੇ ਆ ਵੀ ਸਾਡੀ ਕੁੜੀ ਨੇ ਗੋਰੇ ਨਾਲ ਵਿਆਹ ਕਰਾ ਲਿਆ, ਅਤੇ ਕੱਲ੍ਹ ਨੂੰ ਜੇ ਮੁੰਡਾ ਗੋਰੀ ਵਿਆਹ ਕੇ ਲਿਆਉਂਦਾ ਤਾਂ ਹੋਰ ਆ, ਜੇ ਕੁੜੀ ਗੋਰੇ ਨਾਲ ਵਿਆਹ ਕਰਾਵੇ ਤਾਂ ਸਿਸਟਮ ਹੋਰ ਆ, ਜੇ ਕਾਲੇ ਨਾਲ ਕਰਾਵੇ ਤਾਂ ਹੋਰ ਆ। ਮਤਲਬ ਸੁਸਾਇਟੀ ਦਾ ਨਾ ਇੱਕ ਹੋਰ ਹੀ ਕੁਛ ਜਿਹਾ ਬਣ ਜਾਂਦਾ। ਅਸੀਂ ਜੱਫਾ ਮਾਰ ਕੇ ਰੱਖਣਾ ਚਾਹੁੰਦੇ ਹਾਂ ਬਈ ਇਹ ਹਿੱਲੇ ਨਾ, ਅਤੇ ਜੇ ਉਹ ਹਿੱਲਦਾ ਤਾਂ ਫਿਰ ਅਸੀਂ ਕਹਿੰਦੇ ਯਾਰ ਸਾਡੀ ਪਰਵਰਿਸ਼ 'ਚ ਕੋਈ ਕਮੀ ਰਹਿ ਗਈ। ਅਸੀਂ ਫਿਰ ਆਪਣੇ ਆਪ ਨੂੰ ਕੋਸਦੇ ਹਾਂ। ਪਹਿਲਾਂ ਤਾਂ ਲਾਈਫ 'ਚ ਸਟਰਗਲ ਕੀਤੀ ਉਸ ਮੁਕਾਮ 'ਤੇ ਪਹੁੰਚਣ ਦੀ, ਜਦ ਪਹੁੰਚ ਗਏ ਫਿਰ ਪਛਤਾਵਾ ਕੀਤਾ ਵੀ ਯਾਰ ਬੱਚਿਆਂ ਨੂੰ ਟਾਈਮ ਨਹੀਂ ਦੇ ਹੋਇਆ। ਸੋ ਬੈਲੈਂਸ ਇਜ਼ ਮਸਟ। ਤੁਹਾਡੇ ਮਨ ਨੂੰ ਟਿਕਾ ਹੋਣਾ ਚਾਹੀਦਾ ਵੀ ਇਹ 16 ਸਾਲ ਤੋਂ ਬਾਅਦ ਹੁਣ ਬੱਚੇ ਦਾ ਫੈਸਲਾ, ਉਹਨੇ ਕੀ ਕਰਨਾ ਕੀ ਨਹੀਂ ਕਰਨਾ ਉਹਦੀ ਮਰਜ਼ੀ ਆ, ਹੈ ਨਾ। ਉਹਨੂੰ ਉਹਦੇ ਹਾਲ 'ਤੇ ਛੱਡ ਦਿਓ। ਹਾਂ, ਜੇ ਤੁਸੀਂ ਬਾਹਲਾ ਉਹਨੂੰ ਘੁੱਟ ਕੇ ਜੱਫਾ ਮਾਰਨ ਦੀ ਕੋਸ਼ਿਸ਼ ਕਰੋਗੇ, ਰੋਡਵੇਜ਼ ਆ, ਜੇ ਬਾਹਲਾ ਮਗਰ ਭੱਜੋਗੇ ਤਾਂ 1.5 ਕਿਲੋਮੀਟਰ 'ਤੇ ਜਾ ਕੇ ਬ੍ਰੇਕਾਂ ਮਾਰਦੀ, ਨਹੀਂ ਅੱਡੇ 'ਤੇ ਰੁਕੂਗੀ। ਓਏ ਹੁਣ ਤੁਸੀਂ ਦੇਖਣਾ ਵੀ ਉਹ ਬ੍ਰੇਕਾਂ ਤੁਹਾਡੇ ਤੋਂ ਦੂਰ ਮਾਰੇ, ਤੁਹਾਡੇ ਤੋਂ ਬੱਚਾ ਝੂਠ ਬੋਲਣ ਲੱਗਦਾ ਹੀ ਤਾਂ, ਕਿਉਂਕਿ ਉਹਨੂੰ ਆਪਣੇ ਮਾਂ ਬਾਪ 'ਚ ਭਰੋਸਾ ਨਹੀਂ ਹੁੰਦਾ। ਉਹਨੂੰ ਪਤਾ ਵੀ ਇਹ ਸੱਚ ਬਰਦਾਸ਼ਤ ਨਹੀਂ ਕਰ ਸਕਦੇ, ਕਿਉਂਕਿ ਸਾਡੇ ਸੁਭਾਅ ਉੱਦਾਂ ਦੇ ਆ। ਅਸੀਂ ਚਾਹੁੰਦੇ ਹਾਂ ਵੀ ਇਹ ਸਾਡੀ ਸੁਸਾਇਟੀ 'ਚ ਰਹੇ, ਸਾਡੇ ਵਰਗੇ ਲੋਕਾਂ 'ਚ ਰਹੇ, ਪੰਜਾਬੀਆਂ 'ਚ ਹੀ ਰਹੇ, ਪਰ ਉੱਥੇ ਮਾਹੌਲ ਹੋਰ ਆ। ਮੁੱਠੀ ਭਰ ਸੀਕਾ ਹੈ ਧਰਤੀ ਭਰ ਬਾਕੀ ਹੈ। ਬਾਕੀ ਬੰਦਾ ਸਿੱਖਦਾ ਰਹਿੰਦਾ ਜਿਹਦੀ ਸਿੱਖਣ ਦੀ ਚਾਹ। ਬਾਕੀ ਹੁਣ ਜਿਵੇਂ ਜਿਹੜੀ ਚੀਜ਼ ਦੀ ਕਮੀ ਆ ਤੁਹਾਡੀ ਲਾਈਫ 'ਚ, ਤੁਸੀਂ ਉਸ ਵੱਲ ਨੂੰ ਭੱਜਦੇ ਹੋ। ਹੁਣ ਜਿਹੜੇ ਸਾਡੇ ਸੱਜਣ ਟਰੱਕ ਚਲਾਉਂਦੇ ਆ, ਟੈਕਸੀਆਂ ਚਲਾਉਂਦੇ ਆ, ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਮੁੰਡਾ ਬਸ ਪੜ੍ਹ ਲਵੇ ਕਿਵੇਂ। ਪੁੱਤ ਦੇਖ ਅਸੀਂ ਤਾਂ 12-12 ਘੰਟੇ ਦੀਆਂ ਸ਼ਿਫਟਾਂ ਲਾ ਲਈਆਂ, ਤੈਂ ਅਫਸਰ ਬਣਨਾ, ਅਤੇ ਮੈਂ ਪੜ੍ਹਾਈ ਲਿਖਾਈ ਵਾਲਾ ਪੱਥਰ ਚੱਟਿਆ ਆ। ਮੈਂ ਇਹ ਕਹਿਣਾ ਵੀ ਯਾਰ ਇਹਨੂੰ ਸਪੋਰਟਸ 'ਚ ਪਾਉਣਾ। ਮੇਰੀ ਜ਼ਿੰਦਗੀ ਦੇ ਫਿੱਟੇ ਮੂੰਹ ਇਸ ਮਾਮਲੇ 'ਚ ਆ ਵੀ ਮੈਂ ਆਪਣੇ ਆਪ ਨੂੰ ਫਿੱਟ ਨਹੀਂ ਰੱਖਿਆ, ਮੇਰੇ ਸਪੋਰਟਸ ਵਾਲੇ ਪਾਸੇ ਹੈ। ਉਹ ਬੰਦੇ ਨੇ ਉਸ ਪਾਸੇ ਨੂੰ ਭੱਜਣਾ ਹੀ ਭੱਜਣਾ। ਜੇ ਉਹ ਬੱਚਾ ਟੂ ਮੱਚ ਪੰਜਾਬੀ ਵਾਲੇ ਪਾਸੇ ਆ, ਫਿਰ ਤੁਹਾਨੂੰ ਲੱਗਣਾ ਵੀ ਯਾਰ ਅੰਗਰੇਜ਼ੀ ਕਿਉਂ ਨਹੀਂ ਬੋਲਦਾ, ਅੰਗਰੇਜ਼ੀ ਸਿੱਖੀ ਸੋਸਾਇਟੀ ਦਾ ਇਹ ਆ। ਜੇ ਉਹ ਟੂ ਮੱਚ ਅੰਗਰੇਜ਼ੀ ਬੋਲਦਾ ਤੁਸੀਂ ਕਹਿਣਾ ਯਾਰ ਮਾਮੂਲੀ ਨਾਲ ਟੁੱਟ ਗਈ। ਬਸ ਇੱਦਾਂ ਹੀ ਇਹ ਕੌਨਫਲਿਕਟ ਚੱਲਦਾ ਰਹਿਣਾ। ਅਤੇ ਤੁਸੀਂ ਆਪਣੇ ਮਨ ਨੂੰ ਕਿਵੇਂ ਟਿਕਾਉਣਾ, ਟਿਕਾ ਰੱਖਣਾ, ਉਹ ਤੁਹਾਡੇ ਆਪਣੇ 'ਤੇ। ਬਿਲਕੁਲ। ਸੋ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਹਮੇਸ਼ਾ ਤੁਸੀਂ ਸਾਡਾ ਮਾਣ ਰਹੋਗੇ। ਤੁਹਾਨੂੰ ਦੇਖ ਕੇ ਸਾਨੂੰ ਇੰਸਪੀਰੇਸ਼ਨ ਆਉਂਦੀ ਆ। ਯਕੀਨਨ ਜਿੰਨੇ ਲੋਕ ਸਾਨੂੰ ਇਸ ਵੇਲੇ ਵੇਖ ਰਹੇ ਹੋਣਗੇ ਜਾਂ ਅੱਗੋਂ ਆਪਣੇ ਬੱਚਿਆਂ ਨੂੰ ਦਿਖਾਉਣਗੇ, ਉਹਨਾਂ ਨੂੰ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ ਸੇਧ ਜ਼ਰੂਰ ਮਿਲੂਗੀ, ਜਾਂ ਕਹਿ ਲਓ ਕਿ ਮਿਹਨਤ ਕਰਨ ਦੀ ਸੇਧ ਮਿਲੂਗੀ, ਹੈ ਨਾ। ਸੋ ਬਹੁਤ ਮਿਹਰਬਾਨੀ, ਤੁਸੀਂ ਸਾਡੇ ਲਈ ਸਮਾਂ ਕੱਢਿਆ ਅਤੇ ਵੀ ਸੋਸ਼ਲ ਦੇ ਦਰਸ਼ਕਾਂ ਦੇ ਤੁਸੀਂ ਰੂਬਰੂ ਹੋਏ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਜ਼ਿਆਦਾ ਧੰਨਵਾਦ। ਕੋਈ ਐਡੀ ਮਾਣ ਵਾਲੀ ਗੱਲ ਹੈ ਨਹੀਂ ਸੀ ਵੀ ਤੁਸੀਂ, ਹੈ ਨਾ, ਆਉਂਦੇ ਅਤੇ ਹੈ ਨਾ ਮੈਨੂੰ ਇੰਨਾ ਮਾਣ ਦਿੰਦੇ। ਪਰ ਜਦ ਤੁਸੀਂ ਕਿਹਾ ਵੀ ਨਹੀਂ ਗੱਲਾਂ ਕਰਨੀਆਂ, ਮੈਂ ਜੀ ਉਹ ਤਾਂ ਮੈਂ ਕਰ ਲੈਂਦਾ। ਸੋ ਗੱਲਾਂ ਮੈਂ ਕਰ ਲੈਂਦਾ, ਇਸ ਕਰਕੇ ਮੈਂ ਹੁੰਗਾਰਾ ਭਰਤਾ। ਬਾਕੀ ਹੈ ਨਾ ਜਿਹੋ ਜਿਹੇ ਦੂਜੇ ਨੇ ਉਹੋ ਜਿਹਾ ਹੀ ਮੈਂ ਆ। ਪਰ ਆਪਾਂ ਹੁਣ ਪੱਥਰ ਫੜਾਤਾ ਨਿਆਣਿਆਂ ਨੂੰ, ਵਿੱਚੋਂ ਜੇ ਮੂਰਤੀ ਕੱਢ ਲੈਣ ਤਾਂ ਵਧੀਆ। ਕਿਉਂਕਿ ਕਈ ਗੱਲਾਂ 'ਚ ਮੈਂ ਕਾਫੀ ਖਲਾਰਾ ਜਿਹਾ ਪਾ ਲੈਂਦਾ, ਕਿਉਂਕਿ ਕੀਵਰਡ ਬਹੁਤ ਦਿਮਾਗ 'ਚ ਘੁੰਮਦੇ ਆ, ਸਟੇਜ ਸ਼ੋਅ ਹੋਸਟ ਹੋਣ ਕਰਕੇ, ਰੇਡੀਓ ਪ੍ਰੈਜ਼ੈਂਟਰ ਹੋਣ ਕਰਕੇ। ਪਰ ਮੈਂ ਚਾਹੁੰਦਾ ਵੀ ਜੇ ਕਿਸੇ ਪਿੰਡ ਦੇ ਕਿਸੇ ਇੱਕ ਨਿਆਣੇ ਨੂੰ ਵੀ ਕੋਈ ਸੇਧ ਮਿਲੇ ਜਾਂ ਕਿਸੇ ਢੰਗ ਨਾਲ ਅਸੀਂ ਉਹਨਾਂ ਨੂੰ ਗਾਈਡ ਕਰ ਸਕੀਏ ਤਾਂ ਸਾਡੀ ਚੰਗੀ ਭਾਵ। ਬਹੁਤ ਬਹੁਤ ਮਿਹਰਬਾਨੀ। ਤੁਸੀਂ ਚਾਹੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਸੋ ਦੋਸਤੋ, ਇਹ ਸਨ ਸਾਡੇ ਨਾਲ ਅੱਜ ਵੀ ਸੋਸ਼ਲ ਦੀ ਖਾਸ ਇੰਟਰਵਿਊ ਦੇ ਵਿੱਚ ਡਾਕਟਰ ਪ੍ਰੀਤਿੰਦਰ ਸਿੰਘ ਗਰੇਵਾਲ। ਬਹੁਪੱਖੀ ਸ਼ਖਸੀਅਤ ਦੇ ਮਾਲਕ ਨੇ, ਡਾਕਟਰ ਵੀ ਨੇ ਅਤੇ ਮੀਡੀਆ ਦੇ ਨਾਲ ਜੁੜੇ ਹੋਏ ਨੇਗੇ, ਲਿਟਰੇਚਰ ਦੇ ਪ੍ਰੇਮੀ ਨੇ। ਸੋ ਇਹਨਾਂ ਦੀ ਗੱਲਬਾਤ ਸੁਣ ਕੇ ਜਾਂ ਇਹਨਾਂ ਦੀ ਜ਼ਿੰਦਗੀ ਦਾ ਸਫ਼ਰ ਦੇਖਦਿਆਂ ਹੋਇਆਂ ਇੱਕ ਗੱਲ ਤੇ ਅਸੀਂ ਕਹਿ ਸਕਦੇ ਹਾਂ ਕਿ ਜ਼ਿੰਦਗੀ 'ਚ ਅਗਰ ਤੁਸੀਂ ਕੁਝ ਹਾਸਲ ਕਰਨਾ ਚਾਹੁੰਦੇ ਹੋ, ਕਿਸੇ ਮੁਕਾਮ ਤੇ ਤੁਸੀਂ ਪਹੁੰਚਣਾ ਚਾਹੁੰਦੇ ਹੋ, ਤਾਂ ਉਹਦਾ ਇੱਕੋ ਹੀ ਰਾਹ ਹੈ ਕਿ ਤੁਸੀਂ ਮਿਹਨਤ ਕਰਦੇ ਜਾਓ ਇਮਾਨਦਾਰੀ ਦੇ ਨਾਲ। ਜਦੋਂ ਮਿਹਨਤ ਕਰਦੇ ਹੋਇਆਂ ਤੁਸੀਂ ਆਪਣੇ ਉਸ ਮੁਕਾਮ ਤੇ ਪਹੁੰਚ ਜਾਂਦੇ ਹੋ, ਜ਼ਿੰਦਗੀ 'ਚ ਤੁਸੀਂ ਹਾਸਲ ਕਰ ਲੈਂਦੇ ਹੋ, ਤਾਂ ਉੱਥੇ ਟਿਕੇ ਰਹਿਣ ਦਾ ਵੀ ਇੱਕੋ ਹੀ ਇੱਕ ਇਹ ਹੈਗਾ ਹੁਨਰ ਕਿ ਤੁਸੀਂ ਉਸ ਚੀਜ਼ ਨੂੰ ਬੈਲੈਂਸ ਦੇ ਵਿੱਚ ਰੱਖੋ, ਆਪਣੀ ਜ਼ਿੰਦਗੀ ਨੂੰ ਬੈਲੈਂਸ ਦੇ ਵਿੱਚ ਰੱਖੋ। ਸੋ ਉਮੀਦ ਹੈ ਕਿ ਤੁਸੀਂ ਅੱਜ ਦੀ ਇਸ ਗੱਲਬਾਤ ਨੂੰ ਪਸੰਦ ਕਰੋਗੇ। ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।